सत श्री अकाल, सलाम, नमस्कार, आदाब, सब सत्कार सज्जनों ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਅੱਜ 30 ਜੂਨ ਸਨ 2021 ਸ਼ਾਮ ਦੀ ਸਵਾ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦੇ ਨਾਲ ਹਾਜ਼ਰ ਹਾਂ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੋਵੇ ਤਾਂ ਸਾਡਾ ਸਟੂਡੀਓ ਨੰਬਰ ਹੈ ਤੇ ਮੇਰਾ ਸੰਪਰਕ ਨੰਬਰ ਵੀ ਇਹੀ ਹੈ 9876309655 9876309655 ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਕੋਈ ਖਾਸ ਕਰਕੇ ਸਵਾਲ ਹੋਵੇ, ਜਿਸ ਤਰ੍ਹਾਂ ਅੱਜ ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ 5 ਸਾਲਾਂ ਦੇ ਦੌਰਾਨ 3600 ਦੇ ਕਰੀਬ ਕੇਸ ਰਜਿਸਟਰਡ ਹੋ ਚੁੱਕੇ ਨੇ। ਤਕਰੀਬਨ ਇਸ ਦੇ ਵਿੱਚੋਂ 120 ਦੇ ਕਰੀਬ FIR ਨੇ ਤੇ ਇਹ ਸ਼ਿਕਾਇਤਾਂ 3600 ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ 3300 ਸ਼ਿਕਾਇਤਾਂ ਤਾਂ ਵਿਦੇਸ਼ ਮੰਤਰਾਲਾ ਭਾਰਤ ਸਰਕਾਰ ਕੋਲ ਵੀ ਪਹੁੰਚੀਆਂ ਨੇ, ਜਿਨ੍ਹਾਂ ਦੇ ਵਿੱਚੋਂ 3000 ਸ਼ਿਕਾਇਤਾਂ ਪੰਜਾਬ ਦੀਆਂ ਨੇ। 120 FIR ਕਿਉਂਕਿ ਇਨਵੈਸਟੀਗੇਸ਼ਨ ਤੋਂ ਬਾਅਦ ਬੜੇ ਦਮਖਮ ਦੇ ਨਾਲ FIR ਰਜਿਸਟਰਡ ਹੁੰਦੀ ਹੈ। ਸ਼ਿਕਾਇਤਾਂ ਦੀ ਤਾਦਾਦ 3600 ਤੋਂ ਜ਼ਿਆਦਾ। ਹਜੇ ਉਹ ਸ਼ਿਕਾਇਤਾਂ ਨੇ ਜਿਹੜੀਆਂ ਵਿੱਚ ਵਿਚਾਲੇ ਗੱਲ ਸੁਲਗ ਰਹੀ ਹੈ, ਕੋਈ ਰਾਜੀਨਾਮਾ ਹੋ ਰਿਹਾ, ਕੋਈ ਕੁਛ ਹੋ ਰਿਹਾ, ਜਾਂ ਸ਼ਰਮੋ ਸ਼ਰਮੀ ਲੋਕ ਸਾਹਮਣੇ ਨਹੀਂ ਆ ਰਹੇ, ਉਹ ਮਾਮਲਾ ਵੀ ਵਿਚਾਰ ਅਧੀਨ ਹੈ। ਤੇ ਇਸ ਦੌਰਾਨ ਜਲੰਧਰ ਦੇ ਵਿੱਚ ਤੇ ਰਿਕਾਰਡ ਟੁੱਟ ਗਿਆ। 3 ਮਹੀਨਿਆਂ 'ਚ ਲੁਧਿਆਣਾ ਦੇ ਵਿੱਚ 30 ਤੇ ਜਲੰਧਰ ਦੇ ਵਿੱਚ 70 ਮਾਮਲੇ 3 ਮਹੀਨਿਆਂ ਦੇ ਵਿੱਚ ਕੰਟਰੈਕਟ ਮੈਰਿਜ ਦੇ ਸਾਹਮਣੇ ਆਏ ਨੇ। ਬਹੁਤ ਸਾਰੇ ਖੁਲਾਸੇ ਨੇ। ਹੁਣ ਸਿਰਫ ਮਾਪੇ ਹੀ ਨਹੀਂ ਬਲਕਿ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਦੇ ਏਜੰਟ ਨੇ ਉਹਨਾਂ ਨੇ ਇਸ ਗੇਮ ਦੇ ਵਿੱਚ ਹੱਥ ਰੰਗਣੇ ਸ਼ੁਰੂ ਕਰ ਦਿੱਤੇ ਨੇ। ਕਹਾਣੀਆਂ ਅੱਜ ਬਹੁਤ ਸਾਹਮਣੇ ਆਈਆਂ। ਸਿਰਫ ਇਹੀ ਨਹੀਂ ਦੋਸਤੋ ਕਿ ਸਿਰਫ ਕੰਟਰੈਕਟ ਮੈਰਿਜ ਹੁੰਦੀ ਹੈ, ਬਹੁਤ ਸਾਰੀਆਂ ਕੁੜੀਆਂ ਦਾ ਜਿਸਮਾਨੀ ਸ਼ੋਸ਼ਣ ਵੀ ਹੁੰਦਾ। ਇਮੀਗ੍ਰੇਸ਼ਨ ਬੈਂਡ ਦੇ ਚੱਕਰਾਂ ਦੇ ਵਿੱਚ ਬਹੁਤ ਕੁਝ ਬੈਂਡ ਹੋ ਰਿਹਾ, ਕਲਚਰ ਬੈਂਡ ਹੋ ਰਿਹਾ, ਮੁੜ ਰਿਹਾ। ਤੇ ਇਸ ਚੱਕਰ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਨਾਲ ਐਗਰੀਮੈਂਟ ਹੁੰਦੇ ਨੇ। ਜਿਹੜੀਆਂ ਕੁੜੀਆਂ ਤੇਜ਼ ਤਰਾਰ ਨੇ, ਆਈਲੈਟਸ ਕਰ ਲੈਂਦੀਆਂ ਨੇ, ਜਾਂ ਉਹ ਕੁੜੀਆਂ ਗਲਤ ਕੰਮਾਂ ਦੇ ਵਿੱਚ ਪੈਂਦੀਆਂ ਨੇ, ਉਹਨਾਂ ਕੁੜੀਆਂ ਨੂੰ ਵੀ ਇਹ ਏਜੰਟ ਕਰੋੜਾਂ ਰੁਪਈਆ ਕਮਾਉਣ ਦਾ ਲਾਲਚ ਦੇ ਕੇ ਵਿਦੇਸ਼ ਭੇਜਦੇ ਨੇ। ਉਹਨਾਂ ਦੇ ਨਾਲ ਬੜੇ ਹਿਡਨ ਤੇ ਖਤਰਨਾਕ ਐਗਰੀਮੈਂਟ ਕੀਤੇ ਜਾਂਦੇ ਨੇ ਕੁਝ ਏਜੰਟਾਂ ਵੱਲੋਂ, ਖਾਸ ਕਰਕੇ ਜਲੰਧਰ, ਲੁਧਿਆਣਾ, ਚੰਡੀਗੜ੍ਹ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਕੁੜੀਆਂ ਨੂੰ ਫਿਰ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਜਾਂ ਕੈਨੇਡਾ ਦੇ ਵਿੱਚ ਸੈਕਸ ਰੈਕਟ ਦੇ ਵਿੱਚ ਧੱਕਿਆ ਜਾਂਦਾ ਹੈ। ਉਹਨਾਂ ਕੁੜੀਆਂ ਦੀ ਮਰਜ਼ੀ ਦੇ ਨਾਲ ਉਹਨਾਂ ਨੂੰ ਅੱਛੇ ਵੀਜ਼ੇ ਦਿੱਤੇ ਜਾਂਦੇ ਨੇ, ਖਾਸ ਕਰਕੇ ਜਿਹੜੇ ਨੌਨ ਪੰਜਾਬੀ ਕਮਿਊਨਿਟੀ ਹੈ ਉਹਨਾਂ ਸੈਕਸ ਰੈਕਟ ਦੇ ਵਿੱਚ ਉਹਨਾਂ ਕੁੜੀਆਂ ਨੂੰ ਭੇਜਿਆ ਜਾਂਦਾ। ਇੱਕ ਡੀਲ ਤੈਅ ਹੁੰਦੀ ਹੈ ਤੇ ਇਸ ਦੇ ਵਿੱਚ ਜਿਹੜੇ ਇਹ ਡੀਲਰ ਨੇ ਉਹਨਾਂ ਦੇ ਬਹੁਤ ਖਤਰਨਾਕ ਕਿਸਮ ਦੇ ਐਗਰੀਮੈਂਟ ਹੁੰਦੇ ਨੇ। ਕੁੜੀਆਂ ਦੀਆਂ ਕੁਝ ਵੀਡੀਓਜ਼ ਹੁੰਦੀਆਂ ਨੇ ਜਿਸ ਬਣਾ ਤੇ ਉਹ ਕੁਝ ਸ਼ੌਕ ਨੂੰ ਤੇ ਕੁਝ ਮਜਬੂਰੀ ਨੂੰ ਬਹੁਤ ਸਾਰੀਆਂ ਲੜਕੀਆਂ ਜਿਨ੍ਹਾਂ ਕੋਲ ਪੈਸੇ ਦਾ ਜੁਗਾੜ ਨਹੀਂ, ਉਹ ਫ੍ਰੀ ਆਫ ਕਾਸਟ ਬਿਨਾਂ ਕੋਈ ਪੇਪਰ ਮੈਰਿਜ ਕੀਤਿਆਂ ਏਜੰਟਾਂ ਦੇ ਨਾਲ ਡੀਲ ਕਰਕੇ ਜਿਹੜੀਆਂ 6-7 ਬੈਂਡ ਲੈ ਸਕਦੀਆਂ ਨੇ, ਗਰੀਬ ਕੁੜੀਆਂ ਨੇ ਜਾਂ ਬਾਗੀ ਕੁੜੀਆਂ ਨੇ, ਉਹ ਇਸ ਕੁੜੀਆਂ ਇਸ ਧੰਦੇ ਦੇ ਵਿੱਚ ਵੀ ਆ ਚੁੱਕੀਆਂ ਨੇ ਪੰਜਾਬ ਦੀਆਂ। ਤੇ ਬੜਾ ਸ਼ੌਕਿੰਗ, ਬੜਾ ਦਿਲ ਹਿਲਾਊ ਮਾਮਲਾ ਸਾਹਮਣੇ ਆ ਰਿਹਾ। ਤੇ ਉਹ ਕੁੜੀਆਂ ਮਜਬੂਰ ਵੀ ਨੇ, ਨਾ ਤਾਂ ਉਹ ਇਹਨਾਂ ਏਜੰਟਾਂ ਨੂੰ ਛੱਡ ਸਕਦੀਆਂ ਨੇ ਤੇ ਉੱਥੇ ਜਾ ਕੇ ਜਦੋਂ ਡਾਲਰ ਬਣਦੇ ਨੇ ਤੇ ਫਿਰ ਕੰਪਰੋਮਾਈਜ਼ ਕੰਡੀਸ਼ਨ ਦੇ ਵਿੱਚ ਹੁੰਦੀਆਂ ਨੇ। ਤੇ ਉਹ ਇੱਕ ਵੱਖਰਾ ਸੈਗਮੈਂਟ ਹੈ। ਤੇ ਬਹੁਤ ਸਾਰੀਆਂ ਕੁੜੀਆਂ ਫਿਰ ਜਿਹੜੀਆਂ ਜਿਸਮਾਨੀ ਸ਼ੋਸ਼ਣ ਦੇ ਇਸ ਟ੍ਰੇਡ ਦੇ ਵਿੱਚ, ਫਲੈਸ਼ ਟ੍ਰੇਡ ਦੇ ਵਿੱਚ ਨਹੀਂ ਆਉਂਦੀਆਂ, ਉਹ ਫਿਰ ਇਹਨਾਂ ਏਜੰਟਸ ਦੇ ਨਾਲ ਹੀ ਡੀਲ ਕਰ ਲੈਂਦੀਆਂ ਨੇ। ਇਹ ਆਪਣੇ ਕੋਲੋਂ ਪੈਸਾ ਇਨਵੈਸਟ ਕਰਕੇ ਉਹਨਾਂ ਨੂੰ ਬਾਹਰ ਭੇਜਦੇ ਨੇ ਤੇ ਫਿਰ ਆਪਣੇ ਪਸੰਦੀਦਾ ਲੜਕੇ ਦੇ ਨਾਲ ਡੀਲ ਕਰਕੇ ਉਹਨਾਂ ਕੁੜੀਆਂ ਦਾ ਏਜੰਟ ਦਾ, ਵਿਚੋਲੇ ਦਾ ਰੋਲ ਵੀ ਉਹ ਏਜੰਟ ਹੀ ਨਿਭਾਉਂਦੇ ਨੇ। ਤੇ ਫਿਰ ਉਸ ਡੀਲ ਦੇ ਵਿੱਚ ਗੱਲ ਕਈ ਵਾਰੀ ਨੇਪਰੇ ਵੀ ਚੜ੍ਹ ਜਾਂਦੀ ਹੈ, ਕਈ ਵਾਰੀ ਅਧਵਾਟੇ ਵੀ ਚੜ੍ਹ ਜਾਂਦੀ ਹੈ। ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆਈਆਂ ਨੇ। ਪਰ ਇਹ ਸਾਰੇ ਵਰਤਾਰੇ ਦੇ ਬਾਰੇ, ਜਿਸ ਤਰ੍ਹਾਂ 3600 ਸ਼ਿਕਾਇਤਾਂ ਪੰਜਾਬ ਦੇ ਵਿੱਚ ਮਿਲੀਆਂ ਨੇ, ਜਿਨ੍ਹਾਂ ਦੇ ਵਿੱਚ ਤਕਰੀਬਨ 150 ਕਰੋੜ ਰੁਪਏ ਦੀ ਮੋਟੀ ਠੱਗੀ ਹੈ। ਮੈਂ ਸਵੇਰੇ ਵੀ ਦੱਸਿਆ ਸੀ ਕਿ ਕਈ ਲੜਕੇ ਇੰਨੇ ਮਾਯੂਸ ਹੋਏ ਨੇ ਕਿ ਉਹ ਸੁਸਾਈਡ ਕਰ ਚੁੱਕੇ ਨੇ। ਮਾਪੇ ਕਈਆਂ ਦੇ ਮਰ ਗਏ ਨੇ। ਜਿਵੇਂ ਹੁਣ ਲੁਧਿਆਣਾ ਦਾ ਕੇਸ ਸੀ ਕਿ ਇੰਗਲੈਂਡ ਰਹਿੰਦੀ ਇੱਕ ਜਿਹੜੀ ਮਾਂ ਸੀਗੀ, ਉਸ ਨੇ ਜਿਹੜਾ ਹੈਗਾ ਗੁਰਾਇਆਂ ਦੇ ਨਿਵਾਸੀ ਇੰਗਲੈਂਡ ਦੇ ਵਿੱਚ ਰਹਿ ਰਹੀ ਮਹਿਲਾ ਨੇ ਆਪਣੇ ਬੇਟੇ ਮਨਦੀਪ ਸਿੰਘ ਨੂੰ ਕੈਨੇਡਾ ਭੇਜਣ ਦੇ ਵਾਸਤੇ ਗੁਰਾਇਆਂ ਦੇ ਨੇੜਲੇ ਪਿੰਡ ਢੱਡਾ ਦੀ ਰਹਿਣ ਵਾਲੀ ਤੀਰਥ ਸਿੰਘ ਦੀ ਬੇਟੀ ਦੇ ਨਾਲ, ਪ੍ਰਦੀਪ ਕੌਰ ਨਾਲ 9 ਸਤੰਬਰ 2019 ਨੂੰ ਕੰਟਰੈਕਟ ਮੈਰਿਜ ਕੀਤੀ। 25 ਲੱਖ ਰੁਪਏ ਸ਼ਾਦੀ ਤੇ ਖਰਚ ਕਰ ਚੁੱਕੇ ਨੇ। ਉਸ ਤੋਂ ਬਾਅਦ ਪ੍ਰਦੀਪ ਕੈਨੇਡਾ ਚਲੀ ਗਈ ਤੇ ਉੱਥੇ ਪਹੁੰਚਦਿਆਂ ਪ੍ਰਦੀਪ ਨੇ ਆਪਣਾ ਫੋਨ ਬੰਦ ਕਰ ਦਿੱਤਾ, 10 ਲੱਖ ਰੁਪਏ ਹੋਰ ਮੰਗੇ। ਇਸ ਗੱਲ ਦਾ ਜਦੋਂ ਮਨਦੀਪ ਨੂੰ ਪਤਾ ਲੱਗਿਆ, ਉਹ ਸਦਮੇ ਦੇ ਵਿੱਚ ਆ ਗਿਆ ਤੇ ਉਸਨੇ ਜਿਹੜੀ ਆਪਣੀ ਜਾਨ ਦੇ ਦਿੱਤੀ। ਤੇ ਉਹਦੀ ਮਾਂ ਜਿਹੜੀ ਇੰਗਲੈਂਡ ਰਹਿੰਦੀ ਸੀ, ਆਪਣੇ ਪੁੱਤ ਨੂੰ ਕੈਨੇਡਾ ਭੇਜਣਾ ਚਾਹੁੰਦੀ ਸੀ, ਉਹ ਮਾਂ ਵੀ ਆਪਣੇ ਇਕਲੌਤੇ ਪੁੱਤ ਦਾ ਮੂੰਹ ਵੇਖਣ ਨਹੀਂ ਆ ਸਕੀ। ਬੜੀ ਖੂਬਸੂਰਤ ਤਸਵੀਰ ਹੈ ਇਸ ਜੋੜੀ ਦੀ ਮੇਰੇ ਸਾਹਮਣੇ ਪਈ। ਅੱਜ ਅਖਬਾਰ ਸਮੂਹ ਦੀ ਇੱਕ ਰਿਪੋਰਟ ਹੈ ਸੁਖਬੀਰ ਬਾਜਵਾ ਹੋਰਾਂ ਦੀ। ਤੇ ਇਸ ਦੌਰਾਨ ਫਿਰ ਮਾਂ ਕਿਉਂ ਨਹੀਂ ਆ ਸਕੀ ਸੰਸਕਾਰ ਤੇ? ਕਿਉਂਕਿ ਮਾਂ ਖੁਦ ਇਲੀਗਲ ਸੀਗੀ।
ਤੇ ਇਸ ਸਿਲਸਿਲੇ ਵਿੱਚ ਏਡੀਆਂ ਮਜਬੂਰੀਆਂ ਹੋਈਆਂ ਨੇ, ਕਿਉਂਕਿ ਮਾਂ ਜੇ ਇੰਡੀਆ ਆ ਜਾਂਦੀ ਤਾਂ ਮੁੜ ਕੇ ਉਹਨੇ ਜਾ ਨਹੀਂ ਸੀ ਸਕਣਾ। ਸੋ ਇਸ ਤਰ੍ਹਾਂ ਦੀ ਕਹਾਣੀ ਇਸ ਪ੍ਰਦੇਸ਼ ਦੇ ਚੱਕਰਾਂ ਦੇ ਵਿੱਚ ਪੈ ਰਹੀ ਹੈ। ਕੰਧ-ਉੱਲੇ ਪ੍ਰਦੇਸ਼ ਹੁੰਦਾ, ਵੈਸੇ ਪ੍ਰਦੇਸ਼ ਤੇ ਪਹਾੜ ਦੂਰੋਂ ਬਹੁਤ ਸੋਹਣੇ ਲੱਗਦੇ ਨੇ, ਪਰ ਇਹਨਾਂ ਦੀਆਂ ਕਹਾਣੀਆਂ ਦਿਲ ਹਿਲਾਊ ਨੇ। ਇਹਨਾਂ ਸਾਰੇ ਵਰਤਾਰਿਆਂ ਤੋਂ ਕਿਵੇਂ ਬਚਿਆ ਜਾ ਸਕਦਾ, ਉਸ ਦੇ ਵਾਸਤੇ ਸਾਡੇ ਨਾਲ ਸੰਦੀਪ ਜੀ ਜੁੜੇ ਨੇ, ਜਿਨ੍ਹਾਂ ਨੂੰ ਇਸ ਦਾ ਬਹੁਤ ਤਜਰਬਾ ਹੈ। ਉਹ ਤੁਹਾਨੂੰ ਕੁਝ ਖਾਸ ਨੁਕਤੇ ਦੱਸਣਗੇ ਜਿਹੜੇ ਕਿਸੇ ਵਕੀਲ ਨੇ, ਕਿਸੇ ਅਧਿਕਾਰੀ ਨੇ ਨਹੀਂ ਦੱਸਣੇ। ਤੁਸੀਂ ਉਹਨਾਂ ਨੁਕਤਿਆਂ ਦੀ ਬਿਨਾਹ ਤੇ ਇਸ ਤਰ੍ਹਾਂ ਦੀਆਂ ਠੱਗ NRI ਲਾੜੀਆਂ ਤੋਂ ਬਚ ਸਕਦੇ ਹੋ। ਤੇ ਇਸ ਕਰਕੇ ਉਹ ਨੁਕਤੇ ਤੁਹਾਨੂੰ ਅਪਣਾਉਣੇ ਹੋਣਗੇ ਜਿਹੜੇ ਬੜੇ ਦਿਲ ਲੱਗਦੇ ਨੇ। ਮੈਨੂੰ ਵੀ ਇਹਨਾਂ ਦੇ ਬਾਰੇ ਕੋਈ ਮਨ ਨਹੀਂ ਸੀ ਲੱਗਦੀ ਗੱਲ ਪਹਿਲਾਂ ਕਿ ਇਦਾਂ ਹੋ ਸਕਦਾ, ਪਰ ਇਹ ਕੁਝ ਨੁਕਤੇ ਤੁਸੀਂ ਅਗਰ ਕਰ ਲੈਂਦੇ ਹੋ ਤਾਂ ਤੁਸੀਂ ਇਸ ਤੋਂ ਬਚਾ ਸਕਦੇ ਹੋ। ਕਿਉਂਕਿ ਐਡਵੋਕੇਟ ਦਲਜੀਤ ਕੌਰ ਨੇ ਜਿਹੜਾ ਐਕਸਪਰਟ ਵਿਊ ਦਿੱਤਾ, ਉਹਨਾਂ ਦਾ ਵੀ ਕਹਿਣਾ ਸੀਗਾ, ਦਲਜੀਤ ਕੌਰ ਵੀ ਇਸ ਮਾਮਲੇ 'ਚ ਕੰਮ ਕਰਦੇ ਨੇ, ਚੰਡੀਗੜ੍ਹ ਤੋਂ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ। ਉਹਨਾਂ ਨੇ ਵੀ ਆਖਿਆ ਕਿ ਕਾਨੂੰਨ ਕਮਜ਼ੋਰ ਹੈ, 420 120 ਵੀ ਇਹਦੇ ਅਧੀਨ ਪਰਚੇ ਹੋ ਜਾਂਦੇ ਨੇ, ਪਰ ਮਾਮਲਾ ਪੁਲਿਸ ਅੱਗੇ ਨਹੀਂ ਵਧਾ ਸਕਦੀ। ਪ੍ਰੈਸ਼ਰ ਪਾ ਕੇ ਜਿਹੜੇ ਕਮਜ਼ੋਰ ਮਾਪੇ ਨੇ ਜਾਂ ਜਿਹੜੇ ਸ਼ਰਮ ਮੰਨਦੇ ਨੇ, ਉਹਨਾਂ ਤੋਂ ਤਾਂ ਪੈਸਾ ਪੂਸਾ ਵਾਪਸ ਆ ਜਾਂਦਾ, ਅਦਰਵਾਈਜ਼ ਫੁੱਟੀ ਕੌਡੀ ਵਾਪਸ ਨਹੀਂ ਆਉਂਦੀ। ਉਲਟਾ ਕੋਰਟ ਕਚਹਿਰੀਆਂ ਦੇ ਵਿੱਚ ਸਮਾਂ ਤੇ ਸਰਮਾਇਆ ਵੇਸਟ ਹੁੰਦਾ ਹੈ। ਇਸ ਮਾਮਲੇ ਦੇ ਵਿੱਚ ਲੜਕੀਆਂ ਨੂੰ ਰਿਪੋਰਟ ਕਰਨ ਦਾ ਕਾਨੂੰਨ ਦੀ ਮੰਗ ਹੋ ਰਹੀ ਹੈ, ਪਰ ਉਹ ਕਾਨੂੰਨ ਨਹੀਂ ਬਣਨਾ। ਮਰਹੂਮ ਸੁਸ਼ਮਾ ਸਵਰਾਜ ਜਦੋਂ ਵਿਦੇਸ਼ ਮੰਤਰੀ ਸੀ, ਉਹਨਾਂ ਨੇ ਬਹੁਤ ਵਧੀਆ ਕੰਮ ਇਸ ਮਾਮਲੇ 'ਚ ਕੀਤੇ ਸੀ। ਤੇ ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਨੇ, ਉਹਨਾਂ ਨੇ ਵੀ ਉਦੋਂ ਕਈ ਮਾਮਲਿਆਂ ਦੇ ਵਿੱਚ, ਕਈ ਕੇਸਾਂ ਦੇ ਵਿੱਚ ਸੁਸ਼ਮਾ ਸਵਰਾਜ ਦੇ ਨਾਲ ਕੰਮ ਕੀਤਾ, ਜਿਸ ਤੋਂ ਬਾਅਦ ਉਹਨਾਂ ਨੂੰ ਕੋਈ ਪੈਟਰਨ ਪਤਾ ਲੱਗੇ ਕਿ ਕਿਵੇਂ ਇਸ ਮਾਮਲੇ ਤੋਂ ਨਿਕਲਿਆ ਜਾ ਸਕਦਾ। ਸੋ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਅੰਟਾਰੀਓ ਪ੍ਰੋਵਿੰਸ ਤੋਂ ਮਨਦੀਪ ਕੌਰ ਹੋਰਾਂ ਨੇ, ਜਿਹੜੇ ਹੋਮ ਅਤੇ ਆਟੋ ਇੰਸ਼ੋਰੈਂਸ ਦਾ ਕੰਮ ਕਰਦੇ ਨੇ। ਤੁਸੀਂ ਕੈਨੇਡਾ ਦੇ ਵਿੱਚ ਨਵੇਂ ਆਏ ਹੋ, ਡਰਾਈਵਰ ਹੋ, ਰਿਨਿਊਵਲ ਹੋਣ ਵਾਲੀ ਹੈ, ਤਾਂ ਤੁਰੰਤ ਤੁਸੀਂ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਾਸਤੇ ਮਨਦੀਪ ਕੌਰ ਹੋਰਾਂ ਨੂੰ ਸੰਪਰਕ ਕਰੋ, ਜਿਨ੍ਹਾਂ ਦਾ ਨੰਬਰ ਹੈ 647 615 5000। ਇਸੇ ਤਰ੍ਹਾਂ ਵਾਸ਼ਿੰਗਟਨ ਫreight ਸਰਵਿਸ ਹੈ, ਜਿਨ੍ਹਾਂ ਕੋਲ ਸਿਆਟਲ ਇਲਾਕੇ ਦੇ ਲੋਡ ਤੁਹਾਨੂੰ ਮਿਲ ਸਕਦੇ ਨੇ। ਤੁਸੀਂ ਉਹਨਾਂ ਤੋਂ ਸਿਆਟਲ ਇਲਾਕੇ ਦੇ ਲੋਕਲ ਲੋਡ ਚੁੱਕ ਸਕਦੇ ਹੋ, ਤੇ ਨਾਲ ਤੁਸੀਂ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਲੈ ਸਕਦੇ ਹੋ। ਵਾਸ਼ਿੰਗਟਨ ਫreight ਸਰਵਿਸ ਵਾਲਿਆਂ ਨੂੰ ਓਨਰ ਆਪਰੇਟਰ ਡਰਾਈਵਰਾਂ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ, ਤੇ ਤੁਸੀਂ ਲੋਕਲ ਲੋਡ ਵਾਸਤੇ ਸੰਪਰਕ ਕਰਨਾ ਜਗਦੇਵ ਸਿੰਘ ਸੰਧੂ ਹੋਰਾਂ ਦੇ ਨਾਲ। ਫੋਨ ਨੰਬਰ 253 266 6924 ਤੇ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 2063544060 ਵਾਸ਼ਿੰਗਟਨ ਫreight ਸਰਵਿਸ ਤੋਂ। ਬੇਕਰਸਫੀਲਡ ਇਲਾਕੇ ਦੇ ਵਿੱਚੋਂ ਤਾਂ ਮਾਰੋ ਆਪਣੇ ਟਰੱਕ ਟਰਾਲੇ ਨੂੰ ਬ੍ਰੇਕ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਬਣਿਆ ਹੋਇਆ ਇੰਡੀਅਨ ਰੈਸਟੋਰੈਂਟ, ਜਿੱਥੇ ਦੇਸੀ ਘਿਓ ਦੇ ਪਰੌਂਠਿਆਂ ਦਾ ਲੁਤਫ ਲੈ ਸਕਦੇ ਹੋ, ਤੇ ਨਾਲ ਦਹੀਂ ਛਕੋ। ਤੇ ਇਹ ਇਹਨਾਂ ਦੀ ਖਾਸੀਅਤ ਹੈ। ਇਸ ਤੋਂ ਬਿਨਾਂ ਹੋਰ ਵੀ ਭਾਰਤੀ ਵਿਦੇਸ਼ੀ ਖਾਣਿਆਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਤੇ ਯੂਨੀਅਨ ਵਿਲੇਜ ਟਰੱਕ ਸਟਾਪ ਨਾਲ ਇੰਡੀਅਨ ਰੈਸਟੋਰੈਂਟ ਦਾ ਐਡਰੈਸ ਹੈ 2201 100 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ, ਉਸੇ ਜਗ੍ਹਾ ਤੇ ਇਹ ਅਦਾਰਾ ਬਣਿਆ ਹੋਇਆ। ਤੇ ਸੁਖੀ ਘੁੰਮਣ, ਜਿਨ੍ਹਾਂ ਦੀ ਰੋਡਵੇਜ਼ ਟਰਾਂਸਪੋਰਟ ਹੈ, ਉਹਨਾਂ ਦਾ ਇਹ ਅਦਾਰਾ ਹੈ, ਜਿੱਥੋਂ ਤੁਸੀਂ ਇਹ ਸੇਵਾਵਾਂ ਟਰੱਕਿੰਗ ਦੀਆਂ ਲੈ ਸਕਦੇ ਹੋ। ਤੇ ਇਸ ਦੇ ਨਾਲ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500 661 304 7500। ਅੱਜ ਇਮੀਗ੍ਰੇਸ਼ਨ ਫਰਾਡ ਦੇ ਇਹਨਾਂ ਮਾਮਲਿਆਂ ਤੇ ਗੱਲਬਾਤ ਕਰਨੀ ਹੈ। ਆਪਣੇ ਨਾਲ ਸੰਦੀਪ ਜੀ ਜੁੜੇ ਨੇ, ਉਹ ਤੁਹਾਨੂੰ ਆਪਣੀ ਈਮੇਲ ਵੀ ਦੇਣਗੇ, ਈਮੇਲ ਦੇ ਜ਼ਰੀਏ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਪ੍ਰੋਫੈਸ਼ਨਲ ਬੰਦੇ ਨੇ, ਸੈੱਲਫੋਨ ਤਾਂ ਅਸੀਂ ਤੁਹਾਨੂੰ ਉਹਨਾਂ ਦਾ ਨਹੀਂ ਦੇ ਸਕਾਂਗੇ, ਬਹੁਤਾ ਉਹਨਾਂ ਦੇ ਬਾਰੇ ਹੋਰ ਜਾਣਕਾਰੀ ਨਹੀਂ ਦੇਵਾਂਗੇ, ਪਰ ਨੁਕਤੇ ਉਹਨਾਂ ਦੇ ਬਹੁਤ ਕਾਬਲੇ ਗੌਰ ਨੇ। ਤੁਸੀਂ ਸੁਣ ਕੇ ਵਧੀਆ ਫਾਇਦਾ ਉਠਾ ਸਕਦੇ ਹੋ, ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ, ਕਿਉਂਕਿ ਅੱਜ ਵੀ ਬਹੁਤ ਸਾਰੇ ਫੋਨ ਮੈਨੂੰ ਆਏ, ਸੁਰਿੰਦਰ ਜੀ ਹੋਰਾਂ ਨੂੰ ਆਏ। ਬਹੁਤ ਸਾਰੇ ਲੋਕ ਇਸ ਮਾਮਲੇ ਦੇ ਵਿੱਚ ਠੱਗੇ ਹੋਏ ਨੇ, ਉਹਨਾਂ ਦੇ ਰਿਸ਼ਤੇਦਾਰ ਠੱਗੇ ਹੋਏ ਨੇ। ਇਸ ਤਰ੍ਹਾਂ ਦੀਆਂ ਠੱਗ ਲਾੜੀਆਂ ਜਾਂ ਠੱਗ ਏਜੰਟਾਂ ਦੇ ਰਾਹੀਂ ਲੋਕ ਲੱਖਾਂ ਰੁਪਏ ਲੁਟਾ ਚੁੱਕੇ ਨੇ। ਬਦਨਾਮੀ ਉਲਟਾ ਬੱਚੇ ਆ ਜਿਹੜੇ ਲਾੜੇ ਆ, ਉਹ ਨਮੋਸ਼ੀ ਦੇ ਵਿੱਚ ਸੁਸਾਈਡ ਕਰ ਰਹੇ ਨੇ। ਤੇ ਇਸ ਮੁਤਲਕ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਵਰ੍ਹਿਆਂ ਦਾ ਕੰਮ ਕਰਨ ਦਾ ਤਜਰਬਾ ਹੈ ਸਾਦਰ ਸੈਮਸੰਗ ਗਿੱਲ, ਜੋ ਕਿ ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਹੈ ਪੈਨਸਿਲਵੇਨੀਆ ਦਾ, ਉੱਥੇ ਵਸਦੇ ਨੇ ਤੇ ਅਮਰੀਕਾ ਦੇ ਪੜ੍ਹੇ ਲਿਖੇ ਨੇ, ਜਿਨ੍ਹਾਂ ਤੋਂ ਤੁਸੀਂ ਆਪਣੀ ਇਨਕਮ ਟੈਕਸ ਦੀ ਜਾਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਰਿਟਰਨ ਫਾਈਲ ਕਰਾ ਸਕਦੇ ਹੋ। ਤੇ ਇਸ ਦੌਰਾਨ ਉਹ ਰਿਟਰਨ ਫਾਈਲ ਕਰਾ ਸਕਦੇ ਹੋ। ਤੇ ਜੇ ਤੁਸੀਂ ਇਮੀਗ੍ਰੇਸ਼ਨ ਦਾ ਕੋਈ ਕੇਸ ਹੈ, ਤੁਹਾਡਾ ਅਮਰੀਕਨ ਇਮੀਗ੍ਰੇਸ਼ਨ ਦਾ ਸਪਾਊਸ ਕੇਸ ਹੈ, ਵਰਕ ਪਰਮਿਟ ਹੈ, ਗ੍ਰੀਨ ਕਾਰਡ ਦੀਆਂ ਸੇਵਾਵਾਂ ਲੈਣੀਆਂ ਨੇ, ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤਰਸੇਮ ਸਿੰਘ ਗਿੱਲ ਹੋਰਾਂ ਦੇ ਨਾਲ। CPA ਅਮਰੀਕਾ ਦੇ ਪੜ੍ਹੇ ਲਿਖੇ ਨੇ। ਤਰਸੇਮ ਸਿੰਘ ਗਿੱਲ ਹੋਰਾਂ ਦਾ ਨੰਬਰ ਹੈ 484 764 9861 484 764 9861।
ਤੇ ਇਹ ਤਾਂ ਸਹੀ ਸਾਡੇ ਸਪਾਂਸਰ ਸਾਹਿਬ ਦਾ ਸੰਦੇਸ਼ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਵੀ ਧੰਨਵਾਦੀ ਹੈ। ਉਹਨਾਂ ਦੇ ਵੀ ਜਿਹੜਾ ਜ਼ਿਕਰ ਕਰਦੇ ਆ ਕੁਝ ਐਡਰੈਸ ਉਹਨਾਂ ਦੇ ਤਬਦੀਲ ਨੇ। ਤੇ ਇਸ ਦੇ ਨਾਲ ਸੰਦੀਪ ਜੀ ਸਾਡੇ ਨਾਲ ਇਸ ਵਕਤ ਹਾਜ਼ਰ ਨੇ। ਤੁਹਾਡਾ ਕੋਈ ਖਾਸ ਸਵਾਲ ਹੋਵੇ ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ, ਸਾਡੇ ਨਾਲ ਇਸ ਵਕਤ ਕੋਈ ਵੀ ਸਵਾਲ ਪੁੱਛ ਸਕਦੇ ਹੋ। ਸੰਦੀਪ ਜੀ ਸਵਾਗਤ ਤੁਹਾਡਾ, ਵੈਲਕਮ ਜੀ। ਮਿਹਰਬਾਨੀ ਸੰਦੀਪ ਜੀ, ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਮੈਨੂੰ ਆਪਣੇ ਪ੍ਰੋਗਰਾਮ ਤੇ ਲੈਣ ਦਾ। ਮਿਹਰਬਾਨੀ ਸੰਦੀਪ ਜੀ, ਬਹੁਤ ਬਹੁਤ। ਅੱਜ ਦਿਨੇ ਤੁਹਾਡੇ ਨਾਲ ਥੋੜੀ ਗੱਲ ਹੋਈ ਸੀ, ਇੱਕ ਦੋ ਸੱਜਣਾ ਦੇ ਹੋਰ ਵੀ ਕਾਲ ਆਈ ਸੀ, ਉਹਨਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਕਿਹਾ ਸੀਗਾ, ਪਰ ਮੈਂ ਕੋਸ਼ਿਸ਼ ਕਰਦਾ, ਉਹਨਾਂ ਦਾ ਵੀ ਕਾਲ ਆਈ ਸੀ, ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ। ਮਿਸਟਰ ਉਹਨਾਂ ਦਾ ਵੀ ਮੈਸੇਜ ਆਇਆ, ਕਹਿੰਦੇ ਮੈਂ ਅਜੇ ਥੋੜਾ ਮਸ਼ਰੂਫ ਹਾਂ, ਤੇ ਉਹਨਾਂ ਨਾਲ ਵੀ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਗੱਲਬਾਤ ਕਰਾਂਗੇ। ਪਹਿਲਾਂ ਸੰਦੀਪ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਕਿਹੜੇ ਮਾਮਲਿਆਂ ਦੇ ਕਾਰਨ ਬਚਿਆ ਜਾ ਸਕਦਾ ਹੈ ਇਸ ਤਰ੍ਹਾਂ ਦੇ, ਜਿਸ ਤਰ੍ਹਾਂ 3600 ਸ਼ਿਕਾਇਤਾਂ ਆਈਆਂ ਨੇ, 120 FIR ਹੋ ਚੁੱਕੀਆਂ ਨੇ, ਕਿਉਂਕਿ FIR ਵੀ ਬੜੀ ਗਟਸ ਦੇ ਨਾਲ, ਬੜੀ ਜ਼ੁਰਤ ਦੇ ਨਾਲ ਹੁੰਦੀ ਹੈ। ਤੇ ਜ਼ਿਕਰ ਸਾਡੇ ਸਪਾਂਸਰ ਸਾਹਿਬ ਦਾ, ਸਾਹਿਬ ਬਲਵੀਰ ਸਿੰਘ ਉਸਮਾਨਪੁਰ ਤੇ ਉਹਨਾਂ ਦੇ ਭਰਾਤਾ ਹਰਜਾਪ ਸਿੰਘ ਹੋਰਾਂ ਦਾ ਅਮਰੀਕਾ ਦੇ ਵਿੱਚ ਕਈ ਕਾਰੋਬਾਰ ਨੇ। ਇੱਕ ਕਾਰੋਬਾਰ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ, ਇਹ ਵਾਸ਼ਿੰਗਟਨ ਦੇ ਵਿੱਚ ਹੈ, ਤੇ ਐਡਰੈਸ ਹੈ 1801 ਪਾਇਓਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਲਾਂਡਰੀ, ਫ੍ਰੀ ਫੈਕਸ, ਫ੍ਰੀ ਟਰੱਕ ਪਾਰਕਿੰਗ, ਸ਼ਾਵਰ ਫ੍ਰੀ ਆ, ਤੇ ਇਹ ਸਹੂਲਤਾਂ ਮਿਲਣਗੀਆਂ। ਟਰੱਕਾਂ ਦਾ ਹੋਰ ਸਾਜੋ ਸਮਾਨ ਸਮੱਗਰੀ, ਖਾਣ ਪੀਣ ਦੇ ਬਹੁਤ ਬਿਹਤਰ ਪ੍ਰਬੰਧ ਨੇ, ਆਰਾਮ ਦੇ। ਤੇ ਇਸ ਦੇ ਲਈ ਤੁਸੀਂ ਹਮੇਸ਼ਾ ਯਾਦ ਰੱਖੋ ਆਰਲਿੰਗਟਨ ਫਿਊਲ ਸਟਾਪ 1801 ਪਾਇਓਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ। ਤੇ ਦੂਸਰਾ ਕਾਰੋਬਾਰ ਇਹਨਾਂ ਦਾ ਹੈ ਕੈਲੀਫੋਰਨੀਆ ਦੇ ਵਿੱਚ, ਉਹ ਹੈ ਲੋਸਟ ਹਿਲ ਟਰੈਵਲ ਸੈਂਟਰ, 14814 ਅਲੋਮ ਸਟਰੀਟ, ਲੋਸਟ ਹਿਲ, ਐਗਜ਼ਿਟ 208 ਤੇ। ਇਸ ਦੇ ਨਾਲ ਫਿਊਲ ਕੰਪਨੀਆਂ ਨੇ ਡੈਲਟਾ ਫਿਊਲ, ਮੋਬਾਈਲ ਐਕਸ਼ਨ ਮੈਰਾਥਨ, ਮੋਬਾਈਲ ਐਕਸ਼ਨ ਮੈਰਾਥਨ ਤੇ PNG ਫਿਊਲ ਦੀਆਂ ਸੇਵਾਵਾਂ ਵੀ, ਇਹਨਾਂ ਦੇ ਫਲੈਗਸ ਵੀ ਇਹਨਾਂ ਤੋਂ ਤੁਸੀਂ ਕਰਵਾ ਸਕਦੇ ਹੋ। ਬਲਬੀਰ ਸਿੰਘ ਉਸਮਾਨਪੁਰ ਤੇ ਹਰਜਾਪ ਸਿੰਘ ਹੋਰਾਂ ਦਾ ਧੰਨਵਾਦ। ਤੇ ਸੰਦੀਪ ਜੀ, ਜਿਸ ਤਰ੍ਹਾਂ 3600 ਸ਼ਿਕਾਇਤਾਂ ਕੀਤੀਆਂ ਨੇ, ਪਰ ਤੁਸੀਂ ਵੇਖੋ ਕਿ 5 ਸਾਲਾਂ ਦੇ ਦੌਰਾਨ 3600 ਸ਼ਿਕਾਇਤਾਂ ਦੇ ਵਿੱਚੋਂ ਸਿਰਫ 120 FIR ਹੋਈਆਂ ਨੇ, ਤੇ ਕਾਨੂੰਨਨ ਤੌਰ ਤੇ 420, 120 ਵੀ ਦੇ ਤਹਿਤ ਕਾਰਵਾਈ ਜਿਹੜੀ ਹੈ ਬਹੁਤ ਮੁਸ਼ਕਲ ਹੁੰਦੀ ਹੈ। ਸੁਸ਼ਮਾ ਸਵਰਾਜ ਹੋਰਾਂ ਨੇ ਕਾਫੀ ਇਨੀਸ਼ੀਏਟਿਵ ਲਿਆ ਸੀਗਾ, ਇਸ ਮਾਮਲੇ 'ਚ ਗੌਰ ਫਰਮਾਈ ਸੀ, ਉਦੋਂ ਕੰਮ ਕਾਫੀ ਹੋਇਆ ਸੀ। ਹੁਣ ਨਾ ਭਾਰਤ ਸਰਕਾਰ ਤੇ ਨਾ NRI ਅਦਾਲਤਾਂ ਤੇ ਨਾ ਪੰਜਾਬ ਦੇ NRI ਥਾਣੇ, ਨਾ NRI ਪੁਲਿਸਿੰਗ ਬਹੁਤਾ ਕੰਮ ਨਹੀਂ ਕਰ ਸਕੀ। ਗੁਰਪ੍ਰੀਤ ਦਿਓ ਜਦੋਂ IG ਸੀ ਉਦੋਂ ਕਾਫੀ ਕੰਮ ਹੋਇਆ ਸੀ NRI ਮਾਮਲਿਆਂ ਤੇ ਇਹ ਬਹੁਤ ਵੱਡਾ ਫਰਾਡ ਹੈ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ। 150 ਕਰੋੜ ਰੁਪਏ ਦਾ ਇਹ ਫਰਾਡ 120 FIR 'ਚ ਆ ਚੁੱਕਾ ਹੈ, ਤੇ ਬਾਕੀ ਜਿਹੜਾ ਫਰਾਡ ਹੈ ਉਹਦਾ ਅਜੇ ਪਤਾ ਨਹੀਂ ਲੱਗ ਸਕਿਆ। ਇਸ ਸੰਬੰਧੀ ਕਾਨੂੰਨਨ ਨਜ਼ਰੀਏ ਤੋਂ ਜਾਂ ਕਿਵੇਂ, ਜਿਸ ਤਰ੍ਹਾਂ ਲੋਕ ਕੰਟਰੈਕਟ ਕਰਦੇ ਨੇ ਸਟੈਪ ਬਾਈ ਸਟੈਪ, ਇਹਦੇ ਤੇ ਦਿਓ ਜਾਣਕਾਰੀ। ਜੀ ਸੰਦੀਪ ਜੀ। ਜੀ ਸਰ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਫਸਟ ਆਫ ਆਲ ਜਿਹੜਾ ਇਹ ਮੈਰਿਜ ਕੰਟਰੈਕਟ ਹੁੰਦਾ, ਦਿਸ ਇਜ਼ ਨਾਟ ਅ ਵੈਲਿਡ ਕੰਟਰੈਕਟ। ਇਹ ਕੰਟਰੈਕਟ ਵੈਲਿਡ ਨਹੀਂ ਹੈਗਾ। ਇਸ ਨੂੰ ਤੁਸੀਂ ਲੈ ਕੇ ਜਾਓਗੇ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਜਾਂ ਸਮਥਿੰਗ, ਕਿਤੇ ਵੀ ਤੁਸੀਂ ਅਪਰੋਚ ਕਰੋਗੇ, ਉਹ ਲੈ ਲੈਣਗੇ, FIR ਕਰ ਲੈਣਗੇ, ਬਟ ਆਪਣੀ ਪੁਲਿਸ ਦੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਦੇ ਕੈਨ ਫੋਲੋ ਦਿਸ, ਉਹਨੂੰ ਫੋਲੋ ਕਰਨੇ ਹੈ, ਉਹਨੂੰ ਫੋਲੋ ਅਪ ਕਰਨਾ ਇਸ ਚੀਜ਼ ਨੂੰ। ਬਟ ਹੁਣ ਇਸ ਦਾ ਸਭ ਤੋਂ ਵਧੀਆ ਤਰੀਕਾ ਜਿਹੜਾ ਹੈਗਾ ਇਸ ਚੀਜ਼ ਨੂੰ ਟੈਕਲ ਕਰਨੇ ਦਾ, ਕਿ ਤੁਹਾਡੇ ਨਾਲ ਇੱਕ ਤਰ੍ਹਾਂ ਦਾ ਫਰਾਡ ਤਾਂ ਹੋ ਹੀ ਗਿਆ ਹੈ। ਹੁਣ ਤੱਕ ਤੁਸੀਂ 40-45 ਲੱਖ ਰੁਪਇਆ ਆਪਣਾ ਖਰਾਬ ਕਰ ਚੁੱਕੇ ਆ, ਠੀਕ ਹੈ ਜੀ। ਤੇ ਉਸ ਤੋਂ ਪਹਿਲਾਂ ਕਿ ਮਤਲਬ ਮੈਂ ਤੁਹਾਨੂੰ ਕਿਸ ਤਰ੍ਹਾਂ ਸ਼ੁਰੂ ਕਰਾਂ ਕਿ ਇਹ ਜਾਣ ਤੋਂ ਪਹਿਲਾਂ ਦੀਆਂ ਚੀਜ਼ਾਂ ਜਾਂ ਜਾਣ ਤੋਂ ਬਾਅਦ ਜਦੋਂ ਇਹ ਹੋ ਗਿਆ ਆ ਤੇ ਉਹਨੂੰ ਸੋਲਵ ਕਿੱਦਾਂ ਕਰਨਾ ਹੈ? ਹਾਂਜੀ, ਜਾਣ ਤੋਂ ਪਹਿਲਾਂ ਆਪਾਂ ਸਟਾਰਟਿੰਗ 'ਚ ਡੀਲ ਕਰੀਏ, ਕਿਉਂਕਿ ਕੁਝ ਏਜੰਟ ਵੀ ਇਹ 'ਚ ਵਿਚੋਲਗੀ ਨਿਭਾਉਂਦੇ ਨੇ। ਉਹ ਕੁੜੀ ਨਾਲ ਕੰਟੈਕਟ ਕਰ ਲੈਂਦੇ ਨੇ, ਵਿਚੋਲੇ ਦਾ ਭੇਜਣ ਦਾ ਸਾਰਾ ਜੁਗਾੜ ਉਹਨਾਂ ਕੋਲ ਹੈ। ਉਹ ਜਿਹੜਾ ਸੈਕਸ ਰੈਕਟ ਵਾਲਾ ਕੁੜੀਆਂ ਨੂੰ ਵਰਤਦੇ ਨੇ ਉਹ ਵੱਖਰਾ ਧੰਦਾ ਹੈ। ਜਿਹੜਾ ਸ਼ਾਦੀ ਵਾਲਾ ਧੰਦਾ ਹੈ, ਮਸਲਨ ਜਦੋਂ ਕੋਈ ਵੀ ਬੰਦਾ ਇਹਨਾਂ ਦੇ ਸੰਪਰਕ 'ਚ ਆਉਂਦਾ ਹੈ ਤੇ ਪਹਿਲਾਂ ਉਹਨਾਂ ਨੂੰ ਕੀ ਤਹਿਕੀਕਾਤ ਉਸ ਲੜਕੀ ਦੇ ਬਾਰੇ ਕਰਨੀ ਚਾਹੀਦੀ ਹੈ, ਤੇ ਕੀ ਐਗਰੀਮੈਂਟ ਉਸ ਦੇ ਨਾਲ ਰਿਟਨ ਜਾਂ ਵਿਆਹ ਦੇ ਕਰਨੇ ਚਾਹੀਦੇ ਨੇ। ਜੀ ਸਰ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਐਗਰੀਮੈਂਟ ਕੀ ਕਰਨਾ ਚਾਹੀਦਾ, ਐਗਰੀਮੈਂਟ ਦੇ ਵਿੱਚ ਤੇ ਇਹ ਤਾਂ ਮਿਊਚੁਅਲ ਅੰਡਰਸਟੈਂਡਿੰਗ ਹੋ ਜਾਏਗੀ ਕਿ ਐਗਰੀਮੈਂਟ ਕੀਤਾ। ਐਗਰੀਮੈਂਟ ਵਿਆਹ ਇੱਕ ਐਗਰੀਮੈਂਟ ਨਹੀਂ ਹੁੰਦਾ ਫਸਟ ਆਫ ਆਲ ਜਿਹੜਾ ਹੈਗੇ ਆ। ਤੇ ਦੂਸਰਾ, ਜੇ ਤੁਸੀਂ ਉਸ ਤੋਂ ਪਹਿਲਾਂ ਜਦੋਂ ਵੀ ਮੈਰਿਜ ਕਰਵਾਉਂਦੇ ਆ ਤਾਂ ਉਹ ਮੈਰਿਜ ਰਜਿਸਟਰਡ ਜ਼ਰੂਰ ਹੋਣੀ ਚਾਹੀਦੀ ਆ, ਤੇ ਮੁੰਡਾ ਜਾਂ ਕੁੜੀ ਜਿਹੜਾ ਵੀ ਵੀਜ਼ਾ ਹੋਲਡਰ ਹੋਣਾ ਆ ਜਾਂ ਹੋਣੇ ਵਾਲਾ ਆ, ਉਹ ਜਿਹੜਾ ਹੈਗਾ ਆ ਉਹਦੀ ਪਾਸਪੋਰਟ ਤੇ ਉਹਦੇ ਹਸਬੈਂਡ ਜਾਂ ਸਪਾਊਸ ਦਾ ਨੇਮ ਹੋਣਾ ਬਹੁਤ ਜ਼ਰੂਰੀ ਹੈ।
ਕਿਉਂਕਿ ਅੱਜ ਕੱਲ ਕੀ ਕਰਦੇ ਆ ਕਿ ਉਹਨੂੰ ਡਿਸਕਲੋਜ਼ ਨਹੀਂ ਕਰਾਂਗੇ ਕਿ ਹਾਂ ਮੈਂ ਕੈਨੇਡਾ ਆ ਗਈ ਹਾਂ, ਵੀਜ਼ਾ ਆ ਗਿਆ, ਸਭ ਕੁਛ ਆ ਗਿਆ, ਕੈਨੇਡਾ ਆ ਗਏ। ਦੇ ਵਿਲ ਡਿਸਕਲੋਜ਼ ਇਟ ਐਜ਼ ਕਿ ਹਾਂਜੀ ਆਈ ਐਮ ਸਿੰਗਲ, ਮੈਂ ਸਿੰਗਲ। ਮਸਲਨ ਸਭ ਤੋਂ ਪਹਿਲੀ ਗੱਲ ਤਾਂ ਕਿ ਜੇ ਤੁਹਾਡੀ ਐਗਰੀਮੈਂਟ ਹੁੰਦਾ ਹੈ ਉਹਨਾਂ ਦੇ ਨਾਲ ਤੇ ਉਸ ਤੋਂ ਬਾਅਦ ਪੇਪਰ ਜਿਹੜੀ ਕੰਟਰੈਕਟ ਮੈਰਿਜ ਹੈ, ਮੈਰਿਜ ਤਾਂ ਸ਼ੋਅ ਕਰਨੀ ਹੈ, ਮਤਲਬ ਮੈਰਿਜ ਸਰਟੀਫਿਕੇਟ 'ਚ ਤੁਹਾਡਾ ਸਪਾਊਸ ਕੇਸ ਨਾ ਹੋਵੇ, ਹੈ ਨਾ, ਸਪਾਊਸ ਦਾ ਦੋਨਾਂ ਦਾ। ਫਿਰ ਉਸ ਲੜਕੀ ਦੇ ਜਾਂ ਲੜਕੇ ਦੇ ਪਾਸਪੋਰਟ ਦੇ ਵਿੱਚ ਵੀ ਸਪਾਊਸ ਦਾ, ਪਤੀ ਜਾਂ ਪਤਨੀ ਦਾ ਨਾਂ ਦਰਜ ਕਰਾਇਆ ਜਾਵੇ। 2 ਡਾਕੂਮੈਂਟ ਵੈਲਿਡ ਨੇ ਤਾਂ ਜੋ ਬਾਹਰ ਜਾਣ ਵਾਲਾ ਆਪਣੇ ਆਪ ਨੂੰ ਸਿੰਗਲ ਨਾ ਸ਼ੋਅ ਕਰ ਸਕੇ। ਹਾਂਜੀ, ਕਿਉਂਕਿ ਜਦੋਂ ਪਾਸਪੋਰਟ ਤੇ ਨਾਮ ਚੜ੍ਹ ਜਾਏਗਾ, ਉਹ ਕਦੀ ਵੀ, ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਪਾਸਪੋਰਟ ਤੇ ਨਾਮ ਚੜਿਆ ਹੋਏਗਾ ਤੇ ਉਹ PR ਲੈਣ ਵੇਲੇ ਪੁੱਛਣਗੇ ਕਿ ਹਾਂਜੀ ਇਹ ਹਸਬੈਂਡ ਹੈ ਤੁਹਾਡਾ, ਤੇ ਦੱਸੋ ਇਹਦਾ ਕੀ ਬਣਿਆ, ਕਿ ਵੈਦਰ ਯੂ ਆਰ ਸਿੰਗਲ, ਯੂ ਆਰ ਲਿਵਿੰਗ ਸੈਪਰੇਟ, ਤੁਸੀਂ ਅਲੱਗ ਰਹਿ ਰਹੇ ਆ, ਜਾਂ ਤੁਸੀਂ ਕਿੱਦਾਂ ਕਰਕੇ ਵੀ ਤੁਹਾਡੇ ਇਹਦੇ ਹਸਬੈਂਡ ਕਿੱਥੇ ਆ, ਉਹ ਗੱਲ ਜ਼ਰੂਰ ਪੁੱਛਣਗੇ। ਤੇ ਬਟ ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, USA ਹੋ ਗਿਆ, ਇਹਨਾਂ ਕੰਟਰੀਜ਼ ਦੇ ਵਿੱਚ ਲਾਅ ਹੈ ਕਿ ਡਜ਼ਨਟ ਮੈਟਰ ਤੁਸੀਂ 1 ਸਾਲ ਕੈਨੇਡਾ ਦੇ ਵਿੱਚ ਰਹਿੰਦੇ ਆ ਤੇ ਉਸ ਤੋਂ ਬਾਅਦ 1 ਸਾਲ ਰਹਿਣ ਤੋਂ ਬਾਅਦ ਤੁਸੀਂ ਜਿਹੜਾ ਡਿਵੋਰਸ ਦਾ ਵੀ ਫਾਈਲ ਕਰ ਸਕਦੇ ਆ ਇੰਡੀਪੈਂਡੈਂਟਲੀ, ਵਿਦਆਊਟ ਕੰਸਰਨ ਆਫ ਯੂਅਰ ਪਾਰਟਨਰ। ਕਿਉਂਕਿ ਜਦੋਂ ਕੁੜੀਆਂ ਇੱਥੋਂ ਜਾਂਦੀਆਂ ਉਹ ਕਹਿੰਦੀਆਂ ਕਿ ਹੁਣ 1 ਸਾਲ ਹੋ ਗਿਆ ਮੇਰਾ ਕੋਈ ਰਾਬਤਾ ਨਹੀਂ ਰਿਹਾ ਉਹਨਾਂ ਦੇ ਨਾਲ, ਪਿੱਛੇ ਕਿ ਮੇਰਾ ਹਸਬੈਂਡ ਦੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ, ਕੁਛ ਨਹੀਂ ਹੋ ਰਿਹਾ, ਆਪਾਂ 1 ਸਾਲ ਤੋਂ ਅਲੱਗ ਰਹਿ ਰਹੇ ਆ, ਮੈਂ ਇੱਥੇ ਰਹਿ ਰਹੀ ਹਾਂ, ਉੱਥੇ ਰਹਿ ਰਿਹਾ, ਤੇ ਮੈਂ ਹੁਣ ਡਿਵੋਰਸ ਚਾਹੁੰਦੀ ਹਾਂ। ਤੇ ਉਹ ਡਿਵੋਰਸ ਜਿਹੜਾ ਕੈਨੇਡੀਅਨ ਗਵਰਨਮੈਂਟ ਜਿਹੜੀ ਆ ਉਹ ਈਜ਼ੀਲੀ ਮੰਨ ਲੈਂਦੀ ਆ। ਓਕੇ। ਤੇ ਉਸ ਤੋਂ ਇਹ ਹੈ ਕਿ ਹੁਣ ਤੁਸੀਂ ਆਲਰੇਡੀ ਜਿਹੜਾ ਠੱਗੀ ਦੇ ਵਿੱਚ ਫਸ ਚੁੱਕੇ ਆ ਤੇ ਉਹਦੇ ਨਿਭਣ ਦੇ ਲਈ ਇਹ ਹੈ ਕਿ ਤੁਸੀਂ ਹੁਣ ਉਹਦੀ PR ਜਾਂ ਉਹਦੀ ਅੱਗੇ ਦੀ ਜੋ ਵੀ ਹੈਗੀ ਸਿਚੁਏਸ਼ਨ, ਜੋ ਵੀ ਉਹਨੇ ਕਰਨਾ ਹੈ, ਉਹਦੇ ਵਿੱਚ ਹੁਣ ਤੁਸੀਂ ਆਪਣਾ ਕਿਆ ਕਹਿ ਰਹੇ ਕਿ ਆਪਾਂ ਇੱਕ ਰੋੜਾ ਖੜਾ ਕਰ ਸਕਦੇ ਹਾਂ, ਜਿਹਦੇ ਕਰਕੇ ਉਹਨੂੰ ਤੁਹਾਡੇ ਕੋਲ ਆਉਣਾ ਹੀ ਪਏਗਾ। ਮਸਲਾ ਇਹ ਉਹੀ ਹੈ ਕਿ ਧੌਣ ਮਰੋੜੀ ਜਾਵੇ ਕਿ ਉਹਦਾ ਜਦੋਂ PR ਸਟੇਟਸ ਆਉਣਾ ਹੈ, ਉਹਨੇ ਜਦੋਂ PR ਲੈਣੀ ਹੈ ਤੇ ਉਦੋਂ ਉਹ ਜੇ ਤਾਂ ਉਹ ਸਿੰਗਲ ਸ਼ੋਅ ਕਰ ਗਈ ਕਿ 1 ਸਾਲ, ਜੇ ਉਹਨੇ ਸਪੋਜ਼ ਕਰੋ ਮਸਲਨ ਤੁਹਾਡਾ ਸਪਾਊਸ ਕੇਸ ਪਵਾਇਆ ਹੀ ਨਹੀਂ, ਹੈ ਨਾ, ਤੁਸੀਂ ਮੈਰਿਜ ਪ੍ਰੂਵ ਨਹੀਂ ਕਰ ਸਕਦੇ, ਫਿਰ ਤਾਂ ਤੁਸੀਂ ਉਹਦਾ ਕੁਝ ਨਹੀਂ ਵਿਗਾੜ ਸਕਦੇ। ਜੇ ਉਹਨੇ ਸਪਾਊਸ ਤੁਹਾਡੇ ਦਾ ਜਿਹੜਾ ਹੈਗਾ ਕਾਲਮ ਦੇ ਵਿੱਚ ਮਤਲਬ ਮੈਰਿਜ ਸਟੇਟਸ ਸ਼ੋਅ ਕੀਤਾ ਹੋਇਆ, ਪਾਸਪੋਰਟ ਦੇ ਵਿੱਚ ਹੈ ਜਾਂ ਹੋਰ ਡਾਕੂਮੈਂਟ ਦੇ ਵਿੱਚ ਹੈ ਜਿਹੜੇ ਉਹਨੇ ਉੱਥੇ ਮੈਸੇਜ ਚਲਾਏ ਨੇ, ਤੇ ਫਿਰ ਉਹਨਾਂ ਦੇ ਹੁੰਦਿਆਂ ਵੀ ਉਹ ਆਪਣੇ ਆਪ ਨੂੰ ਕਿਵੇਂ ਸਿੰਗਲ ਸ਼ੋਅ ਕਰੇਗੀ, ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਜੀ? ਜਿਹੜਾ ਉਹ ਕਹਿੰਦੀ ਹੈ ਕਿ ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ, ਮੈਂ ਇਕੱਲੀ ਰਹਿ ਰਹੀ ਹਾਂ, ਕਿਉਂਕਿ ਸਾਰੇ ਦੇਸ਼ ਇਸ ਨੂੰ ਇਕੱਲੇ ਰਹਿਣ ਨੂੰ ਉਹ ਐਕਸੈਪਟ ਕਰ ਲੈਂਦੇ ਨੇ ਕਿ ਠੀਕ ਹੈ ਸਿੰਗਲ ਰਹਿ ਰਹੀ ਹੈ, ਇਹਦਾ ਕੋਈ ਸੋਰਸ ਨਹੀਂ ਹੈ, ਉਹ 1 ਸਾਈਡਡ ਡਿਗਰੀ ਹੋ ਜਾਂਦੀ ਹੈ ਉਹਦੇ ਕੇਸ 'ਚ, ਇੱਕ ਤਰਫਾ ਮਤਲਬ ਡਿਵੋਰਸ ਕਹਿ ਲਈਏ ਇਹਨੂੰ ਜੀ। ਪਰ ਉਹ ਡਿਵੋਰਸ ਜਿਹੜਾ 1 ਸਾਈਡਡ ਡਿਗਰੀ ਡਿਵੋਰਸ ਆ ਉਹ ਇੰਡੀਆ ਦੇ ਵਿੱਚ ਵੈਲਿਡ ਨਹੀਂ ਹੈ। ਤੇ ਇਸ ਤੋਂ ਬਚਣ ਲਈ ਤਰੀਕੇ ਇਹ ਹੈ ਕਿ ਲਾਈਕ ਮੋਰ ਓਵਰ ਕਿ ਉਹ ਕੁੜੀ ਕੀ ਕਰ ਰਹੀ ਹੈ, ਕਿਸ ਵੇਲੇ ਉਹ ਪਾ ਰਹੀ ਆ, ਉਸ ਦੇ ਲਈ ਤੁਹਾਨੂੰ ਲੀਗਲ ਓਪੀਨੀਅਨ ਜਿਹੜਾ ਹੁੰਦਾ ਉਹ ਥੋੜਾ ਬਹੁਤਾ ਲੈਣਾ ਹੀ ਪੈਂਦਾ ਹੈਗਾ, ਜਿਹੜਾ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਪੈਂਦਾ। ਉਸ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਕੁੜੀ ਹੁਣ 3-4 ਮਹੀਨੇ ਤੋਂ ਮੇਰੇ ਨਾਲ ਸੰਪਰਕ ਨਹੀਂ ਕਰ ਰਹੀ ਜਾਂ ਗੱਲਬਾਤ ਨਹੀਂ ਕਰ ਰਹੀ, ਤਾਂ ਉਸ ਟਾਈਮ ਤੋਂ ਹੀ ਤੁਹਾਨੂੰ ਇਹ ਸ਼ੁਰੂ ਕਰ ਦੇਣਾ ਚਾਹੀਦਾ ਆਪਣਾ ਪ੍ਰੋਸੈਸ ਕਿ ਆਪਣੇ ਜਿਹੜੇ ਈਮੇਲਸ ਹੈ ਉਹ MEA ਨੂੰ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੇ ਕੈਨੇਡੀਅਨ ਹਾਈ ਕਾਉਂਸਲੇਟ ਨੂੰ ਤੇ ਇੰਡੀਅਨ ਕੌਂਸਲੇਟ ਜਨਰਲ ਨੂੰ ਕੈਨੇਡਾ ਦੇ ਵਿੱਚ, ਇਹ ਆਪਣੀ ਸਾਰੀ ਸਿਚੁਏਸ਼ਨ ਜਿਹੜੀ ਹੈ ਭੇਜ ਦੇਣੀ ਚਾਹੀਦੀ ਹੈ। ਬਿਕੋਜ਼ ਉੱਥੋਂ ਹੀ ਉਹ ਦੇਖ ਕੇ ਸਾਰਾ ਆਪਣੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਡੇਟਾ ਭੇਜਦੇ ਆ ਕਿ ਆਹ ਦੇਖੋ ਇਹ ਕੁੜੀ, ਆਹ ਮੁੰਡਾ, ਜਾਂ ਇਸ ਤਰ੍ਹਾਂ ਹੀ। ਔਰ ਮਸਲਾ ਜੇ ਉਹ ਤੁਹਾਡੇ ਨਾਲ ਨਹੀਂ ਵੀ ਸੰਪਰਕ ਕਰਦੀ ਤਾਂ ਵੀ ਤੁਸੀਂ ਉਸ ਨੂੰ ਆਪਣਾ ਪਤੀ ਹੋਣ ਦਾ ਸਬੂਤ ਹੈ ਜਿਹੜਾ ਵੱਖ-ਵੱਖ, ਜਿਸ ਤਰ੍ਹਾਂ ਇੰਡੀਅਨ ਕੌਂਸਲੇਟ, ਫੋਰਨ ਮਿਨਿਸਟਰੀ ਜਾਂ ਉੱਥੋਂ ਦੀ ਕੈਨੇਡੀਅਨ ਇਮੀਗ੍ਰੇਸ਼ਨ, ਉਹਨਾਂ ਨੂੰ ਭੇਜ ਦਿਓ ਆਪਣਾ ਸਟੇਟਸ। ਹਾਂਜੀ, ਤੁਸੀਂ ਆਪਣਾ ਸਟੇਟਸ ਹਮੇਸ਼ਾ ਭੇਜਦੇ ਰਹੋ, ਡਜ਼ਨਟ ਮੈਟਰ ਕਿ ਤੁਸੀਂ ਉਹ ਅਸੈਪਟ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਤੁਸੀਂ ਆਪਣੀ ਜਿਹੜੀ ਡਿਟੇਲਸ, ਆਪਣੀ ਕਮਿਊਨੀਕੇਸ਼ਨ ਉਹ ਜਾਰੀ ਰੱਖੋ। ਤੇ ਉਹਦੀ ਕੋਈ ਬਣਾ ਬਣਾਈ ਜਾਵੇ, ਉਹਨਾਂ ਨੂੰ ਕੀ ਬਣਾ ਬਣਾਈ ਜਾਵੇ ਕਿ ਮੇਰੀ ਪਤਨੀ, ਅਗਲਾ ਕਹਿੰਦਾ ਠੀਕ ਹੈ ਤੇਰੀ ਪਤਨੀ ਦਾ ਤੇਰੇ ਨਾਲ ਹੋਊਗਾ ਕੋਈ, ਮਤਲਬ ਇੰਡੀਆ 'ਚ ਡਿਸਪਿਊਟ ਦਾ ਉਹਨੂੰ ਭੇਜਿਆ ਜਾਵੇ ਉਹਨਾਂ ਨੂੰ, ਜਾਂ ਸਿਰਫ ਕੀ ਭੇਜਿਆ ਜਾਵੇ? ਨਹੀਂ ਸਰ, ਇੰਡੀਆ 'ਚ ਜਦੋਂ ਆਪਾਂ ਡਿਸਪਿਊਟ ਦਾ ਭੇਜਦੇ ਆ ਤਾਂ ਉਹਨੂੰ ਡਿਸਪਿਊਟ ਹੀ ਲੈ ਲੈਂਦੇ ਆ, ਤੇ ਉਹ ਐਜ਼ ਫਾਰ ਐਜ਼ ਡਿਸਪਿਊਟ ਲੈ ਲੈਂਦੇ ਆ। ਤਾਂ ਹੁਣ ਚਲੋ ਇਹ ਐਥੀਕਲ ਗੱਲ ਨਹੀਂ ਹੈਗੀ ਕਿ ਆਪਾਂ ਕਹਿ ਰਹੇ ਕਿ ਆਪਾਂ ਹੁਣ ਧੱਕਾ ਕਰੀਏ, ਜਾਂ ਧੱਕਾ ਵੀ ਨਹੀਂ ਕਹਿ ਰਹੇ ਕਿ ਸਾਡੇ ਨਾਲ ਜੋ ਹੋਇਆ ਉਹੀ ਆਪਾਂ ਅੱਗੇ ਕਰੀਏ। ਮਤਲਬ ਕਹਿਣ ਦਾ ਇਹ ਆ
ਕਿ ਆਪਾਂ ਉਹਨੂੰ ਐਜ਼ ਅ ਡਿਸਪਿਊਟ ਨਹੀਂ ਭੇਜਣਾ, ਉਹਨੂੰ ਐਜ਼ ਅ ਫਸਟ ਆਫ ਆਲ ਆਪਾਂ ਕੰਸਲਟ ਕਰਾਂਗੇ ਉਹਦੇ ਕਾਲਜ ਨੂੰ, ਕੈਨੇਡੀਅਨ ਇਮੀਗ੍ਰੇਸ਼ਨ ਨੂੰ, ਜਾਂ ਜਿਸ ਵੀ ਕੰਟਰੀ ਦੇ ਵਿੱਚ ਹੈਗਾ ਉਸ ਇਮੀਗ੍ਰੇਸ਼ਨ ਨੂੰ, ਕਿ ਮੇਰੀ ਵਾਈਫ ਤੁਹਾਡੇ ਕੰਟਰੀ ਦੇ ਵਿੱਚ ਐਜ਼ ਅ ਸਟੂਡੈਂਟ ਆਈ ਸੀ ਪੜ੍ਹਨ ਦੇ ਲਈ, ਬਟ ਹੁਣ ਕਈ 3-4 ਮਹੀਨਿਆਂ ਤੋਂ ਮੇਰਾ ਕੰਟੈਕਟ ਕਿਸੇ ਵੀ ਤਰ੍ਹਾਂ ਉਹਦੇ ਨਾਲ ਹੋ ਨਹੀਂ ਰਿਹਾ। ਹੁਣ ਦੱਸੋ ਕਿ ਯੂ ਆਰ ਰਿਸਪੋਂਸਿਬਲ ਕਿ ਕਾਲਜ ਆ ਰਹੀ ਹੈ ਕਿ ਨਹੀਂ ਆ ਰਹੀ? ਕਾਲਜ ਦੇ ਵਿੱਚ ਇਸ ਵੇਲੇ ਹੈ ਤਾਂ ਮੇਰੀ ਗੱਲ ਕਰਵਾਓ ਵੀ ਇੱਕ ਤਰੀਕੇ ਨਾਲ ਇਹ ਕਿਹਾ ਜਾਵੇ ਕਿ ਉਹ ਇੱਥੇ ਆ ਕੇ ਮਿਸਿੰਗ ਹੈ ਜਾਂ ਮੇਰੇ ਸੰਪਰਕ 'ਚ ਨਹੀਂ ਹੈ, ਮੇਰੀ ਹੈਲਪ ਕਰੋ, ਇਹ ਸ਼ੋਅ ਕੀਤਾ ਜਾਵੇ ਨਾ ਪੰਜਾਬੀ ਭਾਸ਼ਾ 'ਚ। ਹਾਂਜੀ ਹਾਂਜੀ, ਪੰਜਾਬੀ ਭਾਸ਼ਾ 'ਚ ਇਹੀ ਹੈ ਕਿ ਜਿੱਦਾਂ ਤੁਹਾਡੇ ਨਾਲ ਹੋਈ ਹੈ ਉਦਾਂ ਹੀ ਹੁਣ ਟੇਢੀ ਉਂਗਲੀ ਨਾਲ ਧੇ ਕੱਢਣਾ ਹੀ ਪੈਣਾ। ਤੇ ਉਹ ਹੈ ਕਿ ਯੂ ਸਿੰਪਲੀ ਹੈਵ ਟੂ ਸੇ ਕਿ ਮੇਰੇ ਨਾਲ ਆ ਹੋਈ ਹੈ, ਮੇਰੇ ਨਾਲ ਕੰਟੈਕਟ ਨਹੀਂ ਹੋ ਰਿਹਾ, ਮੇਰਾ ਕੰਟੈਕਟ ਕਰਵਾਓ। ਤੇ ਉਹ ਕੰਟੈਕਟ ਕੌਣ ਕਰਵਾ ਸਕਦਾ ਹੈ? ਜਾਂ ਤਾਂ ਇਮੀਗ੍ਰੇਸ਼ਨ ਕਰਵਾ ਸਕਦੀ ਆ, ਜਾਂ ਉੱਥੇ ਦੀ ਪੁਲਿਸ ਕਰਵਾ ਸਕਦੀ ਆ, ਜਾਂ ਕਾਲਜ ਕਰਵਾ ਸਕਦਾ, ਕੋਈ ਵੀ ਉਹ ਕਰਵਾ ਸਕਦਾ। ਤੇ ਤੁਸੀਂ ਆਪਣੀ ਜਿਹੜੀ ਕਨਵਰਸੇਸ਼ਨ, ਆਪਣੀ ਕੋਰਸਪੋਂਡੈਂਸ ਜਾਰੀ ਰੱਖਣੀ ਹਰ ਕਿਸੇ ਦੇ ਨਾਲ ਕਿ ਮੇਰੀ ਵਾਈਫ ਇਜ਼ ਰਿਜ਼ਾਈਡਿੰਗ ਇਨ ਕੈਨੇਡਾ ਔਰ ਐਨੀ ਕੰਟਰੀ। ਮਸਲਨ ਜਿਹੜੀ ਉਹਨੂੰ ਵਾਈਫ ਨਾਲ ਤੁਹਾਡਾ ਸੰਪਰਕ ਹੈ, ਕਿਸੇ ਵੀ ਤਰ੍ਹਾਂ ਦਾ ਈਮੇਲ ਹੈ, ਵਟਸਐਪ ਹੈ ਜਾਂ ਫੋਨ ਹੈ, ਉਹ ਕਾਲ ਡਿਟੇਲ ਜੇ ਉਹ ਨਹੀਂ ਵੀ ਰਿਸਪੌਂਸ ਕਰਦੀ, ਵਾਈਫ ਨੂੰ ਵੀ ਕਰਦੇ ਰਹਿਣ ਤਾਂ ਜੋ ਪ੍ਰੂਫ ਨਾਲ ਲੱਗੇ। ਹਾਂਜੀ ਹਾਂਜੀ ਬਿਲਕੁਲ। ਭਾਵੇਂ ਉਹ 1 ਸਾਲ 2 ਸਾਲ ਤੁਹਾਨੂੰ ਬੋਦਰ ਹੀ ਨਹੀਂ ਕਰਦੀ, ਕੋਈ ਰਿਸਪੌਂਸ ਨਹੀਂ ਕਰਦੀ, ਫਿਰ ਵੀ ਉਹਦੇ ਨਾਲ ਕਮਿਊਨੀਕੇਸ਼ਨ ਦਾ ਸਬੂਤ ਤੁਸੀਂ ਕੈਨੇਡੀਅਨ ਇਮੀਗ੍ਰੇਸ਼ਨ ਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਦਿੰਦੇ ਰਹੋ। ਸਰ ਜਦੋਂ ਤੁਸੀਂ ਆਪਣਾ ਫਰਾਡ ਹੀ ਡਿਕਲੇਅਰ ਕਰ ਦਿੱਤਾ ਤਾਂ ਉਹਦੇ ਵਿੱਚ ਕੀ ਹੋਏਗਾ ਕਿ ਫਰਾਡ ਹੀ ਡਿਕਲੇਅਰ ਕਰ ਦਿੱਤਾ ਤਾਂ ਤੁਹਾਡਾ ਜਿਹੜਾ MEA ਵੀ ਆ ਉਹ ਵੀ ਕੁਛ ਜਿਹੜੀ ਆ ਤੁਹਾਡੀ ਹੈਲਪ ਨਹੀਂ ਕਰ ਪਾਉਂਦੀ, ਕਿਉਂਕਿ ਪਰਸਨਲ ਐਕਸਪੀਰੀਅੰਸ ਨਾਲ ਮੈਨੂੰ ਪਤਾ ਕਿ MEA ਦੇ ਨਾਲ ਕੀ ਹੁੰਦਾ ਕਿ ਉਹਨਾਂ ਨੂੰ ਇਹ ਕਹੋ ਕਿ ਡਿਸਰਸ਼ਨ ਡਿਸਰਸ਼ਨ ਦਾ ਮਤਲਬ ਹੈ ਕਿ ਕੁੜੀ ਮੇਰੇ ਨਾਲ ਵਿਆਹ ਕਰਾ ਕੇ ਚਲੇ ਗਈ ਤੇ ਉੱਥੇ ਜਾ ਕੇ ਹੁਣ ਮੈਨੂੰ ਇੱਕ ਤਰ੍ਹਾਂ ਦਾ ਇਗਨੋਰ ਕਰ ਦਿੱਤਾ, ਛੱਡ ਦਿੱਤਾ ਤੇ ਮੇਰੇ ਨਾਲ ਕੋਈ ਕੰਟੈਕਟ ਹੋ ਨਹੀਂ ਰਿਹਾ ਉਹਦਾ। ਜਿਸ ਤਰ੍ਹਾਂ ਪਹਿਲਾਂ ਮੁੰਡੇ ਕਰਦੇ ਸੀਗੇ ਉਸੇ ਤਰ੍ਹਾਂ ਹੁਣ ਉਹ ਕੁੜੀਆਂ ਵੀ ਕਰ ਰਹੀਆਂ। ਤੇ ਉਸ ਚੀਜ਼ ਦਾ ਜਿਹੜਾ MEA ਦੇ ਵਿੱਚ ਔਰ ਇੰਡੀਅਨ ਕੌਂਸੂਲੇਟ ਦੇ ਵਿੱਚ ਔਰ ਜਿਹੜਾ ਤੁਹਾਡਾ ਕੈਨੇਡੀਅਨ ਕੌਂਸੂਲੇਟ ਦੇ ਵਿੱਚ ਇਹ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਪਹੁੰਚਣੀ ਬਹੁਤ ਜ਼ਰੂਰੀ ਹੈ, ਤਾਂ ਕਿ ਜਦੋਂ ਵੀ ਉਹ ਕੋਈ ਕੁੜੀ ਕੇਸ ਲੌਂਚ ਕਰਦੀ ਹੈ ਕਿ ਤੁਹਾਡੇ ਨਾਲ ਡਿਵੋਰਸ ਦਾ ਕਰਦੀ ਹੈ ਜਾਂ ਕਿਸੇ ਵੀ ਕਰਦੀ ਹੈ ਤੇ ਉਹ ਉਹਨਾਂ ਦੇ ਨੋਟਿਸ 'ਚ ਹੋਣਾ ਚਾਹੀਦਾ। ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ ਨਾ ਜੀ। ਹਾਂਜੀ, ਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਦੱਸਣ ਦਾ ਇਹ ਫਾਇਦਾ ਆ ਕਿ ਜਦੋਂ ਵੀ ਉਹ ਇੰਡੀਆ ਆਉਣਾ ਚਾਹੇਗੀ ਜਾਂ ਆਏਗੀ ਜਾਂ ਸਮਥਿੰਗ, ਉਹਨੂੰ ਏਅਰਪੋਰਟ ਤੇ ਜਿਹੜਾ ਉਹਨੂੰ ਪ੍ਰੋਬਲਮ ਸਾਹਮਣਾ ਕਰਨਾ ਪਏਗਾ ਉਹਦਾ। ਓਕੇ। ਤੇ ਜੇ ਤੁਸੀਂ ਇੰਨੇ ਸਮਾਰਟ ਹੈਗੇ ਆ ਤੇ ਥੋੜਾ ਬਹੁਤਾ ਜਿਹੜਾ ਆਪਣਾ ਕੀ ਆ ਲੀਗਲ ਫੀਸ ਦੇ ਦੂ ਕੇ ਆਪਣੀ ਕਰ ਸਕਦੇ ਆ ਤਾਂ ਤੁਸੀਂ ਬੇਸਿਕਲੀ ਉਹਨੂੰ ਇੰਡੀਆ ਆਉਣ ਤੋਂ ਵੀ ਰੋਕ ਸਕਦੇ ਆ। ਮਸਲਨ ਇਹ ਨਹੀਂ ਕਿ ਉਹ ਜੇ ਤੁਸੀਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਵੀ ਸਾਰੀ ਇਸ ਤਰ੍ਹਾਂ ਦਿੰਦੇ ਹੋ ਵੀ ਮੇਰਾ ਇਸ ਤਰ੍ਹਾਂ ਦੇਖੋ ਮੇਰਾ ਵਿਆਹ ਹੋਇਆ ਵਾ, ਇਹ ਮੇਰਾ ਮੈਰਿਜ ਸਰਟੀਫਿਕੇਟ ਹੈ, ਇਹ ਪਾਸਪੋਰਟ ਦੇ ਵਿੱਚ ਸਪਾਊਸ ਦੇ ਤੌਰ ਤੇ ਮੈਂ ਦਰਜ ਹਾਂ, ਤੇ ਉਸ ਦੌਰਾਨ ਮਤਲਬ ਤੁਸੀਂ ਚੁੱਪ ਕਰਕੇ ਥਾਣੇ ਕਚਹਿਰੀਆਂ 'ਚ ਫਿਰਨ ਦੀ ਬਜਾਏ ਮਿਨਿਸਟਰੀ ਆਫ ਐਕਸਟਰਨਲ ਅਫੇਅਰ, ਅਮਰੀਕਨ ਜਾਂ ਕੈਨੇਡੀਅਨ ਜਿੱਥੇ ਵੀ ਹੈ ਉਹਨਾਂ ਦੇ ਵਿਦੇਸ਼ ਮੰਤਰਾਲੇ, ਐਮਬੈਸੀਜ਼, ਉਹਨਾਂ ਨੂੰ ਭੇਜਦੇ ਰਹੋ ਤੇ ਉੱਥੋਂ ਮਤਲਬ ਇੰਡੀਅਨ ਏਅਰਪੋਰਟ ਤੋਂ ਆਉਣ ਤੋਂ ਉਹਨੂੰ ਰੋਕਿਆ ਜਾ ਸਕਦਾ ਜਾਂ ਉੱਥੇ ਗ੍ਰਿਲ ਹੋ ਸਕਦਾ। ਸੰਬੰਧਿਤ ਥਾਣੇ 'ਚ ਕੋਈ ਪ੍ਰੈਸ਼ਰ ਨਹੀਂ ਬਣਦਾ, ਹੈ ਨਾ? ਨਹੀਂ ਜੀ ਸਰ, ਸੰਬੰਧਿਤ ਥਾਣੇ ਵਿੱਚ ਕੋਈ ਐਡਾ ਪ੍ਰੈਸ਼ਰ ਨਹੀਂ ਬਣਦਾ, ਕਿਉਂਕਿ ਉਹ ਕੀ ਹੁੰਦਾ ਕਿ ਤੁਹਾਨੂੰ ਵੀ ਪਤਾ ਹੈ ਕਿ ਪੁਲਿਸ ਆਪਣੇ ਇੰਡੀਅਨ ਕੰਮਾਂ 'ਚ ਹੀ ਇੰਨੇ ਬਿਜ਼ੀ ਆ ਕਿ ਉਹ ਜਿਹੜੇ ਆ ਕਿ ਉਹ ਆਪਣੇ they won't be able to contact MEA and then ਉਹ ਐਡਾ ਵੱਡਾ ਕੇਸ ਅੱਗੇ ਲੈ ਕੇ ਜਾਣ ਉੱਥੇ ਤੱਕ ਕਿ ਉਹ ਆਪਣਾ ਕਰਨ। ਤੇ ਇਸ ਲਈ ਹਾਂ ਜ਼ਰੂਰ ਕਰ ਲਓ, ਨੋ ਡਾਊਟ ਮੇ ਬੀ ਦੇ ਕੈਨ ਹੈਲਪ, ਉਹ ਵੀ ਹੈਲਪ ਕਰ ਸਕਦੇ ਆ ਜੀ। ਤੇ ਉਹ ਕਰਨ ਇਸ ਵਕਤ ਸੰਦੀਪ ਜੀ ਆਪਣੇ ਨਾਲ ਇਸ ਵਕਤ ਇੱਕ ਕਾਲਰ ਜੁੜੇ ਨੇ ਕੈਨੇਡਾ ਤੋਂ, ਆਪਾਂ ਉਹਨਾਂ ਦੀ ਇਨਪੁਟ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ। ਇੰਦਰਪ੍ਰੀਤ, ਸਵਾਗਤ ਹੈ ਤੁਹਾਡਾ, ਵੈਲਕਮ ਟੋਣਾ ਸਾਹਿਬ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਦੀਪ ਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਇੱਕ ਸਭ ਤੋਂ ਬੜਾ ਕਾਰਨ ਜਿਹੜਾ ਅੱਜ ਕੱਲ ਫਰਾਡ ਦੇ ਵਿੱਚ ਸਭ ਤੋਂ ਵੱਧ ਇਹ ਆਉਂਦਾ ਕਿ ਨਾ ਜਿਹੜਾ ਵਿਆਹ ਹੁੰਦਾ ਕੁੜੀ ਦੇ ਜਿਹੜੀ ਫਲਾਈਟ ਆ ਉਸ ਤੋਂ ਸਿਰਫ ਹਫ਼ਤਾ 10 ਦਿਨ ਪਹਿਲਾਂ ਰੱਖਿਆ ਜਾਂਦਾ, ਉਹਦੇ ਵਿੱਚ ਫਿਰ ਨਾ ਤਾਂ ਟਾਈਮ ਹੁੰਦਾ ਪਾਸਪੋਰਟ 'ਚ ਨਾਮ ਪਾਉਣ ਦਾ, ਨਾ ਰਜਿਸਟ੍ਰੇਸ਼ਨ ਦਾ ਟਾਈਮ ਹੁੰਦਾ। ਇਹ ਵੀ ਵਿੱਚ ਗੱਲ ਜ਼ਰੂਰ ਐਡ ਕਰ ਦਿਓ ਕਿ ਓਨਾ ਕੁ ਟਾਈਮ ਰੱਖਿਆ ਜਾਵੇ ਜੇ ਪ੍ਰੋਪਰ ਮੈਰਿਜ ਕਰਨੀ ਹੈ, ਕਿ ਜਿਵੇਂ ਬਾਈ ਜੀ ਦੱਸ ਰਹੇ ਨੇ ਵੀ ਆਹ ਚੀਜ਼ ਨਾਮ ਪਾਉਣਾ, ਕਿਉਂਕਿ ਮਹੀਨਾ 1.5 ਮਹੀਨਾ ਤਾਂ ਲੱਗ ਜਾਂਦਾ ਮੈਰਿਜ ਰਜਿਸਟਰਡ ਕਰਾਉਣ ਨੂੰ। ਤੇ ਇੱਕ ਮੇਰਾ ਸਵਾਲ ਸੀਗਾ ਇਹਨਾਂ ਨੂੰ, ਦੂਸਰੀ ਜਿਵੇਂ ਇਹ ਕਹਿੰਦੇ ਨੇ ਕਿ ਜਿਹੜਾ ਵਿਆਹ ਦਾ ਕੰਟਰੈਕਟ ਤਾਂ ਆਪਾਂ ਨਹੀਂ ਲੈ ਸਕਦੇ ਕਿਉਂਕਿ ਉਹ ਤਾਂ ਇਲੀਗਲ ਹੈ ਵਿਆਹ, ਮੈਰਿਜ ਇਜ਼ ਨਾਟ ਅ ਕੰਟਰੈਕਟ।
ਤੇ ਪਰ ਉਹਦੇ ਨਾਲ ਕੁਝ ਬਾਈਂਡਿੰਗਸ ਜੋੜ ਕੇ, ਜਿਵੇਂ ਕੋਈ ਵਿਆਹ ਕਰਾਉਂਦਾ 50 ਲੱਖ ਰੁਪਇਆ ਲੱਗ ਹੀ ਜਾਂਦਾ ਦੋਨੇ ਪਾਰਟੀਆਂ ਦਾ ਮਿਲ ਮਿਲਾ ਕੇ, ਵੀ ਉਹ ਹੋਣਾ ਚਾਹੀਦਾ ਵੀ ਜੇ ਕੋਈ ਬੰਦਾ ਇਸ ਵਿਆਹ ਦੇ ਤੋੜੂਗਾ ਤਾਂ ਉਹਦੇ ਕੌਨਸੀਕੁਐਂਸਿਸ ਜਿਹੜਾ ਵੀ ਤੋੜੂਗਾ, ਜੇ ਕੁੜੀ ਪਹਿਲ ਕਰਦੀ ਹੈ ਡਿਵੋਰਸ ਦੀ ਜਿਵੇਂ ਕੈਨੇਡਾ ਆ ਕੇ ਤਾਂ ਉਹ ਦਵੇ ਖਰਚਾ, ਜੇ ਮੁੰਡਾ ਕਰਦਾ ਤਾਂ ਉਹ ਦਵੇ। ਇਹ ਚੀਜ਼ਾਂ ਕਦੇ ਤੁਹਾਡੇ ਮਤਲਬ ਆਈਆਂ ਨੇ ਇਹ ਸਾਹਮਣੇ, ਕਦੇ ਏਦਾਂ ਦਾ ਕੋਈ ਸੈੱਟ ਹੋਇਆ ਹੋਵੇ ਪ੍ਰੈਸੀਡੈਂਟ? ਇਹਦੇ ਬਾਰੇ ਜ਼ਰੂਰ ਦੱਸਿਓ, ਕਿਉਂਕਿ ਜੇ ਇਹ ਚੀਜ਼ਾਂ ਨਹੀਂ ਜੋੜਾਂਗੇ ਤਾਂ ਬਾਕੀ ਜਿਹੜਾ ਇੰਡੀਆ ਆਊਗੀ ਤਾਂ ਓਬਵੀਅਸਲੀ ਜਿਹੜੀ ਪੁਲਿਸ ਕਲੀਅਰੈਂਸ ਆ ਉਹਨੂੰ ਨਹੀਂ ਮਿਲਣੀ, ਤੇ ਉਹ ਤਾਂ ਹੀ ਜੇ ਉਹਦਾ ਕੋਈ ਮਤਲਬ ਦੁੱਖ ਦੀ ਰੱਖ ਕਿਸੇ ਦੇ ਇੱਕ ਦੂਜੇ ਦੇ ਕੋਲ ਹੋਊਗੀ ਤਾਂ ਇਹ ਹੈ। ਬਾਕੀ ਮੈਂ ਇਹੀ ਸੁਣਦਾ ਬਾਈ ਜੀ ਆਫੀਅਰ ਇਹ ਜ਼ਰੂਰ ਦੱਸਿਓ ਵੀ ਕਿਸ ਤਰੀਕੇ ਨਾਲ ਲੀਗਲਾਈਜ਼, ਦੇਖੋ ਵੀ ਹਰੇਕ ਹੀ ਚਾਹੁੰਦਾ ਕੰਟਰੈਕਟ ਤਾਂ ਹੁਣ ਕਰਦੇ ਨੇ, ਆਪਾਂ ਵੀ ਗਲਤ ਹੁੰਦੇ ਆ ਉਸ ਦੇ ਵਿੱਚ ਕਈ ਵਾਰੀ, ਪਰ ਦੋਨੇ ਬੰਦਿਆਂ ਨੂੰ ਇਮਾਨਦਾਰ ਰੱਖਣ ਵਾਸਤੇ ਕੋਈ ਇਹੋ ਜਿਹੀ ਦੋਨਾਂ ਨੂੰ ਬਾਈਂਡ ਕੀਤਾ ਜਾਵੇ ਕਿਸ ਤਰੀਕੇ ਨਾਲ ਹੋ ਸਕਦਾ। ਆਪਾਂ ਕੰਟਰੈਕਟ ਦੀ ਗੱਲ ਨਾ ਕਰੀਏ ਕਿਉਂਕਿ ਫਿਰ ਉਹ ਤਾਂ ਮੂਲੋਂ ਹੀ ਗੱਲ ਗਲਤ ਹੋ ਜਾਂਦੀ। ਜੀ ਥੈਂਕ ਯੂ ਮਿਹਰਬਾਨੀ। ਬਿਲਕੁਲ ਸੰਦੀਪ ਜੀ, ਇੰਦਰਪ੍ਰੀਤ ਟਿਵਾਣਾ ਹੋਰਾਂ ਦਾ ਸਵਾਲ ਸੀਗਾ ਐਡਮਿੰਟਨ ਤੋਂ। ਕਹਿੰਦੇ ਇੱਕ ਤਾਂ ਇਹ ਹੈ ਕਿ ਸਮਾਂ ਬਹੁਤ ਘੱਟ ਆਉਂਦਾ, ਕਿਉਂਕਿ ਉਹ ਕਹਿੰਦੇ ਚੋਰ ਦੇ ਪੈਰ ਨਹੀਂ ਹੁੰਦੇ। ਉਹਨਾਂ ਨੂੰ ਐ ਹੁੰਦਾ ਕਿ ਫਟਾਫਟ ਕਾਹਲੀ ਵਿਆਹ ਕਰੋ, ਹਫ਼ਤੇ 'ਚ ਹੀ ਵਿਆਹ ਲਾਵਾਂ ਸਭ ਕੁਛ ਨਿਬੇੜ ਕੇ, ਕਿਉਂਕਿ ਜੇ ਵਿਆਹ ਲੰਮਾ ਹੋਏਗਾ ਕੁੜੀ ਤੇ ਮੁੰਡਾ ਨਿੱਜੀ ਤੌਰ ਤੇ ਸੰਪਰਕ ਚਾਹੁਣਗੇ, ਲੜਕੀਆਂ ਉਸ ਤੋਂ ਵੀ ਗਰੇਜ਼ ਕਰਦੀਆਂ ਨੇ ਕਿ ਮੈਂ ਸੇਜ ਨਹੀਂ ਹੰਡਾਉਣ ਦੇਣੀ, ਉਹ ਵੀ ਕਾਰਨ ਹੁੰਦਾ ਹੈ। ਤੇ ਦੂਸਰਾ ਉਸ ਦੌਰਾਨ ਸ਼ਾਰਟ ਟਾਈਮ ਦੇ ਦੌਰਾਨ ਨਾ ਤਾਂ ਮੈਰਿਜ ਰਜਿਸਟਰਡ ਹੋ ਪਾਉਂਦੀ ਹੈ, ਮੈਰਿਜ ਸਰਟੀਫਿਕੇਟ ਨਹੀਂ ਮਿਲਦਾ, ਤੇ ਪਾਸਪੋਰਟ ਦੇ ਵਿੱਚ ਸਪਾਊਸ ਦਾ ਨਾਂ ਜਿਹੜਾ ਹੈਗਾ ਉਹ ਸ਼ਾਮਲ ਹੋਣ ਤੋਂ ਉਹ ਬਚ ਜਾਂਦੇ ਨੇ। ਤੇ ਇਸ ਕਰਕੇ ਉਹ ਥੋੜੇ ਸਮੇਂ 'ਚ ਇਹ ਬਹੁਤਾ ਕੰਮ ਕਿਵੇਂ ਨੇਪਰੇ ਚੜੇ, ਜਾਂ ਮੁੱਢਲੀ ਸ਼ਰਤ ਇਹ ਰੱਖੀ ਜਾਵੇ ਕਿ ਭਾਈ ਸਾਡੇ ਕੋਲ ਪੈਸੇ ਨਹੀਂ ਤਿਆਰ ਹੋਏ ਜਾਂ ਇੰਨਾ ਟਾਈਮ ਲੱਗੇਗਾ, ਤੁਸੀਂ ਆਹ ਸ਼ਰਤਾਂ ਕੰਪਲੀਟ ਕਰੋ, ਕਿਉਂਕਿ ਉਹ ਚੋਰ ਦੇ ਪੈਰ ਨਹੀਂ ਹੁੰਦੇ। ਏਜੰਟ ਜਿਹੜੇ ਜਾਂ ਕੁੜੀ ਜਿਨ੍ਹਾਂ ਦੇ ਮਨ 'ਚ ਪਹਿਲਾਂ ਹੀ ਮੈਲ ਹੁੰਦੀ ਹੈ ਤੇ ਉਹ ਇੱਦਾਂ ਦੀ ਤਰਕੀਬ ਰੱਖਦੇ ਨੇ ਕਿ ਬਸ ਫਟਾਫਟ ਵਿਆਹ ਹੋਵੇ ਤੇ ਮੁੜਦੀ ਗੱਡੀ ਤਾਂ ਦੂਰ, ਬਾਰ-ਬਾਰ ਹੀ ਸਾਰਾ ਕੁਝ ਹੋ ਜਾਏ ਤਾਂ ਜੋ ਕੁੜੀ ਦੀ ਇੱਜ਼ਤ ਆਬਰੂ ਤੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਮੁੰਡਾ ਨਾ ਕਰ ਸਕੇ। ਦੂਸਰਾ ਕਹਿੰਦੇ ਜਿਸ ਤਰ੍ਹਾਂ ਇਹ ਮੈਰਿਜ ਦੇ ਵਿੱਚ ਜਿਹੜਾ ਖਰਚਾ ਕੰਟਰੈਕਟ ਦੀ ਜਗ੍ਹਾ ਕੋਈ ਇਸ ਤਰ੍ਹਾਂ ਦੀ ਸ਼ਰਤ ਬਾਉਂਡ ਹੋਵੇ ਕਿ ਹਿੰਦੂ ਮੈਰਿਜ ਐਕਟ ਦੇ ਵਿੱਚ ਜਾਂ ਇੰਡੀਅਨ ਮੈਰਿਜ ਸਿਸਟਮ ਦੇ ਵਿੱਚ ਇੱਦਾਂ ਦਾ ਕੋਈ ਸਿਸਟਮ ਹੈ ਕਿ ਵੀ ਜਿਹੜੀ ਧਿਰ ਉਹ ਕਰੂਗੀ ਵਿਆਹ ਦਾ ਖਰਚਾ ਉਹਨੂੰ ਦੇਣਾ ਪਏਗਾ ਕੰਟਰੈਕਟ ਦੀ ਬਜਾਏ, ਜੇ ਇਹ ਹੋ ਜਾਏ ਕਿ ਵਿਆਹ ਤੇ ਅਸੀਂ ਇੰਨਾ ਖਰਚ ਕੀਤਾ, ਜਿਹੜਾ ਇਸ ਰਿਸ਼ਤੇ ਨੂੰ ਬੰਧਨ ਨੂੰ ਤੋੜੇਗਾ ਉਹਨੂੰ ਇਹ ਜਿਹੜਾ ਉਸ ਦਾ ਹਰਜਾਨਾ ਦੇਣਾ ਪਏਗਾ। ਕੋਈ ਇਦਾਂ ਦੀ ਮਦਦ ਕੰਮ ਕਰ ਸਕਦੀ ਹੈ ਇਹਦੇ 'ਚ? ਜੀ ਕੰਟੀਨਿਊ ਸੰਦੀਪ ਜੀ। ਜਿਹੜਾ ਕਿ ਕਹਿ ਰਹੇ ਆ ਕਿ ਟਾਈਮ ਬਹੁਤ ਘੱਟ ਹੁੰਦਾ ਹੈਗਾ, ਤੇ ਉਸ ਦੇ ਵਿੱਚ ਜੇ ਤਾਂ ਤੁਸੀਂ ਹੁਣ ਕੰਟਰੈਕਟ ਕਰਨਾ ਹੀ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲੀ ਸ਼ਰਤ ਹੀ ਇਹ ਰੱਖੋ ਕਿ ਜਿਹੜਾ ਜਦੋਂ ਮੈਰਿਜ ਤੋਂ ਬਾਅਦ, ਮੈਰਿਜ ਸਰਟੀਫਿਕੇਟ ਤੋਂ ਬਾਅਦ ਜਿਹੜੀ ਤੁਹਾਡੀ ਸਪਾਊਸ ਦਾ ਨੇਮ ਹੈ ਜਿਹੜਾ ਉਹ ਪਾਸਪੋਰਟ ਤੇ ਚੜ੍ਹਨਾ ਜ਼ਰੂਰੀ ਹੈ, ਕਿ ਉਹ ਏਜੰਟ ਨਾਲ ਵੀ ਰੱਖੋ ਆਪਣੇ ਦੇ ਨਾਲ, ਤੇ ਤੁਸੀਂ ਉਹ ਜਿਹੜਾ ਪਾਸਪੋਰਟ ਤੇ ਚੜਾਉਣਾ ਉਹ ਜ਼ਰੂਰੀ ਹੈ, ਔਰ ਉਹਦੀ ਡੈਕਲੇਰੇਸ਼ਨ ਵੀ ਦੇਣੀ ਜ਼ਰੂਰੀ ਹੈ ਕਿ ਤੁਸੀਂ ਇੱਥੋਂ ਵੀ ਜਾ ਰਹੇ ਆ। ਕਿਉਂਕਿ ਏਜੰਟ ਕੀ ਕਰਦੇ, ਉਹ ਕਹਿੰਦੇ ਆ ਕਿ ਹਾਂਜੀ ਨਹੀਂ ਜੀ ਕੋਈ ਨਹੀਂ ਏਦਾਂ ਕਰਦੇ ਆ ਓਦਾਂ ਕਰਦੇ ਆ, ਤੇ ਉਹ ਕੀ ਕਰਦੀ, ਕੁੜੀ ਕੀ ਕਰਦੀ, ਡਿਕਲੇਅਰ ਕਰਦੀ ਕਿ ਮੈਂ ਸਿੰਗਲ ਹਾਂ ਜੀ। ਠੀਕ ਹੈ ਜੀ। ਜਦੋਂ ਇਹ ਤੁਹਾਡੇ ਕੋਲ ਇਹ ਇੱਕ ਪਲੱਸ ਪੁਆਇੰਟ ਰਹੇਗਾ ਕਿ ਤੁਹਾਡਾ ਜਿਹੜਾ ਪਾਸਪੋਰਟ ਦੇ ਉੱਪਰ ਨਾਮ ਚੜਿਆ ਹੋਇਆ ਹੈ ਸਪਾਊਸ ਦਾ ਤੁਹਾਡੇ, ਤੇ ਉਹ ਚੀਜ਼ ਜਿਹੜੀ ਹੈ ਤੁਸੀਂ ਚਾਹੇ 6 ਮਹੀਨੇ ਲੇਟ ਹੋ ਜਾਏ, ਤੁਸੀਂ 45-50 ਲੱਖ ਰੁਪਏ ਦਾ ਕਰ ਰਹੇ ਆ ਜੋ ਵੀ ਆਪਣਾ ਸਪੈਂਡ ਕਰ ਰਹੇ ਆ, ਠੀਕ ਹੈ ਜੀ। ਉਹਦੇ ਲਈ ਜਿਹੜੇ ਇੱਕ ਸਮੈਸਟਰ ਦੀ ਬਜਾਏ ਅਗਲੇ ਸਮੈਸਟਰ ਹੋ ਜਾਏ ਤਾਂ ਤੁਸੀਂ ਉਹ ਸ਼ੋਰ ਹੋ ਜਾਂਦੇ ਹੋ। ਉਸ ਦੇ ਵਿਚਕਾਰ ਹੀ ਤੁਹਾਨੂੰ ਇੰਡੀਆ ਦੇ ਵਿੱਚ ਹੀ ਬੈਠੇ ਪਤਾ ਲੱਗ ਜਾਂਦਾ ਕਿ ਵੈਦਰ ਸ਼ੀ ਇਜ਼ ਵਿਲਿੰਗ ਟੂ ਡੂ ਇਟ ਔਰ ਨਾਟ। ਉਹਨੇ ਉੱਥੇ ਜਾ ਕੇ ਇਹ ਕੰਮ ਕਰਨਾ ਜਾਂ ਨਹੀਂ ਕਰਨਾ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ, ਠੀਕ ਹੈ ਜੀ। ਤੇ ਦੂਸਰੀ ਗੱਲ ਉਹਨਾਂ ਨੇ ਜਿਹੜੀ ਪੁੱਛਿਆ ਕਿ ਵਿਆਹ ਦੇ ਵਿੱਚ ਖਰਚੇ ਦਾ, ਇਸ ਤਰ੍ਹਾਂ ਦਾ ਕੋਈ ਅਜੇ ਤੱਕ ਮੈਂ ਕੇਸ ਨਹੀਂ ਮਤਲਬ ਕਿ ਦੇਖਿਆ ਜਿਹਦੇ ਵਿੱਚ ਇੱਦਾਂ ਦਾ ਕੋਈ ਮੈਂਸ਼ਨ ਕੀਤਾ ਹੋਵੇ ਕਿ ਜੇ ਨਹੀਂ ਗਈ ਜਾਂ ਕੁਛ ਹੋਵੇਗਾ ਤਾਂ ਉਹ ਪੈਸੇ ਵਾਪਸ ਹੋਣਗੇ ਜਾਂ ਕਿੱਦਾਂ ਹੋਣਗੇ। ਉਹ ਹਿੰਦੂ ਮੈਰਿਜ ਐਕਟ ਦੇ ਵਿੱਚ ਉਹ ਚੀਜ਼ ਨਹੀਂ ਆਉਂਦੀ। ਹਾਂਜੀ ਇਹ ਹੋ ਸਕਦਾ ਆ ਕਿ ਜੇ ਤੁਸੀਂ ਆਪਣਾ ਥੋੜਾ ਬਹੁਤਾ ਆਪਣੇ ਪ੍ਰੈਜੈਂਟੇਸ਼ਨ ਆਪਣੀ ਕਰਕੇ ਕੈਨੇਡੀਅਨ ਵਕੀਲ ਦੇ ਨਾਲ, ਕਿਸੇ ਵੀ ਵਕੀਲ ਦੇ ਨਾਲ ਜਾਂ ਜਿਹੜੇ ਫੈਮਿਲੀ ਲਾਇਰਸ ਹੈਗੇ ਆ ਉਹਨਾਂ ਦੇ ਨਾਲ ਕਰਕੇ ਆਪਣੀ ਰੀਪ੍ਰੈਜ਼ੈਂਟੇਸ਼ਨ ਕਰ ਸਕਦੇ ਆ, ਤਾਂ ਉਹਦੇ ਵਿੱਚ ਤੁਸੀਂ ਯੂ ਕੈਨ ਚੈਲੰਜ ਦੈਟ ਡਿਵੋਰਸ। ਉਹ ਡਿਵੋਰਸ ਨੂੰ ਤੁਸੀਂ ਚੈਲੰਜ ਕਰ ਸਕਦੇ ਆ ਇੰਡੀਅਨ ਕੋਰਟ ਦੇ ਵਿੱਚ ਤੇ ਕੈਨੇਡੀਅਨ ਕੋਰਟ ਦੇ ਵਿੱਚ ਵੀ। ਉਹਦੇ ਵਿੱਚ ਏਦਾਂ ਹੋਏਗਾ ਕਿ ਫਿਰ ਤਾਂ ਉਹ ਨਾ ਹੀ ਕੁੜੀ ਨੂੰ PR ਮਿਲੇਗੀ ਤੇ ਨਾ ਹੀ ਉਹ ਡਿਵੋਰਸ ਹੋ ਪਾਏਗਾ ਉਹਦਾ, ਤੇ ਉਹਨੂੰ ਫਿਰ ਇੱਕ ਵਾਰੀ ਤੁਹਾਡੀ ਡਿਵੋਰਸ ਦੇ ਲਈ
ਇੰਡੀਆ ਆਉਣਾ ਹੀ ਪਏਗਾ ਉਹਨੂੰ। ਤੇ ਉਸ ਟਾਈਮ ਤੇ ਤੁਸੀਂ ਇਹ ਸ਼ਰਤ ਰੱਖ ਸਕਦੇ ਆ ਕਿ ਵੈਦਰ ਹੁਣ ਤੁਸੀਂ ਆਪਣਾ ਜਿਹੜਾ ਆ ਯੂ ਵਾਂਟ ਟੂ ਕੰਟੀਨਿਊ ਵਿਦ ਦੈਟ ਯੂਅਰ PR ਸਿਸਟਮ ਔਰ ਵਟਸੋਐਵਰ, ਉਹਦੇ ਵਿੱਚ ਉਹਨੂੰ ਰੁਕਾਵਟ ਜਿਹੜੀ ਮਹਿਸੂਸ ਹੋਏਗੀ ਤੇ ਆਏਗੀ ਤੇ ਤੁਹਾਡੇ ਨਾਲ ਕੰਟੈਕਟ ਕਰੇਗੀ। ਉਸ ਵਿੱਚ ਸਾਡੇ ਕੋਲ ਦੋ ਜਿਹੜੇ ਆਪਸ਼ਨਸ ਬਚਦੇ ਆ, ਸਿਰਫ ਦੋ ਆਪਸ਼ਨਸ ਹੀ ਬਚਦੇ ਆ ਕਿ ਜਿਹੜੇ ਇੱਕ ਤਾਂ ਤੁਸੀਂ ਉਹਨੂੰ ਖਰਾਬ ਕਰਨਾ, ਜਿਹਨੂੰ ਕਹੋ ਕਿ ਸੰਦੀਪ ਜੀ 1 ਮਿੰਟ ਹੋਲਡ ਰੱਖਣਾ, ਆਪਣੇ ਨਾਲ ਇੱਕ ਸਰੋਤੇ ਜੁੜੇ ਨੇ, ਆਪਾਂ ਉਹਨਾਂ ਨੂੰ ਨਾਲ ਲੈ ਲਈਏ ਫਿਰ ਆਪਾਂ ਕੰਟੀਨਿਊ। ਥੋੜੀ ਜਿਹੀ ਤੁਹਾਨੂੰ ਡਿਸਟਰਬੈਂਸ ਕਿਤੇ ਕਿਤੇ ਆਏਗੀ ਜੀ। ਤੁਸੀਂ ਔਨ 에ਅਰ ਹੋ ਬਾਈ ਜੀ, ਕੀ ਕਹਿਣਾ ਚਾਹੁੰਦੇ ਹੋ? ਸਵਾਗਤ ਹੈ ਤੁਹਾਡਾ। ਹਾਂਜੀ ਦਵਾਨਾ ਜੀ, ਜਿਹੜੀ ਲੜਕੀਆਂ ਇੱਥੋਂ ਵਿਆਹ ਕਰਕੇ ਜਾਂਦੀਆਂ, ਬਾਹਰ ਪੜ੍ਹਨ ਲਈ ਜਾਂਦੇ, ਮੁੰਡੇ ਨਾਲ ਕੰਟੈਕਟ ਕਰਦੀਆਂ, ਉਹ ਸਾਰੀਆਂ ਲੜਕੀਆਂ ਜਿਹੜੀਆਂ ਆ ਆਮ ਤੌਰ ਤੇ ਵਿਆਹ ਹੁੰਦਾ, ਕੋਰਟ ਮੈਰਿਜ ਹੁੰਦੀ ਆ ਔਰ ਸਭ ਕੁਝ ਹੋ ਜਾਂਦਾ, ਪਰ ਜਦੋਂ ਉਹ ਜਾਂਦੀਆਂ ਬਾਹਰ ਉਹਨਾਂ ਦੇ ਡਾਕੂਮੈਂਟ ਜਿਹੜੇ ਹੈਗੇ ਆ ਉਹਦੇ ਵਿੱਚ ਸ਼ੋਅ ਕਰਦੇ ਆ ਕਿ ਅਨਮੈਰਿਡ ਜੀ। ਉਹ ਅਨਮੈਰਿਡ ਜਿਹੜੀਆਂ ਫਿਰ ਜਾ ਕੇ ਕੁੜੀਆਂ ਦੇ ਬਾਹਰ ਜਾ ਕੇ ਜੁੜ ਜਾਂਦੀਆਂ ਜੀ। ਫਿਰ ਇੱਥੇ ਰੌਲਾ ਪੈਂਦਾ ਇਸ ਗੱਲ ਦਾ। ਮੈਂ ਆਹੀ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਇਹਨਾਂ ਜਿਹੜੇ ਹੁੰਦੇ ਆ, ਇਹਨਾਂ ਦਾ ਮੈਰਿਜ ਹੋਣ ਤੋਂ ਬਾਅਦ ਪਾਸਪੋਰਟ ਦੇ ਉੱਪਰ ਜਿਹੜੀ ਆ ਉਹ ਮੈਰਿਜ ਸ਼ੋਅ ਕੀਤੀ ਜਾਵੇ। ਉਹੀ ਗੱਲ ਇਹਨਾਂ ਨੇ। ਥੈਂਕ ਯੂ, ਮਿਹਰਬਾਨੀ। ਬਿਲਕੁਲ, ਜਦੋਂ ਉਹ ਸਿੰਗਲ ਸ਼ੋਅ ਕਰਦੀ ਹੈ ਨਾ ਤੇ ਕੋਈ ਵੀ ਕਾਨੂੰਨ ਤੁਹਾਡੀ ਉੱਥੇ ਹੈਲਪ ਨਹੀਂ ਕਰੇਗਾ, ਇਹ ਗੱਲ ਤਾਂ ਕਲੀਅਰ ਹੈ। ਇਸ ਕਰਕੇ ਕਿਉਂਕਿ ਏਜੰਟਾਂ ਦੀ ਵੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਉਹ ਵੀ ਸਿੰਗਲ ਸ਼ੋਅ ਕਰਨ ਦੇ ਚੱਕਰ 'ਚ ਰਹਿੰਦੇ ਨੇ, ਤੇ ਲੜਕੇ ਵਾਲਿਆਂ ਨੂੰ ਇਹ ਹੁੰਦਾ ਕਿਉਂਕਿ ਉਦੋਂ ਅਸੀਂ ਕਹਿੰਦੇ ਆ ਨਾ ਕਿ ਕੰਧਾਂ ਦੇ ਵੀ ਕੰਨ ਹੁੰਦੇ ਨੇ, ਕਿਸੇ ਰਿਸ਼ਤੇਦਾਰ ਦੀ ਵੀ ਸਲਾਹ ਨਹੀਂ ਲੈਂਦੇ ਵੀ ਸਾਡੇ ਮੁੰਡੇ ਦਾ ਰਿਸ਼ਤਾ ਹੋ ਗਿਆ, ਦੱਸਣਾ ਨਹੀਂ ਕਿਸੇ ਨੂੰ। ਧਾਰਮਿਕ ਸਥਾਨ ਤੇ ਜਿਹੜੀ ਸੁੱਖ ਸੁੱਖੀ ਆ ਉਹ ਲਹਾਇਆ ਉਹ ਕਿ ਦੱਸਣਾ ਕਿਸੇ ਨੂੰ ਨਹੀਂ। ਚੋਰੀ ਚੋਰੀ ਬੁੱਕਲ 'ਚ ਗੁੜ ਭੰਨਦੇ ਆ ਤੇ ਫਿਰ ਸੁਆਹ ਹੈ ਜਿਹੜੀ ਸਾਰੇ ਪੰਜਾਬ 'ਚ ਕੀ ਸਾਰੇ ਸੰਸਾਰ 'ਚ ਉੱਡਦੀ ਹੈ। ਇਸ ਦੇ ਵਿੱਚ ਜਿਹੜਾ ਅੰਜਾਮ ਤੋਂ ਆਗਾਜ਼ ਤੱਕ ਦਾ ਜਿਹੜਾ ਆਗਾਜ਼ ਤੋਂ ਅੰਜਾਮ ਤੱਕ ਦਾ ਜਿਹੜਾ ਸਫ਼ਰ ਹੈ। ਇੱਕ ਸਰੋਤੇ ਹੋਰ ਜੁੜੇ ਨੇ, ਉਹਨਾਂ ਦੀ ਇਨਪੁਟ ਲੈਣੇ ਆ। ਤੁਹਾਡੇ ਜ਼ਿਹਨ 'ਚ ਕੋਈ ਸਵਾਲ ਹੋਵੇ, ਕੋਈ ਪੀੜਤ ਧਿਰ ਹੋਵੇ, ਕੋਸ਼ਿਸ਼ ਹੈ ਉਹ ਵੀ ਆਪਣਾ ਪੱਖ ਰੱਖ ਸਕਦੀ ਹੈ। ਤੁਸੀਂ ਔਨ 에ਅਰ ਹੋ ਸਰ, ਵੈਲਕਮ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਮੀਤ ਸਿੰਘ ਬੋਲ ਰਿਹਾ ਜੀ। ਮੈਂ ਗੁਰਮੀਤ, ਹਾਂਜੀ ਸਵਾਗਤ ਹੈ ਤੁਹਾਡਾ। ਹਾਂਜੀ, ਮੈਂ ਪੁੱਛਣਾ ਸੀਗਾ ਵੀ ਜਦੋਂ +2 ਕਰ ਜਾਂਦੇ ਆ ਮੁੰਡਾ ਚਾਹੇ ਕੁੜੀ, ਦੀ ਉਮਰ ਤਾਂ 17-18 ਸਾਲ ਹੀ ਹੁੰਦੀ ਹੈ। ਕਈ ਵਾਰੀ +2 ਤੋਂ ਬਾਅਦ ਜਦੋਂ ਉਹਨਾਂ ਦੇ ਵਿਆਹ ਹੋ ਜਾਂਦੇ ਦੋਨਾਂ ਮੁੰਡੇ ਦਾ ਔਰ ਕੁੜੀ ਦਾ, ਕੁੜੀ ਤਾਂ ਇਹ ਕਿ ਉਹ 18 ਸਾਲ ਦੀ ਹੋ ਜਾਂਦੀ, ਮੁੰਡਾ 21 ਸਾਲ ਤੱਕ ਹੁੰਦਾ ਮੇਰੇ ਖਿਆਲ ਚ। ਹਾਂਜੀ, ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਇਹਦਾ ਬੱਚੇ ਦਾ। ਜੇ ਮੁੰਡੇ ਦੀ ਉਮਰ ਘੱਟ ਆ ਤਾਂ ਉਹ ਵੀ ਜਿਹੜੀ ਮੈਰਿਜ ਹੈ ਫਿਰ ਉਹ ਇਲੀਗਲ ਹੋ ਸਕਦੀ ਹੈ, ਨਾਬਾਲਗ ਵਾਲੀ। ਕੋਈ ਨਹੀਂ, ਹਾਂ ਉਸ ਪੁਆਇੰਟ ਤੇ ਵੀ ਗੱਲ ਹੋ ਸਕਦੀ, ਕਰਦੇ ਹਾਂ। ਥੈਂਕ ਯੂ, ਮਿਹਰਬਾਨੀ, ਉਸ ਤੇ ਵੀ ਗੱਲ ਕਰਦੇ ਹਾਂ ਜੀ। ਸੰਦੀਪ ਜੀ, ਇਹਦੇ ਚ ਪਹਿਲੇ ਬਾਈ ਜੀ ਕਹਿ ਕੇ ਗਏ ਨੇ ਅਮਰੀਕਾ ਵਾਲੇ, ਕਹਿੰਦੇ ਵੀ ਜਿਹੜਾ ਸਿੰਗਲ ਸ਼ੋਅ ਕਰਦੇ ਆ ਉਹੀ ਉਹਨਾਂ ਦੀ ਤਾਕਤ ਬਣ ਜਾਂਦਾ ਹੈ ਕਿ ਉਸ ਨੂੰ ਕਿਵੇਂ ਨਾ ਕਿਵੇਂ ਰੋਕਿਆ ਜਾਵੇ ਕਿ ਸਿੰਗਲ ਸਟੇਟਸ ਸ਼ੋਅ ਨਾ ਕਰ ਸਕੇ ਲੜਕੀ ਜਾਂ ਲੜਕਾ ਜੋ ਵੀ ਕੰਟਰੈਕਟ ਕਰਕੇ ਜਾਂਦੇ ਨੇ। ਦੂਜਾ, ਬਹੁਤ ਸਾਰੇ ਮਾਮਲਿਆਂ 'ਚ ਜਿਸ ਤਰ੍ਹਾਂ ਉਹ ਅਜੇ ਨਾਬਾਲਗ ਹੁੰਦੇ ਆ, 18 ਜਾਂ 21 ਦੀ ਜਿਹੜੀ ਸੀਮਾ ਹੈ ਉਹ ਪੂਰੀ ਨਹੀਂ ਕਰ ਪਾਉਂਦੇ, ਉਸ ਕੇਸ 'ਚ ਕਈ ਵਾਰੀ ਉਹ ਬਹਾਨਾ ਲਾ ਜਾਂਦੇ ਨੇ ਕਿ ਸਾਡੀ ਤਾਂ ਜੀ ਉਮਰ ਛੋਟੀ ਹੈ, ਅਸੀਂ ਰਜਿਸਟਰਡ ਨਹੀਂ ਕਰਾ ਸਕਦੇ। ਜੇ ਨਾਬਾਲਗ ਕੇਸ ਰਜਿਸਟਰਡ ਕਰਾਵਾਂਗੇ ਤਾਂ ਸਾਨੂੰ ਦਿੱਕਤ ਆਵੇਗੀ। ਕੋਈ ਏਜੰਟ ਇਸ ਬਣਾ ਤੇ ਵੀ ਮਤਲਬ ਭੱਜ ਸਕਦਾ ਮੈਰਿਜ ਸਰਟੀਫਿਕੇਟ ਜਾਂ ਸਪਾਊਸ ਦਾ ਨਾਂ ਪਾਸਪੋਰਟ 'ਚ ਐਂਟਰ ਕਰਾਉਣ ਤੋਂ। ਤੇ ਦੂਸਰਾ, ਜਿਵੇਂ ਤੁਸੀਂ ਕਲੀਅਰ ਹੀ ਕੀਤਾ ਕਿ ਇਹ ਜਿਵੇਂ ਟਿਵਾਣਾ ਸਾਹਿਬ ਨੇ ਪੁੱਛਿਆ ਸੀ ਕਿ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈ, ਕਵਾਇਦ ਨਹੀਂ ਹੈ ਕਿ ਜਿਹੜਾ ਖਰਚਾ ਹੈ ਭਾਈ ਜਿਹੜੀ ਤੇਰ ਭੱਜੇਗੀ ਕੰਟਰੈਕਟ ਤੋਂ ਉਹ ਦਵੇਗੀ। ਇਹਦੇ ਤੇ ਥੋੜੀ ਕੋਈ ਇਨਪੁਟ ਤਿੰਨਾਂ ਪੁਆਇੰਟ ਤੇ ਦੇ ਦਿਓ। ਤੇ ਦੂਸਰਾ, ਜਿਸ ਤਰ੍ਹਾਂ ਤੁਸੀਂ ਆਖਿਆ ਕਿ ਉੱਥੇ ਤੁਸੀਂ ਇਹ ਨਹੀਂ ਕਹਿਣਾ ਅਮਰੀਕਨ ਇਮੀਗ੍ਰੇਸ਼ਨ ਨੂੰ, ਜਿਵੇਂ ਲੋਕ ਕਹਿੰਦੇ ਨੇ ਆਹ ਦੇਖੋ ਜੀ ਅਸੀਂ ਕੰਟਰੈਕਟ ਕੀਤਾ ਸੀ, ਸਾਡੇ ਨਾਲ ਠੱਗੀ ਮਾਰ ਕੇ ਭੱਜ ਗਈ ਹੈ। ਉਹ ਕਹਿੰਦੇ ਤੁਸੀਂ ਵੀ ਤਾਂ ਠੱਗੀ ਮਾਰੀ, ਤੁਸੀਂ ਵੀ ਤਾਂ ਡੀਲ ਕੀਤੀ ਹੈ। ਉਹਦੇ ਕੋਈ ਵਾਲੀ ਵਾਰਸ ਨਹੀਂ ਬਣਦੇ। ਉਹ ਵਾਲੀ ਵਾਰਸ ਬਣਦੇ ਨੇ ਜੇ ਤੁਸੀਂ ਕਹੋ ਮੇਰੀ ਪਤਨੀ ਹੈ ਜੀ, ਮੈਂ ਉਹਦੇ ਬਾਰੇ ਬਹੁਤ ਚਿੰਤਾ ਕਰਦਾ, ਉਹਦਾ ਬਹੁਤ ਫਿਕਰ ਹੈ, ਮੈਨੂੰ ਲੱਭ ਕੇ ਦਿਓ। ਤੇ ਫਿਰ ਉਸ ਕੰਡੀਸ਼ਨ 'ਚ ਪੁਲਿਸ ਉਹਨੂੰ ਲੱਭਦੀ ਹੈ, ਪੁਲਿਸ ਉਹਦੇ ਘਰੇ ਵੀ ਜਾਂਦੀ ਹੈ ਤੇ ਅੱਧੀਆਂ ਤਾਂ ਉਦੋਂ ਹੀ ਡਰ ਜਾਂਦੀਆਂ ਕਿ ਪੁਲਿਸ ਮੈਨੂੰ ਕਿਉਂ ਲੱਭਦੀ ਹੈ, ਕਿਉਂਕਿ ਪੁਲਿਸ ਨੂੰ ਵੇਖ ਕੇ ਤਾਂ ਪੰਜਾਬ ਦੇ ਚੰਗੇ ਬੰਦੇ ਡਰ ਜਾਂਦੇ ਨੇ। ਇਹ ਵੀ ਇੱਕ ਪੈਟਰਨ ਹੈਗਾ ਮੇਰੇ ਖਿਆਲ। ਜੇ ਉਸ ਕੇਸ 'ਚ ਵਰੀ ਕੀਤਾ ਜਾਵੇ ਕਿ ਭਾਈ ਤੇਰੇ ਘਰ ਦੇ ਤੇਰੀ ਚਿੰਤਾ ਕਰਦੇ ਨੇ, ਤੂੰ ਉਹਦਾ ਸਾਰ ਕਿਉਂ ਨਹੀਂ ਲੈਂਦੀ, ਉੱਥੇ ਮੇਰੇ ਖਿਆਲ ਉਹਨਾਂ ਨੂੰ ਡਰ ਵੀ ਫਿਰ ਪੈਦਾ ਹੁੰਦਾ ਜੀ। ਤੁਹਾਡਾ ਜਿਹੜਾ ਸੈਕੰਡ ਕੁਐਸਚਨ ਹੈ, ਮੈਨੂੰ ਪ੍ਰੋਪਰਲੀ ਐਕਚੁਅਲੀ ਡਿਊ ਟੂ ਰਿਸੈਪਸ਼ਨ ਆਈ ਥਿੰਕ ਮੈਨੂੰ ਪ੍ਰੋਪਰਲੀ ਸੁਣਿਆ ਨਹੀਂ, ਇੱਕ ਵਾਰੀ ਜੇ ਰਿਪੀਟ ਕਰ ਦਿਓ ਤੁਸੀਂ ਇਸ ਨੂੰ। ਫਸਟ ਕੁਐਸਚਨ ਦਾ ਜਿਹੜਾ ਹੈਗਾ ਆਨਸਰ ਕਿ ਜਿੱਦਾਂ ਉਹ ਕਹਿ ਰਹੇ ਕਿ ਉਹਨਾਂ ਨੇ ਸੇਮ ਹੀ ਕੀਤਾ। ਮੈਂ ਜਿਹੜਾ ਮੇਰਾ ਪਹਿਲਾ ਪੁਆਇੰਟ ਸੀਗਾ ਕਿ ਤੁਸੀਂ ਇਹ ਮੇਕ ਸ਼ੋਰ ਕਰੋ ਕਿ ਡਾਕੂਮੈਂਟਸ ਦੇ ਵਿੱਚ ਜਿਹੜਾ ਤੁਹਾਡਾ ਸਪਾਊਸ ਦਾ ਨੇਮ ਜਿਹੜਾ ਉਹ ਹੋਣਾ ਜ਼ਰੂਰੀ ਹੈ ਜੀ। ਠੀਕ ਹੈ ਜੀ।
ਤੇ ਸੈਕਿੰਡ ਕੁਐਸਚਨ ਜਿਹੜਾ ਸੈਕਿੰਡ ਉਹ ਮੈਨੂੰ ਕੁਐਸਚਨ ਥੋੜਾ ਮੇਰਾ ਇਹ ਸੀਗਾ, ਜਿਹੜਾ ਤੁਸੀਂ ਆਖਿਆ ਕਿ ਉੱਥੇ ਤੁਸੀਂ ਉਸ ਇਮੀਗ੍ਰੇਸ਼ਨ ਨੂੰ ਕੈਨੇਡੀਅਨ ਜਾਂ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਨੂੰ ਜਾਂ ਐਮਬੈਸੀ ਨੂੰ ਜੇ ਇਹ ਲਿਖ ਕੇ ਭੇਜ ਦਿਓ ਕਿ ਆਈ ਹੈ, ਤੇ ਉਹ ਫਿਰ ਮੇਰੇ ਖਿਆਲ ਆ ਜ਼ਿਆਦਾ ਵੈਲਿਡ ਹੈ ਉਹਨੂੰ ਦੱਸਣਾ ਕਿ ਆ ਦੇਖੋ ਅਸੀਂ ਕੰਟਰੈਕਟ ਕੀਤਾ ਸੀ। ਕਿਉਂਕਿ ਜ਼ਿਆਦਾ ਲੋਕ ਇਹੀ ਕਰਦੇ ਨੇ, ਉਹ ਇਹ ਸ਼ੋਅ ਕਰਦੇ ਨੇ ਕਿ ਜੀ ਇਹ ਠੱਗੀ ਮਾਰ ਕੇ ਆਈ ਹੈ। ਜਿੰਨੀ ਦੇਰ ਉਹਨੂੰ ਇੱਥੇ ਦੋਸ਼ੀ ਨਹੀਂ ਠਹਿਰਾਇਆ ਜਾਂਦਾ, ਉਹ ਉਹਨੂੰ ਨਾ ਤਾਂ ਜੇ ਦੋਸ਼ੀ ਵੀ ਠਹਿਰਾ ਦਿੱਤਾ ਡਿਪੋਰਟ ਨਹੀਂ ਕਰ ਸਕਦੀਆਂ ਉਹ ਸਰਕਾਰਾਂ, ਕਿਉਂਕਿ ਉਹਨਾਂ ਦੇ ਨਾਲ ਸਾਡੇ ਇੰਡੀਆ ਦੇ ਸਮਝੌਤੇ ਨਹੀਂ ਹੋਏ ਹੁੰਦੇ। ਅੱਤਵਾਦ ਜਾਂ ਹੋਰ ਕੇਸਾਂ 'ਚ ਡਿਪੋਰਟ ਹੁੰਦਾ, ਮੈਰਿਜ ਕੇਸ 'ਚ ਤਾਂ ਡਿਪੋਰਟ ਨਹੀਂ ਕਰ ਸਕਦੇ, ਉਹਦਾ ਵਿਗਾੜ ਹੀ ਨਹੀਂ ਸਕਦੇ ਕੁਛ। ਕੰਟਰੈਕਟ ਮੈਰਿਜ ਆ 420 ਹੈ, ਛੋਟੇ ਮੋਟੇ ਕੇਸ ਨੇ, ਉਹ ਪ੍ਰੂਵ ਨਹੀਂ ਹੁੰਦੇ ਅਦਾਲਤਾਂ 'ਚ ਵੀ। ਵਧੀਆ ਤਰੀਕਾ ਫਿਰ ਇਹੀ ਹੈ ਕਿ ਇਹੀ ਕਿਹਾ ਜਾਵੇ ਕਿ ਮੈਂ ਆਪਣੀ ਪਤਨੀ ਦਾ ਬਹੁਤ ਫਿਕਰ ਕਰਦਾ, ਇਹ ਮੇਰੇ ਸੰਪਰਕ 'ਚ ਨਹੀਂ ਹੈ, ਮੇਰਾ ਇਹਦੇ ਨਾਲ ਸੰਪਰਕ ਕਰਾਓ। ਜਦੋਂ ਉਹ ਸੰਪਰਕ ਕਰਾਉਣ ਲਈ ਸੰਬੰਧਿਤ ਪੁਲਿਸ ਮੰਤਰਾਲਾ ਉਹਨੂੰ ਪੁੱਛਗਿੱਛ ਕਰਦਾ ਕਿ ਤੂੰ ਆਪਣੇ ਘਰ ਵਾਲੇ ਨਾਲ ਕਿਉਂ ਸੰਪਰਕ ਨਹੀਂ ਕਰਦੀ, ਉਹ ਤੇਰਾ ਇੰਨਾ ਵਰੀ ਕਰ ਰਿਹਾ, ਤੈਨੂੰ ਇੰਨੀਆਂ ਮੇਲ ਭੇਜ ਰਿਹਾ, ਕਿ ਉਸ ਦੇ ਵਿੱਚ ਲੜਕੀ ਨੂੰ ਵੀ ਫਿਰ ਡਰ ਪੈਦਾ ਹੁੰਦਾ ਕਿ ਪੁਲਿਸ ਮੈਨੂੰ ਵੈਰੀਫਾਈ ਕਰ ਰਹੀ ਹੈ, ਜਾਂ ਉਹ ਪੁਲਿਸ ਜਦੋਂ ਉਹਨੂੰ ਵੈਰੀਫਾਈ ਕਰਕੇ ਉਹਦਾ ਜਿਹੜਾ ਸਟੇਟਸ ਹੈ ਇਮੀਗ੍ਰੇਸ਼ਨ ਨੂੰ ਭੇਜਦੀ ਹੈ ਕਿ ਇਸ ਤਰ੍ਹਾਂ ਦਾ ਪਤੀ ਇਹਨੂੰ ਵੈਰੀਫਾਈ ਕਰ ਰਿਹਾ, ਮਤਲਬ ਵਰੀ ਕਰ ਰਿਹਾ ਇਹਦੇ ਬਾਰੇ, ਇਹ ਉਹਦਾ ਫਿਕਰ ਨਹੀਂ ਕਰਦੀ, ਉਹ ਜ਼ਿਆਦਾ ਪੋਜ਼ਿਟਿਵ ਰਹਿੰਦਾ ਉਹ ਪੱਖ। ਜੀ ਜੀ ਟਵਾਣਾ ਜੀ, ਜਿਹੜਾ ਇਹ ਪੱਖ ਹੈ ਇਹ ਜ਼ਿਆਦਾ ਪੋਜ਼ਿਟਿਵ ਰਹਿੰਦਾ, ਕਿਉਂਕਿ ਜਦੋਂ ਤੁਸੀਂ ਇਹ ਕਹਿ ਦਿੰਦੇ ਕਿ ਮੇਰੇ ਨਾਲ ਠੱਗੀ ਮਾਰ ਕੇ ਆਈ ਹੈ ਜਾਂ ਮੇਰੇ ਨਾਲ ਫਰਾਡ ਕੀਤਾ, ਕੰਟਰੈਕਟ ਕੀਤਾ, ਉਹਦੇ ਵਿੱਚ ਕੀ ਹੋ ਜਾਂਦਾ ਕਿ ਉਹ ਗਵਰਨਮੈਂਟਸ ਦੋਨਾਂ ਵੱਲੋਂ ਹੀ ਉਹ ਹੋ ਜਾਂਦਾ ਹੈ ਕਿ ਇਹ ਫਰਾਡ ਹੈ ਇੱਕ ਤਰ੍ਹਾਂ ਦਾ। ਤੇ ਉਹ ਫਿਰ ਕੀ ਆ ਕਿ ਜੱਜਿਸ ਜਿਹੜੇ ਉਹ ਪਹਿਲਾਂ ਤਾਂ ਫਿਰ ਤੁਹਾਡੇ ਉੱਪਰ ਹੀ ਆਉਂਦੇ ਆ ਕਿ ਤੁਸੀਂ ਇਹ ਫਰਾਡ ਜਿਹੜਾ ਕੀਤਾ ਕਿਉਂ, ਜਦ ਤੁਹਾਨੂੰ ਪਤਾ ਸੀਗਾ ਕਿ ਇਹ ਚੀਜ਼ ਹੈ ਨਹੀਂ, ਇਸ ਚੀਜ਼ ਦਾ ਮਤਲਬ ਆ ਕਿ ਲਾਈਕ ਤੁਸੀਂ ਇੱਕ ਕੰਟਰੈਕਟ ਮੈਰਿਜ ਜਿਹੜੀ ਆ ਉਹ ਨਹੀਂ ਕਰ ਸਕਦੇ। ਕੰਟਰੈਕਟ ਮੈਰਿਜ ਇਜ਼ ਦ ਬਿਗੇਸਟ ਫਰਾਡ ਇਨ ਇਮੀਗ੍ਰੇਸ਼ਨ। ਉਹਦੇ ਵਿੱਚ ਉਹ ਕੁੜੀ ਦੇ ਉੱਪਰ ਵੀ ਲੱਗ ਜਾਏਗਾ, ਬਟ ਦ ਥਿੰਗ ਇਜ਼ ਤੁਸੀਂ ਪ੍ਰੂਵ ਕਿੱਦਾਂ ਕਰੋਗੇ? ਉਹਨੇ 1 ਸਾਲ ਤੋਂ ਬੈਠੀ ਨੇ, 1 ਸਾਲ ਹੋ ਗਿਆ ਉੱਥੇ, ਉਹਨੇ ਆਪਣਾ ਡਿਵੋਰਸ ਦਾ ਕੇਸ ਪਾ ਦਿੱਤਾ, ਠੀਕ ਹੈ ਜੀ, ਉਹਨਾਂ ਨੇ ਅਸੈਪਟ ਕਰ ਲਿਆ। ਦ ਓਨਲੀ ਥਿੰਗ ਇਜ਼ ਕਿ ਤੁਸੀਂ ਕਮਿਊਨੀਕੇਟ ਕਰਦੇ ਰਹੋ ਐਮਬੈਸੀ ਦੇ ਨਾਲ, ਸਕੂਲ ਦੇ ਨਾਲ, ਕਾਲਜ ਦੇ ਨਾਲ, ਯੂਨੀਵਰਸਿਟੀ ਦੇ ਨਾਲ ਕਿ ਹਾਂਜੀ ਮੇਰੀ ਵਾਈਫ ਜਿਹੜੀ ਆ ਮੈਨੂੰ ਉਹ ਜਵਾਬ ਨਹੀਂ ਦੇ ਰਹੀ, ਮੈਂ ਆਮ ਵਰਿਡ, ਮੈਨੂੰ ਨਹੀਂ ਪਤਾ ਕਿੱਥੇ ਆ, ਤੇ ਅਸੀਂ ਸਾਰੇ ਵਰਿਡ ਆ, ਜਾਂ ਤਾਂ ਮੈਨੂੰ ਵੀਜ਼ਾ ਦਿਓ ਜਾਂ ਮੈਨੂੰ ਦੱਸੋ ਕਿ ਉਹਦੇ ਨਾਲ ਮੇਰਾ ਕੰਟੈਕਟ ਕਰਵਾਓ ਕਿਸੇ ਵੀ ਤਰ੍ਹਾਂ। ਉਹਦੇ ਘਰ ਉਹ ਪੁਲਿਸ ਭੇਜਣਗੇ, ਨੋਟਿਸ ਭੇਜਣਗੇ, ਤਾਂ ਅੱਧੇ ਟਾਈਮ ਤੇ ਤਾਂ ਇਹੀ ਹੁੰਦਾ ਕਿ ਪੁਲਿਸ ਗਈ ਜਾਂ ਨੋਟਿਸ ਗਿਆ ਤਾਂ ਉਹ ਇੱਕਦਮ ਹੀ ਇੰਡੀਆ ਨੂੰ ਫੋਨ ਕਰਵਾਏਗੀ ਕਿ ਹਾਂਜੀ ਮੈਨੂੰ ਆਹ ਆਇਆ, ਤਾਂ ਆਪਣੇ ਪੇਰੈਂਟਸ ਨੂੰ ਕਰੇਗੀ ਜਾਂ ਕਿਸੇ ਨੂੰ ਵੀ ਕਰੇ, ਜਾਂ ਕਿਸੇ ਵੀ ਲਾਅਰ ਕੋਲ ਜਾਏਗੀ, ਉਹ ਉਸ ਕੰਟਰੀ ਦੇ ਲਾਅਰ ਕੋਲ ਜਾਏਗੀ, ਕੁੜੀ ਜਾਂ ਮੁੰਡਾ ਜੋ ਵੀ ਹੈਗਾ ਹੈ, ਠੀਕ ਹੈ ਜੀ। ਤੇ ਸੈਕੰਡਲੀ ਜਿਹੜਾ ਤੁਹਾਡੀ ਇਹ ਕੰਪਲੇਂਟ ਆ, ਉਹ ਸੇਮ ਕੰਪਲੇਂਟ, ਸੇਮ ਥਿੰਗ ਯੂ ਸੀਸੀ, ਆਪਣੇ ਸੀਸੀ ਕਰਕੇ ਜਿਹੜਾ ਆ ਉਹ ਤੁਸੀਂ ਆਪਣੇ ਇਮੀਗ੍ਰੇਸ਼ਨ ਡਿਪਾਰਟਮੈਂਟਸ ਨੂੰ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਇਹ ਸਾਰੀ ਚੀਜ਼ ਭੇਜ ਦਿਓ। ਤੇ ਜਿਹੜਾ ਤੁਸੀਂ ਫਰਾਡ ਵਾਲਾ ਕਹਿ ਰਹੇ ਆ, ਫਰਾਡ ਵਾਲਾ ਕੇਸ ਉਹ ਇੰਨਾ ਸਟਰੋਂਗ ਨਹੀਂ ਬਣੇਗਾ ਸਰ, ਕਿ ਜਿੰਨਾ ਤੁਹਾਡਾ ਜੀ ਕਮਿਊਨੀਕੇਟ ਕਰ ਰਹੇ ਆ, ਬਟ ਯੂ ਆਰ ਵਰੀਡ ਅਬਾਊਟ ਇਟ। ਜ਼ਿਆਦਾਤਰ ਹੁੰਦਾ ਕੀ ਹੈ ਸੰਦੀਪ ਜੀ, ਆਪਣੇ ਸਾਰੇ ਜਾਤੀ ਤਜਰਬੇ ਆਪਾਂ ਵੇਖਦੇ ਹਾਂ, ਸੁਣਦੇ ਹਾਂ ਕਿ ਲੋਕੀ ਕਹਿੰਦੇ ਬਸ ਥਾਣੇ FIR ਕਰਾ ਦਿਓ, ਖਬਰਾਂ ਲੱਗ ਜਾਂਦੀਆਂ ਨੇ, ਮੀਡੀਆ 'ਚ ਪਰਿਵਾਰਾਂ ਨੂੰ ਦੋਨਾਂ ਨੂੰ ਜਲੀਲ ਕਰ ਦਿੱਤਾ ਜਾਂਦਾ, ਉਹਦੇ ਨਾਲ ਕਹਾਣੀ ਹੋਰ ਵਿਗੜ ਜਾਂਦੀ ਹੈ। ਉਹ ਸ਼ਰੀਕ ਬਣ ਜਾਂਦੇ ਨੇ, ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ, ਉਹ ਉਹਦੇ ਪੋਤੜੇ ਫਰੋਲਦੇ ਆ, ਉਹਦੇ ਪੋਤੜੇ ਫਰੋਲਦੇ ਆ, ਨਿਕਲਦਾ ਕੁਛ ਨਹੀਂ ਉਹਦੇ ਵਿੱਚ। ਪਰ ਪੈਟਰਨ ਜਿਹੜਾ ਹੈਗਾ ਇਹ ਕਿ ਇੱਕ ਸਿਸਟਮ ਦੇ ਅਧੀਨ ਉਹਨੂੰ ਫਾਲੋ ਕਰੋ, ਇਹਦੇ 'ਚ ਕੋਈ ਬਹੁਤੇ ਪੈਸੇ ਵੀ ਨਹੀਂ ਲੱਗਦੇ। ਕੀ ਇਹਦੇ 'ਚ ਕੋਈ ਵਕੀਲ ਦੀ, ਲੀਗਲ ਰਾਏ ਦੀ ਵੀ ਜਾਂ ਹੋਰ ਵੀ ਜ਼ਰੂਰਤ ਹੈ? ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। USA ਤੋਂ ਸਿਕੰਦਰ ਸਿੰਘ ਔਜਲਾ ਜੁੜੇ ਨੇ। ਔਜਲਾ ਸਾਹਿਬ, ਸਵਾਗਤ ਹੈ ਤੁਹਾਡਾ, ਵੈਲਕਮ। ਸਤਿ ਸ੍ਰੀ ਅਕਾਲ ਜੀ ਟੋਣਾ ਭਾਜੀ ਤੇ ਸਾਰੇ ਸਰੋਤਿਆਂ ਨੂੰ। ਬਹੁਤ ਵਧੀਆ ਗੱਲ ਚੱਲੀ। ਮੈਂ ਇੱਕ ਗੱਲ ਇਹਦੇ ਵਿੱਚ ਇਹ ਐਡ ਕਰਨੀ ਚਾਹੁੰਦਾ ਕਿ ਜਿਹੜੀ ਉਮਰ 'ਚ ਨਾ ਬੱਚੇ ਬਾਹਰ ਆਉਂਦੇ ਨੇ, ਇਹ ਉਮਰ ਤਾਂ ਕੱਲੀ ਉਦੋਂ, ਜਿਵੇਂ ਆਪਾਂ ਪਰਸੋਂ ਵੀ ਗੱਲ ਕਰੀ ਸੀ, ਇਹ ਕੱਲੀ ਦਿਲ ਨਾਲ ਸੋਚਣ ਵਾਲੀਆਂ ਗੱਲਾਂ ਹੁੰਦੀਆਂ ਨੇ। ਕਈ ਵਾਰੀ ਮਾਪਿਆਂ ਨੂੰ ਨਹੀਂ ਦੱਸਦੇ ਵੀ ਮੈਨੂੰ ਕੋਈ ਹੋਰ ਪਸੰਦ ਹੈ, ਲੜਕੀ ਨਹੀਂ ਦੱਸਦੀ ਹੈ ਨਾ। ਤੇ ਜੇ ਬੈਟਰ ਇਹੀ ਹੈ ਕਿ ਜੇ ਮਾਪੇ ਵੀ ਸਮਝਦਾਰ ਹੋਣ, ਲੜਕੀ ਵੀ ਦੱਸ ਦੇਵੇ, 2-4 ਕਿੱਲੇ ਉਹਦੇ ਕੋਲ ਵੀ ਹੁੰਦੇ ਹੀ ਹੋਣਗੇ। ਉਹ ਗੱਲ ਕੀ ਹੁੰਦੀ ਹੈ ਕਿ ਤਕੜਾ ਲੱਭ ਕੇ ਉਹ ਬਾਹਰ ਭੇਜ ਦਿੰਦੇ ਨੇ, ਉਹ ਇੱਥੇ ਆ ਕੇ ਬਦਲ ਜਾਂਦੀ ਹੈ, ਉਹਨੂੰ ਉਹ ਚੰਗਾ ਲੱਗਦਾ ਹੁੰਦਾ। ਕਿਉਂਕਿ ਇਹ ਜਿਹੜੀ ਇਹ ਉਮਰ ਹੈ, ਇਹ ਅਜੇ ਜ਼ਿੰਮੇਵਾਰੀਆਂ ਵਾਲੀਆਂ ਨਹੀਂ ਹੁੰਦੀ, ਇਹਦੇ ਵਿੱਚ ਕੋਈ ਚੰਗੇ ਮਾੜੇ ਬਾਰੇ ਬੰਦਾ ਨਹੀਂ ਸੋਚਦਾ। ਉਦੋਂ ਤਾਂ ਇਕੱਲਾ ਬਸ ਮੂਹਰਲਾ ਹੀ ਦੀਂਦਾ ਹੁੰਦਾ, ਹੋਰ ਤਾਂ ਦੁਨੀਆ ਦਾ ਪਾਸਾ ਕੁਛ ਦੇਖਦਾ ਨਹੀਂ ਹੁੰਦਾ। ਤੇ ਨੰਬਰ 2, ਮੈਂ ਇਹ ਵੀ ਕਹਿਣਾ ਕਿ ਜਿਹੜੇ ਪਿੱਛੇ ਫਿਰ ਮਾਪਿਆਂ ਨੂੰ ਖਿੱਚਦੇ ਨੇ ਨਾ, ਮੈਨੂੰ ਇਹ ਵੀ ਹੁੰਦਾ, ਮੈਂ ਕਮੈਂਟ ਵੀ ਕਰਿਆ ਕਿ ਬਾਹਲੇ ਮਾਪਿਆਂ ਦਾ ਵੀ ਵਿਚਾਰਿਆਂ ਦਾ ਕਸੂਰ ਨਹੀਂ। ਉਹਨਾਂ ਨੂੰ ਕੀ ਪਤਾ ਵੀ ਬੱਚੇ ਦੇ ਮਨ ਦੇ ਵਿੱਚ ਕੀ ਹੈ ਜੀ। ਆਪਾਂ ਕਿੰਨਾ ਕੁ ਦੱਸਦੇ ਸੀ ਆਪਦੇ ਮਾਂ ਪਿਓ ਨੂੰ।
ਉਹ ਜਦ ਬੱਚਾ ਆ ਕੇ ਬਾਹਰ ਬਦਲ ਜਾਂਦਾ ਉਹਦੇ ਵਿੱਚ ਬਾਹਲਾ ਮਾਪਿਆਂ ਦਾ ਵੀ ਕਸੂਰ ਨਹੀਂ ਹੁੰਦਾ। ਉਹ ਖੱਜਲ ਖੁਆਰੀ ਮਾਪਿਆਂ ਦੀ ਪਿੱਛੇ ਬੇਇੱਜ਼ਤੀ ਜੋ ਵੀ ਚਾਹੇ ਕੁੜੀ ਵਾਲੇ ਨੇ ਚਾਹੇ ਮੁੰਡੇ ਵਾਲੇ ਨੇ ਜਿਵੇਂ ਪਹਿਲਾਂ ਹੁੰਦੀ ਸੀ, ਰਗੜੇ ਤਾਂ ਉਹ ਬੇਕਸੂਰ ਲੋਕ ਕੇ ਜਾਂਦੇ ਨੇ ਨਾ। ਇਸ ਕਰਕੇ ਮੈਂ ਤਾਂ ਇਹ ਕਹਿਣਾ, ਮੈਂ ਮੇਰੀ ਰਿਸ਼ਤੇਦਾਰੀ 'ਚ ਇਹ ਗੱਲ ਹੋਈ ਜੀ, ਮੈਨੂੰ ਉਹਨਾਂ ਦਾ ਫੋਨ ਆਇਆ, ਮੈਂ ਸਿੱਧਾ ਕੁੜੀਆਂ ਨਾਲ ਕੰਟੈਕਟ ਕਰਿਆ, ਮੈਂ ਕਿਹਾ ਮੇਰੀ ਗੱਲ ਕਰਾਓ। ਮੈਂ ਕੁੜੀਆਂ ਨੂੰ ਪੁੱਛਿਆ, ਮੈਂ ਕਿਹਾ ਭਾਈ ਤੁਹਾਨੂੰ ਕੋਈ ਪਸੰਦ ਆ? ਜੇ ਤੁਹਾਨੂੰ ਕੋਈ ਪਸੰਦ ਆ ਮੈਨੂੰ ਦੱਸੋ, ਮੈਂ ਤੁਹਾਡੇ ਮਾਂ ਪਿਓ ਨਾਲ ਗੱਲ ਕਰ ਲੈਣਾ, ਪਰ ਕੱਲ ਨੂੰ ਇਹ ਕੰਮ ਨਾ ਕਰਿਓ ਆ ਕੇ, ਨਹੀਂ ਹੁਣ ਦੱਸ ਦਿਓ ਜੀ, ਠੀਕ ਹੈ ਨਹੀਂ? ਮੈਂ ਕਿਹਾ ਕੋਈ ਗੱਲ ਨਹੀਂ, ਚੰਗਾ ਮਾੜਾ ਕੀਲਾ ਤਾਂ ਹੋਊ, 2 ਤਾਂ ਹੋਣਗੇ, ਇੰਨਾ ਕੁ ਤਾਂ ਤੈਨੂੰ ਭੇਜ ਦੇ ਦਊ ਬਾਹਰ ਆ ਕੇ, ਬਾਕੀ ਆ ਜਾਊਗਾ ਬਾਹਰ। ਇਹ ਥੋੜਾ ਜਿਹਾ ਕੁੜੀਆਂ ਨੂੰ ਵੀ ਮਾਪਿਆਂ ਨੂੰ ਪੁੱਛ ਲੈਣਾ ਚਾਹੀਦਾ। ਕੋਈ ਗੱਲ ਨਹੀਂ, ਜਿਹੜਾ ਸਾਡੇ ਸਟੇਟ ਸਾਡਾ ਕੀਲਾ ਅੜਿਆ ਹੋਇਆ ਨਾ ਵੀ ਉਹ ਮਾੜੇ ਘਰ ਦਾ ਸੀ, ਉੱਥੇ ਵਿਆਹੁਣਾ ਨਹੀਂ, ਇਹ ਆਹ ਖੱਜਲ ਖੁਆਰੀਆਂ ਉਹੀ ਲਿਆਉਂਦੀਆਂ ਨਹੀਂ ਸਾਨੂੰ, ਇਹੀ ਫਿਰ ਸਾਡੇ ਮੂਹਰੇ ਆ ਕੇ ਖੜਦੀਆਂ ਨੇ ਜੀ। ਧੰਨਵਾਦ ਜੀ, ਥੈਂਕ ਯੂ। ਨਹੀਂ, ਜਿਹੜਾ ਉਹ ਹੈ ਨਾ ਕਿ ਮਾੜੇ ਘਰ ਵਿਆਹੁਣਾ ਨਹੀਂ ਨਾ, ਜਿਹੜੇ ਇਹ ਸੋਚਦੇ ਨੇ ਕਿ ਤਗੜੇ ਘਰ ਵਿਆਹੁਣੀ ਆ, ਪਰ ਭਾਈ ਉਹ ਪੈਸੇ ਵੀ ਲਾ ਲੈਣ ਨਾ ਵੀਜ਼ੇ ਤੇ, ਖਰਚੇ ਤੇ। ਇਹਦੇ 'ਚ ਆਪਣਾ ਸੰਦੀਪ ਜੀ, ਇਹਦੇ 'ਚ ਇੱਕ ਸਵਾਲ ਆ ਰਿਹਾ ਹਰਦੇਵ ਕਮਲ ਸਾਹਿਬ ਹੋਰਾਂ ਦਾ, ਕਹਿੰਦੇ ਜੇ ਕੁੜੀਆਂ ਇਹ ਸ਼ੋਅ ਕਰ ਦਿੰਦੀਆਂ ਨੇ ਕਿ ਉਹ ਮੈਰਿਡ ਨੇ ਤੇ ਸ਼ਾਇਦ ਉਹਨਾਂ ਨੂੰ ਸਟੱਡੀ ਵੀਜ਼ਾ ਨਹੀਂ ਮਿਲਦਾ ਜੀ, ਇੱਦਾਂ ਦੀ ਵੀ ਕੋਈ ਪ੍ਰੋਬਲਮ ਹੈ ਕਿ ਮੈਰਿਜ ਸ਼ੋਅ ਕਰਨ 'ਚ ਜਿਹੜੀਆਂ ਸਟੱਡੀ ਕੇਸ ਵਾਲੀਆਂ ਕੁੜੀਆਂ ਉਹਨਾਂ ਨੂੰ ਕੋਈ ਦਿੱਕਤ ਮਹਿਸੂਸ ਹੁੰਦੀ ਹੈ? ਸਰ, ਜਿੱਥੋਂ ਤੱਕ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਮੈਂ ਦੇਖਿਆ ਹੋਇਆ ਤੇ ਕੇਸ ਸਟੱਡੀ ਕੀਤੇ ਆ, ਉਹਦੇ ਵਿੱਚ ਜੇ ਕੁੜੀ ਆਪਣਾ ਮੈਰਿਜ, ਤੁਸੀਂ ਇਹ ਵੀ ਦੱਸੋ ਕਿ ਮੈਰਿਜ ਨਹੀਂ ਬਲਕਿ ਬਹੁਤ ਹੀ ਕਰੀਬ ਮੈਂ ਆਪਣੇ ਇੱਥੇ ਦੇਖਿਆ ਕਿ ਮੈਰਿਜ ਤੋਂ ਬਾਅਦ ਬੱਚਾ ਹੋ ਕੇ ਵੀ ਜਿਹੜਾ ਉਹ ਸਟੂਡੈਂਟ ਵੀਜ਼ੇ ਤੇ ਗਈਆਂ। ਹਾਂ, ਕੋਈ ਦਿੱਕਤ ਨਹੀਂ ਏਦਾਂ ਦੀ ਤਾਂ। ਹਾਂਜੀ, ਏਦਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਐਜ਼ ਫਾਰ ਐਜ਼ ਤੁਸੀਂ ਆਪਣੇ ਜਿਹੜੇ ਨੋਰਮਸ ਜਿਹੜੇ ਉਹ ਪੂਰੇ ਕਰਦੇ ਆ, ਤੁਹਾਡੀ ਜਿਹੜੀ ਡਾਕੂਮੈਂਟੇਸ਼ਨ ਪੂਰੀ ਹੈ, ਤੁਹਾਡੀ ਫੰਡਿੰਗਸ ਪੂਰੀ ਹੈ, ਤੁਹਾਡੀ ਈਚ ਐਂਡ ਐਵਰੀਥਿੰਗ ਪੂਰੀ ਆ, ਤੇ ਤੁਹਾਡੇ ਨੂੰ ਕੋਈ ਦਿੱਕਤ ਨਹੀਂ ਆਣੀ ਚਾਹੀਦੀ। ਈਵਨ ਕਿ ਗੈਪ ਵੀ ਹੋਵੇ, ਬੱਚਾ ਹੋ ਗਿਆ ਤਾਂ ਡਜ਼ਨਟ ਮੈਟਰ। ਉਹ ਜਦੋਂ ਤੱਕ ਉਹਨਾਂ ਦੇ ਇੱਕ ਤਰੀਕਾ ਹੁੰਦਾ ਹੈ ਕਿ when you are able to satisfy a visa officer for any country ਕਿ ਮੈਂ ਜਾਣਾ ਹੈ ਕਿ ਸਿੰਪਲੀ ਜਿਹੜੇ ਪਰਪਸ ਲਈ ਜਾਣਾ ਉਸੇ ਪਰਪਸ ਲਈ ਜਾਣਾ, ਉਹ ਤੁਹਾਨੂੰ ਡਿਨਾਈ ਨਹੀਂ ਕਰੂ। ਜਿਸ ਤਰ੍ਹਾਂ ਤੁਹਾਡੀ ਇਸ ਮਾਮਲੇ ਦੇ ਵਿੱਚ ਗੱਲਬਾਤ ਹੁੰਦੀ ਰਹਿੰਦੀ ਹੈ, ਕੁਝ ਤੁਸੀਂ NGO ਟਾਈਪ ਥੋੜਾ ਕੰਮ ਕਰਦੇ ਵੀ ਹੋ, ਤੇ ਕੋਈ ਪੀੜਤ ਤੁਹਾਨੂੰ ਮਿਲਣਾ ਚਾਹੇ ਤੇ ਤੁਹਾਡੀ ਇੱਕ ਤੇ ਈਮੇਲ ਤੁਸੀਂ ਅਨਾਉਂਸ ਕਰ ਦਿਓ, ਤੇ ਦੂਸਰਾ ਜਿਸ ਤਰ੍ਹਾਂ ਤੁਸੀਂ ਇਸ ਕੇਸ ਨੂੰ ਬੜੇ ਲੰਮੇ ਸਮੇਂ ਤੋਂ ਇਹਨਾਂ ਕੇਸਾਂ ਨੂੰ ਹੈਂਡਲ ਕਰਦੇ ਹੋ, ਵਿਦੇਸ਼ ਮੰਤਰਾਲਾ ਸੁਸ਼ਮਾ ਸਵਰਾਜ ਹੋਰਾਂ ਨੇ ਵੀ ਇੱਕ ਟੀਮ ਸੈੱਟ ਕੀਤੀ ਸੀ ਜਿਸ ਦੇ ਵਿੱਚ ਤੁਹਾਡੇ ਲੋਕਾਂ ਦੀ ਵੀ ਰਾਏ ਲਈ ਗਈ ਸੀ। ਕੀ ਕਾਨੂੰਨਨ ਕੀ ਖਾਮੀਆਂ ਨੇ ਜਾਂ ਕੀ ਉਹਨਾਂ ਨੂੰ ਭਾਰਤ ਸਰਕਾਰ ਅਗਰ ਕਾਨੂੰਨਨ ਦਰੁਸਤ ਕਰਦੀ ਹੈ ਤੇ ਤਾਂ ਥੋੜਾ ਕੋਈ ਹੱਲ ਬਿਹਤਰ ਇਸ ਦਾ ਹੋ ਸਕਦਾ? ਜਿਵੇਂ ਐਡਵੋਕੇਟ ਦਲਜੀਤ ਕੌਰ ਹੋਰਾਂ ਦਾ ਕਹਿਣਾ ਕਿ ਇਹਦੇ 'ਚ ਡਿਪੋਰਟ ਦਾ ਮਾਮਲਾ ਹੋਵੇ ਕਿ ਸੰਬੰਧਿਤ ਲੜਕੀ ਨੂੰ ਡਿਪੋਰਟ ਕੀਤਾ ਜਾਵੇ, ਜਾਂ ਜਿਹੜਾ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਉਸ ਨਾਲ ਇਸ ਤਰ੍ਹਾਂ ਦੀ ਡੀਲ ਕਰਦੇ ਰਹਿੰਦੇ ਹੋ ਤੇ ਫਿਰ ਕਿਸ ਕੰਡੀਸ਼ਨ 'ਚ ਜਦੋਂ PR ਫਾਈਲ ਕਰਦੀ ਹੈ ਤੁਹਾਡਾ ਜਿਹੜੀ ਉਹਨੂੰ ਡਿਗਰੀ ਨਹੀਂ ਮਿਲਦੀ, ਵਨ ਸਾਈਡਡ ਡਿਵੋਰਸ, ਜਿੰਨੀ ਦੇਰ ਤੁਹਾਡਾ ਉਹਨਾਂ ਨਾਲ ਇੱਕ ਤਰਫਾ ਕਮਿਊਨੀਕੇਸ਼ਨ ਚੱਲਦਾ। 2 ਸਵਾਲ ਨੇ ਮੇਰੇ, ਇੱਕ ਤਾਂ ਇੰਡੀਅਨ ਕਾਨੂੰਨ ਮੁਤਲਕ, ਦੂਸਰਾ ਕਿ ਜੇ ਤੁਹਾਨੂੰ ਤੁਹਾਡੀ ਵਾਈਫ ਰਿਸਪੌਂਸ ਨਹੀਂ ਕਰਦੀ, ਤੁਸੀਂ ਉਹਨੂੰ ਈਮੇਲ ਤੇ ਈਮੇਲਸ ਕਰੀ ਜਾਂਦੇ ਹੋ, ਸੰਬੰਧਿਤ ਉੱਥੋਂ ਦੇ ਮੰਤਰਾਲਿਆਂ ਨੂੰ ਸੰਪਰਕ ਕਰੀ ਜਾਂਦੇ ਹੋ ਕਿ ਮੈਨੂੰ ਮੇਰੀ ਵਾਈਫ ਦੀ ਚਿੰਤਾ, ਮੈਨੂੰ ਲੱਭ ਕੇ ਦਿਓ, ਜਾਣੀ ਇਹ ਸ਼ੋ ਹੋਵੇ ਕਿ ਤੁਸੀਂ ਉਹਨੂੰ ਬਹੁਤ ਪਿਆਰ ਕਰਦੇ ਹੋ, ਕੀ ਫਿਰ ਉਹ ਜਦੋਂ ਇੱਕ ਤਰਫਾ ਡਿਵੋਰਸ ਕਰਦੀ ਹੈ ਤੁਹਾਡੇ ਨਾਲ ਉਹ ਉੱਥੇ ਜੇ ਉਹਦਾ ਸਟੇਟਸ ਮੈਰਿਜ ਦਾ ਵੀ ਹੈਗਾ, ਫਿਰ ਇਹ ਤੁਹਾਡਾ ਸਾਰਾ ਪ੍ਰੋਸੈਸ ਉਹਨੂੰ ਕੀਤੀਆਂ ਹੋਈਆਂ ਈਮੇਲ, ਕੀਤੇ ਹੋਏ ਫੋਨ, ਵਿਦੇਸ਼ੀ ਮੰਤਰਾਲਿਆਂ ਨੂੰ ਬਾਰ-ਬਾਰ ਕੀਤੀਆਂ ਹੋਈਆਂ ਈਮੇਲਸ, ਕੀ ਉਹਨਾਂ ਨੂੰ ਵਨ ਸਾਈਡਡ ਡਿਵੋਰਸ ਲੈਣ ਤੋਂ ਰੋਕ ਸਕਦੇ ਆ ਉਹ ਪੈਟਰਨ ਜੀ, ਜਾਂ ਉੱਥੇ ਕੋਈ ਵਕੀਲ ਕਰਨ ਦੀ ਵੀ ਜ਼ਰੂਰਤ ਪੈਂਦੀ ਹੈ ਤੁਹਾਨੂੰ? ਜੀ ਟਵਾਣਾ ਜੀ, ਉਹਦੇ ਵਿੱਚ ਏਦਾਂ ਹੁੰਦਾ ਕਿ ਦੇਖੋ ਜੀ, ਜੇ ਤਾਂ ਤੁਹਾਡਾ ਆਪਣਾ ਕੋਈ ਵਕੀਲ ਹੈਗਾ ਉੱਥੇ ਤਾਂ ਠੀਕ ਆ, ਲੀਗਲ ਓਪੀਨੀਅਨ ਔਰ ਜਿਹੜਾ ਤੁਹਾਡੀ ਰੀਪ੍ਰੈਜ਼ੈਂਟ ਕਰ ਸਕੇ ਵਕੀਲ, ਉਹ ਤੁਹਾਨੂੰ ਕਰਨਾ ਹੀ ਪੈਂਦਾ ਹੈਗਾ। ਕਈ NGOs ਹੈਗੇ ਆ ਜਿਹੜੇ ਕੀ ਕਰਦੇ ਕਿ ਉਹ ਚਾਰਜ ਨਹੀਂ ਕਰਦੇ ਜਾਂ ਥੋੜਾ ਬਹੁਤਾ ਚਾਰਜ ਕਰਦੇ ਆ, ਬਟ ਉੱਥੋਂ ਜਿਹੜਾ ਹੁਣ ਲਾਇਰ ਆਪਾਂ ਹਾਇਰ ਕਰਨਾ, ਉਹ ਆਪਣੇ ਚਾਰਜਿਸ ਥੋੜੇ ਬਹੁਤੇ ਲਏਗਾ ਹੀ, ਤੇ ਉਹੀ ਰੀਪ੍ਰੈਜ਼ੈਂਟ ਕਰੇਗਾ ਤੁਹਾਨੂੰ। ਤੇ ਉਹਦੇ ਵਿੱਚ ਇਹ ਹੋਏਗਾ ਕਿ ਜਦੋਂ ਉਹ ਲਾਇਰ ਰੀਪ੍ਰੈਜ਼ੈਂਟ ਕਰੇਗਾ ਤੁਹਾਡਾ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਜਾਂ ਜਿੱਥੇ ਵੀ ਤੁਸੀਂ ਉਹ ਲਾਇਰ ਜਿਹੜਾ ਹਾਇਰ ਕਰਦੇ ਆ, ਤੇ ਉਹ ਲਾਇਰ ਰੀਪ੍ਰੈਜ਼ੈਂਟ ਕਰੇਗਾ, ਉਹਦੇ ਵਿੱਚ ਇਹ ਹੋਏਗਾ ਕਿ ਉਹ ਵਨ ਸਾਈਡਡ ਡਿਵੋਰਸ ਨਹੀਂ ਲੈ ਪਾਏਗੀ। ਓਕੇ, 99% ਜਿਵੇਂ
ਪੁਲਿਸ ਨੂੰ ਪੈਸੇ ਚਾੜ ਦੋ ਜੀ, ਵਕੀਲ ਨੂੰ ਪੈਸੇ ਚਾੜ ਦੋ ਜੀ। ਇੱਥੇ ਪੈਸੇ ਖਰਾਬ ਕਰਨ ਨਾਲੋਂ ਉਹਦਾ ਜਦੋਂ ਉਹ PR ਲੈ ਗਈ ਉੱਥੇ ਪੰਗਾ ਪਾਇਆ ਜਾ ਸਕਦਾ, ਉੱਥੇ ਸੰਘੀ ਨੱਪੀ ਜਾ ਸਕਦੀ ਹੈ, ਫਿਰ ਤੁਹਾਡੇ ਪੈਸੇ ਵਿਆਹ ਸਮੇਤ ਆ ਸਕਦੇ, ਅਦਰਵਾਈਜ਼ ਨਹੀਂ ਜੀ। ਹਾਂਜੀ, ਕੋਈ ਤਰੀਕਾ ਹੈ ਕਿ ਜਦੋਂ ਉਹ PR ਲਵੇ ਜਾਂ ਕੋਈ ਸੈਕਿੰਡ ਮੈਰਿਜ ਕਰਨਾ ਚਾਹਵੇ ਉਹ, ਠੀਕ ਹੈ ਜੀ, ਜੋ ਸੈਕਿੰਡ ਮੈਰਿਜ ਵੀ ਇਸ ਦੌਰਾਨ ਕਰਦੀ ਹੈ ਜਾਂ ਇੱਥੋਂ ਇੰਡੀਆ ਚੋਂ ਕੋਈ ਮੁੰਡਾ ਬੁਲਾਉਂਦੀ ਹੈ ਜਾਂ ਉੱਥੇ ਕਿਸੇ ਪੱਕੇ ਦੇ ਚੱਕਰਾਂ 'ਚ ਪੈਂਦੀ ਹੈ, ਉੱਥੇ ਵੀ ਉਹ ਪੰਗਾ ਖੜਾ ਹੋ ਸਕਦਾ ਉਨੀ ਦੇਰ ਉਹਦੇ ਸਟੇਟਸ ਤੇ। ਹਾਂਜੀ, ਉੱਥੇ ਵੀ ਉਹ ਸਟੇਟਸ ਜੇ ਹਾਈਲਾਈਟਡ ਹੋਇਆ ਹੋਏਗਾ ਤੁਹਾਡੇ ਲਾਇਰ ਦੇ ਥਰੂ ਜਾਂ ਤੁਹਾਡੇ ਥਰੂ, ਜੇ ਤੁਸੀਂ ਆਪਣੇ ਆਪ ਨੂੰ ਇੰਨਾ capable ਸਮਝਦੇ ਆ ਕਿ you can actually do the emails and everything to all the departments, ਕਿਸੇ ਵੀ ਡਿਪਾਰਟਮੈਂਟ ਨੂੰ ਆਪਾਂ ਈਮੇਲ ਕਰਕੇ ਆਪਣਾ ਹਰ ਚੀਜ਼ ਜਿਹੜੀ ਹੈ ਡਿਸਕਲੋਜ਼ ਕਰ ਦਿੱਤੀ ਆ, ਤੇ ਜੇ ਤੁਸੀਂ ਆਪ ਹੈਂਡਲ ਕਰ ਸਕਦੇ ਆ ਤਾਂ that's very fine। ਅਦਰਵਾਈਜ਼ ਇੱਕ ਵਕੀਲ ਦੀ ਰਿਪਰੈਜ਼ੈਂਟੇਸ਼ਨ ਦੇ ਨਾਲ ਤੁਸੀਂ ਉੱਥੇ ਇਹ ਰਫੜਾ ਪਾ ਸਕਦੇ ਆ ਕਿ ਤੁਸੀਂ ਨਾ ਹੀ ਉਹਨੂੰ ਦੂਜਾ ਵਿਆਹ ਕਰਨ ਦੇ ਸਕਦੇ ਆ, ਨਾ ਹੀ ਉਹਨੂੰ ਤੁਸੀਂ PR ਲੈਣ ਦੇ ਸਕਦੇ ਆ। ਉਹਦੇ ਕੋਲ ਇੱਕ ਹੀ ਚਾਰਾ ਹੋਏਗਾ ਕਿ ਹਾਂਜੀ ਤੁਹਾਡੇ ਨਾਲ ਉਹ ਮਿਊਚੁਅਲੀ ਕਰੇ ਕਿ ਮੇਰਾ ਹੁਣ ਪਿੱਛਾ ਛੱਡ ਦੇ ਭਾਈ, ਤੂੰ ਦੱਸ ਕੀ ਲੈਣਾ ਕੀ ਨਹੀਂ ਲੈਣਾ। ਓਕੇ, ਜਦੋਂ ਉਹਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗ ਜਾਂਦਾ, ਕਿਉਂਕਿ ਉਰੇ ਤਾਂ ਜੇ ਤੁਸੀਂ ਵੀ ਪੈਸਾ ਚਾੜ ਦਿਓ ਪੁਲਿਸ ਵਾਲਿਆਂ ਨੂੰ, ਅਗਲੇ ਵੀ ਚਾੜ ਦਿੰਦੇ, ਤੁਹਾਡਾ ਹੀ 45 ਲੱਖ ਲਿਆ, ਜੇ 5 ਲੱਖ ਦੇ ਦੇਣਗੇ ਕੀ ਫਰਕ ਪੈਂਦਾ। ਤੁਸੀਂ 45 ਆਲਰੇਡੀ ਦਿੱਤਾ, 5-7 ਹੋਰ ਪੁਲਿਸ ਨੂੰ ਦੋਗੇ, ਤੁਸੀਂ ਝਿਜਕੋਗੇ, ਉਹ ਪੈਸਾ ਦੇਣ ਨੂੰ ਨਹੀਂ ਝਿਜਕਣਗੇ ਕੁੜੀ ਵਾਲੇ ਜਾਂ ਮੁੰਡੇ ਵਾਲੇ। ਇਹਦੇ 'ਚ ਜਿਹੜਾ ਤੁਸੀਂ ਕਿਹਾ ਕਿ ਤੁਸੀਂ ਉੱਥੇ ਜੇ ਤੁਸੀਂ ਪ੍ਰੋਫੈਸ਼ਨਲ ਹੋ, ਇਹ ਤਾਂ ਹੁਣ ਜਿਹੜਾ ਪਤਾ ਬਾਈ ਜੀ ਕੰਟਰੈਕਟ ਮੈਰਿਜ ਕਰਦਾ ਸੰਦੀਪ ਜੀ, ਉਹ ਵਿਚਾਰਾ ਇੰਨੇ ਜੋਗਾ ਨਹੀਂ ਹੁੰਦਾ ਕਿ ਉਹ ਈਮੇਲ ਕਰ ਸਕੇ। ਟੂ ਬੀ ਵੈਰੀ ਫਰੈਂਕ, ਉਹ ਭੌਂਦੂ ਹੀ ਹੁੰਦੇ ਆ ਬਹੁਤੇ, ਉਹ ਕਿੱਲਿਆਂ ਵਾਲੇ ਹੀ ਹੁੰਦੇ ਆ, ਅਟੈਚੀ ਚੱਕਣ ਵਾਲੇ ਹੁੰਦੇ ਆ ਮਾਤੜ। ਇਹਦੇ 'ਚ ਕੀ ਕੋਈ NGO ਜਾਂ ਜਿਵੇਂ ਤੁਸੀਂ ਲੋਕ ਕੰਮ ਕਰਦੇ ਹੋ, ਵਕੀਲ ਦੀ ਫੀਸ ਕਿੰਨੀ ਕੁ ਹੋ ਸਕਦੀ ਹੈ? ਮੇਰੇ ਖਿਆਲ ਇਹ ਖਰਚਾ ਸ਼ਾਇਦ ਬਹੁਤ ਘੱਟ ਹੈ ਉਰੇ ਥਾਣਿਆਂ 'ਚ ਪੈਸੇ ਚੜਾਉਣ ਤੇ ਟੈਲੀਵਿਜ਼ਨਾਂ ਤੇ ਆ ਕੇ ਆਪਣੀ ਇੱਜ਼ਤ ਲਟਾਉਣ, ਕਿਉਂਕਿ ਚਾਰ ਤੁਹਾਨੂੰ ਥੂ ਕਰਦੇ ਆ ਕਿ ਤੂੰ ਅੰਨਾ ਸੀ, ਪਿੰਡ ਵਾਲੇ ਮਿਹਣੇ ਮਾਰਦੇ ਆ। ਇਹਦਾ ਮਤਲਬ ਇਹ ਜਿਹੜਾ ਚੁਪਕੀ ਤਰੀਕਾ ਹੈ ਕਿ ਆਪਣਾ ਖਲਾਰਾ ਨਾ ਪਾਇਆ ਜਾਵੇ, ਢਿੱਡ ਨਾ ਨੰਗਾ ਕੀਤਾ ਜਾਵੇ, ਇਹ ਜਿਹੜਾ ਉੱਥੇ ਉਹਦਾ ਸਟੇਟਸ ਹੈਗਾ, ਉੱਥੇ ਉਹਨੂੰ ਘੇਰਨਾ ਮੇਰੇ ਖਿਆਲ ਜ਼ਿਆਦਾ ਬਿਹਤਰ ਹੋਏਗਾ। ਇਹਦੇ ਤੇ ਆਪਾਂ ਗੱਲ ਕਰਦੇ ਹਾਂ। ਇੱਕ ਸਰੋਤੇ ਪਹਿਲਾਂ ਜੁੜੇ ਨੇ, ਉਹਨਾਂ ਦੇ ਨਾਲ ਸਵਾਲਾਤ ਕੁਛ। ਤੁਸੀਂ ਔਨ 에ਅਰ ਹੋ ਜੀ, ਵੈਲਕਮ। ਹੈਲੋ ਬਾਈ ਜੀ, ਗੱਲ ਕਰੋ ਪਲੀਜ਼। 97 ਨੰਬਰ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਰ। ਤੁਹਾਡਾ ਵਧੀਆ ਮਹਿਸੂਸ ਕਰ ਸਕਦਾ, ਜਿੱਦਾਂ ਮਤਲਬ ਵਿਆਹ ਤੋਂ ਰਿਸ਼ਤੇ ਕਰ ਲੈਂਦੇ ਆ। ਸਾਡੇ ਪਿੰਡ ਦੇ ਵਿੱਚ 2 ਚਾਂਸ ਇਹੋ ਜਿਹੇ ਹੋਏ ਆ ਜੀ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ, ਕੀ ਹਾਦਸੇ ਹੋਏ ਤੁਹਾਡੇ ਪਿੰਡ 'ਚ ਇਦਾਂ ਦੇ ਮੈਰਿਜ ਦੇ? ਨਿਰਮਲ ਸਿੰਘ ਬੋਲਦਾ ਜੀ, ਮੈਂ ਹੁਸ਼ਿਆਰਪੁਰ ਏਰੀਆ, ਮੇਰਾ ਦੁੱਧਾ ਰਹਿਣਾ ਪਿੰਡ ਆ। ਅੱਛਾ ਜੀ। ਸਾਡੇ ਤੋਂ 2 ਇਹੋ ਜਿਹੇ ਚਾਂਸ ਹੋਏ ਆ, ਰਿਸ਼ਤੇ ਕਰਕੇ ਕੁੜੀਆਂ ਨੂੰ ਆਪਣੇ ਖਰਚੇ ਤੋਂ ਬਾਹਰ ਭੇਜਦਾ ਤੇ ਬਾਅਦ 'ਚ ਕੁੜੀਆਂ ਜਦੋਂ ਨਿਕਲ ਗਈਆਂ। ਓਕੇ, ਸਾਰਾ ਖਰਚਾ ਇੱਥੇ ਮੁੰਡਿਆਂ ਦੇ ਸਿਰ ਤੇ ਪੈ ਗਿਆ। ਹੁਣ ਜ਼ਮੀਨਾਂ ਵੇਚ ਕੇ ਆਪਣੇ ਉਹ ਕਰਜ਼ਾ ਆਪਣਾ ਲਾ ਰਹੇ ਆ। ਅੱਛਾ, ਮੁੰਡੇ ਵਾਲੇ ਨਾਲੇ ਟੀਚਰਾਂ ਲੋਕਾਂ ਦੇ ਮਿਹਣੇ। ਹਾਂਜੀ ਹਾਂਜੀ, ਬਹੁਤ ਬੁਰਾ ਹਾਲ ਹੈ। ਤਾਂ ਜਿੱਦਾਂ ਵਿਆਹ ਕਰਾ ਕੇ ਕਰਕੇ ਹੀ ਬੱਚੇ ਨੂੰ ਭੇਜੋ ਬਾਹਰ। ਮੈਂ ਆਪਣਾ ਲੜਕਾ ਭੇਜਿਆ ਸੀ, ਮੇਰਾ ਲੜਕਾ ਵਿਆਹ ਕਰਕੇ 2 ਸਾਲ ਬਾਅਦ ਅਸੀਂ ਭੇਜਿਆ। ਆਪ ਕੋਈ ਸਾਰਾ ਖਰਚਾ ਅਸੀਂ ਆਪ ਕੀਤਾ ਜੀ। ਹਾਂਜੀ ਜੀ ਜੀ ਜੀ, ਥੈਂਕ ਯੂ ਬਾਈ ਜੀ, ਮਿਹਰਬਾਨੀ। ਸੋ ਬਾਈ ਜੀ ਹੁਸ਼ਿਆਰਪੁਰ ਦੇ ਪਿੰਡ ਤੋਂ ਬੋਲ ਰਹੇ ਸਨ ਨਿਰਮਲ ਸਿੰਘ। ਕਹਿੰਦੇ ਇਹਨਾਂ ਦੇ ਪਿੰਡ ਦੇ ਵਿੱਚ ਮਤਲਬ ਹਰ ਪਿੰਡ ਦੀ ਗਲੀ ਦੀ ਇਹ ਕਹਾਣੀ ਫਰਾਡ ਦੀ ਹੈ। ਜੇ 5 ਮਹੀਨਿਆਂ 'ਚ 5 ਸਾਲਾਂ 'ਚ 3600 ਸ਼ਿਕਾਇਤਾਂ ਆ ਗਈਆਂ, ਸਿਰਫ 120 FIR ਹੋਈਆਂ। ਇਹ ਅੱਗੇ ਜਾ ਕੇ ਕਿੰਨੀਆਂ ਕੁ ਸਕਸੈਸ ਹੁੰਦੀਆਂ ਨੇ ਕੋਰਟ ਦੇ ਵਿੱਚ, ਲੁੱਟ ਲਟਾਈ ਉਲਟੀ ਹੈ। ਸੰਦੀਪ ਜੀ, ਮੇਰਾ ਇਹੀ ਸਵਾਲ ਸੀਗਾ ਕਿ ਇੱਥੇ ਪੈਸੇ ਲਟਾਉਣ ਨਾਲੋਂ ਥਾਣੇ ਕਚਹਿਰੀਆਂ 'ਚ, ਟੈਲੀਵਿਜ਼ਨਾਂ ਤੇ ਮੀਡੀਆ 'ਚ ਆਪਣਾ ਢਿੱਡ ਨੰਗਾ ਕਰਨ ਨਾਲੋਂ ਇਹ ਸ਼ਾਇਦ ਬਿਹਤਰ ਤਰੀਕਾ ਕਿ ਉਸ ਕੁੜੀ ਨੂੰ ਉਸ ਕੰਡੀਸ਼ਨ 'ਚ ਘੇਰਿਆ ਜਾਵੇ, ਕਿਉਂਕਿ ਜਦੋਂ ਉਹਦੀ ਵੀ ਬਹੁਤੀ ਬਦਨਾਮੀ ਨਹੀਂ ਹੋਏਗੀ, ਉਹਨੂੰ ਵੀ ਲੱਗੇਗਾ ਕਿ ਯਾਰ ਚਲੋ ਇੱਥੇ ਪੈਸੇ ਕਮਾਉਣੇ ਆ ਤੇ ਪੈਸੇ ਪੂਸੇ ਜਿੰਨੇ ਕਿ ਉਹਨਾਂ ਦੇ ਲਏ ਆ ਉਹਨੇ ਕਿ ਲਾਹ ਲੂ ਦੇਵਾਂਗੇ। ਉਹ ਮੇਰੇ ਖਿਆਲ ਜਦੋਂ ਤੁਸੀਂ ਦੁਸ਼ਮਣ ਨੂੰ ਵੀ ਜਲੀਲ ਨਹੀਂ ਕਰਦੇ ਨਾ, ਕਈ ਵਾਰੀ ਉਹ ਵੀ ਸਮਝੌਤੇ ਲਈ ਮੰਨ ਜਾਂਦਾ। ਪਰ ਅਸੀਂ ਮੀਡੀਆ 'ਚ ਆ ਕੇ ਦੁਸ਼ਮਣ ਨੂੰ, ਉਸ ਲੜਕੀ ਦੇ ਮਾਪਿਆਂ ਨੂੰ, ਭੈਣਾਂ ਨੂੰ, ਭਣੋਈਏ ਨੂੰ, ਮਾਂ ਪਿਓ ਨੂੰ ਇੰਨਾ ਜਲੀਲ ਕਰਦੇ ਆ ਕਿ ਅਗਲਾ ਗੁੱਸੇ 'ਚ ਆ ਕੇ ਹੋਰ ਤੁਹਾਡੇ ਤੇ ਪੈਸਾ ਤੁਹਾਡਾ ਹੀ ਲਾਈ ਜਾਂਦਾ। ਸਵਾਗਤ ਹੈ ਬਾਈ ਜੀ, 323 ਨੰਬਰ। ਹਾਂ, ਨਰਮਲ ਸਿੰਘ ਬੋਲਦਾ ਜੀ, ਭਾਗਸਰ ਪਿੰਡ ਹੋਰ ਤੋਂ ਜੀ। ਹਾਂਜੀ ਨਰਮਲ ਸਿੰਘ ਜੀ, ਸਵਾਗਤ। ਸਤਿ ਸ੍ਰੀ ਅਕਾਲ ਜੀ। ਅੱਛਾ, ਗੱਲ ਹੈ ਜੀ, ਇੱਕ ਆਪਣਾ ਇਹੀ ਜਿਹੜਾ ਚੱਲ ਰਿਹਾ ਪ੍ਰੋਗਰਾਮ, ਹੋ ਸਕਦਾ ਜੇ ਕਿਸੇ ਆਪਣੇ ਯਾਰ ਦੋਸਤ ਜਾਂ ਕੋਈ ਹੋਰ, ਜਿਵੇਂ ਆਪਣੇ ਮੈਂ ਮੁੰਡੇ ਦਾ ਕੀਤਾ, ਕੋਈ ਆਪਦੇ ਰਿਸ਼ਤੇਦਾਰੀ 'ਚ ਕੀਤਾ ਜਾਵੇ ਜਾਂ ਕੋਈ ਹੋਰ,
ਇਹੋ ਜਿਹਾ ਕੋਈ ਉਹ ਵਧੀਆ ਕੰਮ ਨਹੀਂ ਹੈਗਾ ਜੀ। ਉਹ ਹੋ ਜੇ ਤਾਂ ਮਤਲਬ ਜਿੱਥੇ ਤੁਹਾਡੀ ਡੀਲ ਗੁੱਡ ਹੈ ਹੋ ਜੇ ਤਾਂ ਬਿਹਤਰ ਹੈ, ਪਰ ਜੇ ਨਾ ਮਿਲੇ ਫਿਰ ਇਸ ਤਰ੍ਹਾਂ ਜੋ ਕਰਦੇ ਨੇ ਬਾਈ ਜੀ ਲੁੱਟੇ ਜਾਂਦੇ ਨੇ, ਉਹਦੇ ਵਰਗੀ ਉਸੇ ਗੱਲ ਨੂੰ ਮੈਂ ਕੱਲ ਦੇ ਪਰਸੋਂ ਦਾ ਸੁਣੀ ਜਾਂਦਾ ਜੀ ਇਹ ਤੁਹਾਡਾ ਪ੍ਰੋਗਰਾਮ ਵੀ ਬਹੁਤ ਇਹ 45 ਲੱਖ ਰੁਪਇਆ ਲਾ ਕੇ ਗਏ ਆ ਜੀ। ਕਿੰਨਾ ਦੁੱਖ ਹੁੰਦਾ ਜੀ। 3-4 ਕਿੱਲੇ ਵੇਚਤੇ ਉਹਨਾਂ ਨੂੰ ਜ਼ਮੀਨ ਦੇ। ਬਹੁਤ ਬੁਰਾ ਹਾਲ ਹੈ ਬਾਈ ਜੀ। ਇਹ ਤਾਂ ਬਹੁਤ ਅਜੇ ਢੱਕੀ ਰਿੱਝਦੀ ਹੈ, ਕੇਸ ਸਾਹਮਣੇ ਨਹੀਂ ਆ ਰਹੇ। ਥੈਂਕ ਯੂ ਨਿਰਮਲ ਸਿੰਘ ਜੀ, ਮਿਹਰਬਾਨੀ। ਸੰਦੀਪ ਜੀ ਇਹਦੇ 'ਚ ਇਹ ਦੱਸੋ ਕਿ ਜਿਹੜਾ ਈਮੇਲ ਪ੍ਰੋਸੈਸ ਹੈ ਕਿ ਤੁਸੀਂ ਉਹਨੂੰ ਤੁਹਾਡੀ ਜਿਹੜੀ ਦੁਸ਼ਮਣ ਹੀ ਲਾ ਲਓ, ਉਹਨੂੰ ਜਲੀਲ ਕਰਨ ਦੇ ਨਾਲੋਂ ਜੇ ਉਹਨੂੰ ਇਦਾਂ ਪਿੰਜਰੇ 'ਚ ਜਕੜੋ, ਉਹਦਾ ਸਟੇਟਸ ਤੇ ਸਵਾਲ ਖੜੇ ਕਰਾਓ ਕਿ ਈਮੇਲ ਕਰਨ ਦੇ ਨਾਲ ਸੰਬੰਧਿਤ ਅਮਰੀਕਾ ਦੀ ਇਮੀਗ੍ਰੇਸ਼ਨ ਨੂੰ, ਐਮਬੈਸੀ ਨੂੰ, ਕੈਨੇਡਾ ਦੀ ਨੂੰ, ਜਿੱਥੇ ਉਹ ਲੜਕੀ ਰਹਿ ਰਹੀ ਹੈ, ਕਿ ਉਹ ਈਮੇਲ ਕਰਨ ਦੇ ਨਾਲ ਉਹਦਾ ਸਟੇਟਸ ਹਾਈਲਾਈਟ ਹੋ ਜਾਂਦਾ, ਉਹ ਦੁਬਾਰਾ ਪੀਆਰ ਪਾਉਣ ਤੋਂ ਜਾਂ ਦੁਬਾਰਾ ਵਿਆਹ ਕਰਾਉਣ ਤੋਂ ਉਹ ਇੰਨੇ ਨਾਲ ਹੀ ਰੁਕ ਜਾਂਦੀ ਹੈ। ਇੱਕ ਤਾਂ ਇਹ ਦੱਸੋ ਕਿ ਕੋਈ ਸੰਸਥਾਵਾਂ ਇਦਾਂ ਦੀਆਂ ਈਮੇਲ ਜਾਂ ਇਸ ਤਰ੍ਹਾਂ ਦੇ ਕੇਸ ਨੂੰ ਹੈਂਡਲ ਕਰਦੀਆਂ ਨੇ ਲਾਇਰ ਤੋਂ ਬਿਨਾਂ ਵੀ, ਜਾਂ ਲਾਇਰ ਦਾ ਕੁੱਲ ਮਿਲਾ ਕੇ ਖਰਚਾ ਵੀ ਕੀ ਪੰਜਾਬ ਦੇ ਵਿੱਚ ਪੁਲਿਸ ਥਾਣਿਆਂ ਤੇ ਪੈਸੇ ਲਾਉਣ ਨਾਲੋਂ ਮੇਰੇ ਖਿਆਲ ਘੱਟ ਹੀ ਹੋਵੇਗਾ ਜੋ ਮੈਨੂੰ ਲੱਗਦਾ। ਇਹਦੇ ਤੇ ਅਪਡੇਟ ਦਿਓ। ਇੱਕ ਕਾਲ ਤਾਂ ਕਾਫੀ ਹੋਲਡ ਤੇ ਨੇ, ਪਲੀਜ਼ ਕਿਸੇ ਦਾ ਸਵਾਲ ਹੋਵੇ ਲੈ ਹੀ ਲੈਣੇ ਆਪਾਂ। ਸਵਾਗਤ ਹੈ ਸਰ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ ਰਾਣਾ ਸਾਹਿਬ, ਕਰਨੈਲ ਸਿੰਘ ਭਾਵੜਾ ਬੋਲ ਰਿਹਾ ਜੀ। ਭਾਵੜਾ ਸਾਹਿਬ ਸਵਾਗਤ ਹੈ ਆਪ ਜੀ ਦਾ। ਹੋਰ ਸੁਣਾਓ, ਤੁਹਾਡਾ ਮੁੱਦਾ ਬਹੁਤ ਵਧੀਆ ਚੁੱਕਿਆ ਹੈ ਜੀ। ਹਰਿਆਣਾ ਵੀ ਅਨੇਕਾਂ ਤਰ੍ਹਾਂ ਨਾਲ ਪੀੜਤ ਨੇ ਲੋਕ। ਕਈ ਜਿਹੜੀਆਂ ਬੱਚੇ ਲੜਕੀ ਨਾਲ ਵਿਆਹ ਕਰਦੇ ਨੇ ਵੀ ਸਾਡਾ ਮੁੰਡਾ ਬਾਹਰ ਚਲਾ ਜਾਏਗਾ। ਕਈ ਅਨੇਕਾਂ ਪਰਿਵਾਰ ਇਹਦੇ ਨੇ ਵੀ ਲੜਕੀਆਂ ਬਾਹਰ ਚਲੀਆਂ ਗਈਆਂ, ਮਾਂ ਪਿਓ ਨੇ ਆਪਦੇ ਪੈਸੇ ਲਾ ਕੇ ਭੇਜੀਆਂ ਤੇ ਉਹ ਚੁੱਪ ਚਪੀਤੀ ਉਧਰੋਂ ਆ ਕੇ ਆਪਦੇ ਜਿਹੜਾ ਫਰੈਂਡ ਹੈ ਉਹਦੇ ਨਾਲ ਵਿਆਹ ਕਰਕੇ ਵਾਪਸ ਮੁੜ ਜਾਂਦੀਆਂ ਤੇ ਉਹ ਮਾਂ ਪਿਓ ਕਲਪਦਾ ਹੀ ਰਹਿੰਦਾ। ਉਹਨੂੰ ਮਾਂ ਪਿਓ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਲੜਕੀ ਬੱਚਾ ਵੀ ਪੈਦਾ ਕਰ ਲੈਂਦੀ। ਜੀ ਹਾਂ, ਮਾਪਿਆਂ ਨੂੰ ਵੀ ਨਹੀਂ ਪਤਾ ਹੁੰਦਾ, ਇਹ ਵੀ ਗੱਲ ਹੈ। ਪਰ ਉਸ ਲੜਕੀਆਂ ਨੂੰ ਵੀ ਭਾਵੜਾ ਸਾਹਿਬ ਏਦਾਂ ਹੀ ਉਹਨਾਂ ਦੇ ਵੀ ਨਕੇਲ ਪਾਈ ਜਾ ਸਕਦੀ ਹੈ ਵੀ ਭਾਈ ਤੂੰ ਆਲਰੇਡੀ ਮੰਗੇਤਰ ਹੈ ਜਾਂ ਆਲਰੇਡੀ ਵਿਆਹੁਤਾ ਆ, ਤੂੰ ਏਦਾਂ ਖੁੱਲ੍ਹ ਖੇਡਾਂ ਨਹੀਂ ਖੇਡ ਸਕਦੀ। ਜੇ ਉਹਦਾ ਸਟੇਟਸ ਉੱਥੇ ਏਦਾਂ ਰੋਕਿਆ ਜਾਵੇ ਤਾਂ ਉਹ ਆਪਣੀ ਮਰਜ਼ੀ ਦਾ ਜਾਂ ਹੋਰ ਰਿਸ਼ਤਾ ਉਹ ਨਹੀਂ ਕਰ ਸਕਦੀ। ਉਸ ਕੇਸ 'ਚ ਮਾਪਿਆਂ ਨੂੰ ਵੀ ਫਾਇਦਾ, ਕੁੜੀ ਦੇ ਮਾਪਿਆਂ ਦੀ ਵੀ ਇੱਜ਼ਤ ਬਚਦੀ ਹੈ, ਮੁੰਡੇ ਵਾਲਿਆਂ ਦੀ ਤੇ ਬਚਣੀ ਹੈ ਜੀ। ਨਹੀਂ ਉਹਦੇ ਲਈ ਜਦੋਂ ਸਾਡੀਆਂ ਅਦਾਲਤਾਂ ਦਾ ਮਦਦ ਕਰਦੀਆਂ ਨੇ, ਸਾਡੀਆਂ ਅਦਾਲਤਾਂ ਤਾਂ ਜਿਹੜੀ ਕੁੜੀ ਵਿਆਹ ਇਸ ਤਰ੍ਹਾਂ ਆਪਣੇ ਆਪ ਕਰ ਲੈਂਦੀ ਉਹਨੂੰ ਸਾਰੀ ਪ੍ਰੋਟੈਕਸ਼ਨ ਦਿੰਦੀ ਹੈ। ਹਾਂ, ਉਹ ਤਾਂ ਮਦਦ ਕਰਦੀਆਂ ਨੇ। ਰੋਕ ਕਿਵੇਂ ਸਕਦੇ? ਰੋਕ ਸਕਦੇ ਨਹੀਂ। ਜਿਹੜਾ 16 ਸਾਲ ਦੀ ਜਿਹੜੀ ਭਾਜੇ ਉਹਨੂੰ ਵੀ ਪ੍ਰੋਟੈਕਸ਼ਨ ਦੇ ਰਹੇ ਨੇ। ਉਹਦੇ ਦੇ ਹਰ ਜ਼ਿਲ੍ਹੇ ਦੇ ਵਿੱਚ ਰੈਸਟ ਹਾਊਸ ਨੇ, ਉੱਥੇ ਪੁਲਿਸ ਉਹਨਾਂ ਦੇ ਅੱਗੇ ਪਿੱਛੇ ਲੱਗੀ ਏ। ਨਹੀਂ, ਪਰ ਜੇ ਆਲਰੇਡੀ ਮੈਰਿਡ ਹੈ ਨਾ ਭਾਵੜਾ ਸਾਹਿਬ, ਫੇਰ ਦੂਜਾ ਵਿਆਹ ਕਰਨ ਦਾ ਤਾਂ ਕਾਨੂੰਨਨ ਗਲਤ ਹੈ ਜਿੰਨੀ ਦੇਰ ਪਹਿਲਾਂ ਡਿਵੋਰਸ ਨਹੀਂ ਹੋਇਆ। ਇਹਦੇ 'ਚ ਤਾਂ ਬਹੁਤ ਲੋਕ ਫਸੇ ਨੇ ਦੂਜੇ ਵਿਆਹ। ਚਾਂਦ ਮੁਹੰਮਦ ਹੋਣਾ ਨੇ ਤਾਂ ਹੀ ਧਰਮ ਬਦਲਿਆ ਸੀ ਨਾ ਕਿ ਅਸੀਂ ਤਾਂ ਮੁਸਲਮਾਨ, ਧਰਮਿੰਦਰ ਨੇ ਤਾਂ ਹੀ ਬਦਲਿਆ ਸੀ। ਸੋ ਇਸ ਕਰਕੇ ਜੇ ਤੁਹਾਡਾ ਇੰਡੀਆ 'ਚ ਵੀ ਆਲਰੇਡੀ ਮੈਰਿਜ ਰਜਿਸਟਰਡ ਹੈ ਨਾ, ਤੁਸੀਂ ਦੂਜੀ ਵਾਰ ਘੋੜੇ ਨਹੀਂ ਚੜ ਸਕਦੇ ਜੀ। ਮਤਲਬ ਇਹ ਨਾ ਤੁਹਾਨੂੰ ਇਹ ਸਪੀਕਰ ਤੇ ਨਹੀਂ ਦੱਸ ਸਕਦਾ। ਇਹੋ ਜਿਹੇ ਸਿਆਣੇ ਬੰਦੇ ਨੇ ਜਿਨ੍ਹਾਂ ਨੇ ਤਿੰਨ ਖੇਤੀਆਂ ਸੀ ਜੀ। ਕਹਿ ਗਏ ਮੋਤੀ ਚੂਰ ਤੇ ਲੱਡੂ ਖਾਣੋਂ ਨਹੀਂ ਹਟਦੇ। ਥੈਂਕ ਯੂ ਭਾਵੜਾ ਸਾਹਿਬ, ਥੈਂਕ ਯੂ। ਤੇ ਯੂਕੇ ਤੋਂ ਬਾਈ ਜੀ ਕਵੈਂਟਰੀ ਤੋਂ ਗੁਰਵੀਰ ਜੀ ਸਵਾਗਤ ਹੈ, ਤੁਸੀਂ ਔਨ 에ਅਰ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਮੈਂ ਤੁਹਾਨੂੰ ਇਹ ਕਹਿਣਾ ਸੀ, ਜਿੱਦਾਂ ਤੁਸੀਂ ਕੰਟਰੈਕਟ ਮੈਰਿਜ, ਤੁਸੀਂ ਜਦੋਂ ਇਸ ਕੇਸ ਦੇ ਵਿੱਚ ਫਿਰ ਤੁਸੀਂ ਇਹ ਨਹੀਂ ਕਹਿਣਾ ਕੰਟਰੈਕਟ ਮੈਰਿਜ, ਕਿਉਂਕਿ ਇਹ ਪਹਿਲਾ ਫਰੋਡ ਤੁਸੀਂ ਆਪ ਹੀ ਕਰ ਲੈਂਦੇ ਆ। ਉਹ ਤਾਂ ਆਪ ਹੀ ਠੱਗੀ ਮਰਾ ਰਹੇ ਹੋ ਤੁਸੀਂ, ਬਿਲਕੁਲ। ਹਾਂਜੀ, ਉਹਦੇ ਵਿੱਚ ਫਿਰ ਤੁਹਾਡੀ ਸੁਣਵਾਈ ਹੈ ਨਹੀਂ, ਕਿਉਂਕਿ ਇਹ ਇੱਥੇ ਇੱਕ ਜਿੱਦਾਂ ਸ਼ੈਮ ਮੈਰਿਜਸ ਬਣ ਜਾਂਦੀਆਂ ਆ। ਉਹਦੇ ਵਿੱਚ ਉਹ ਤੁਹਾਡੀ ਸੁਣਵਾਈ ਨਹੀਂ ਕਰਦੇ। ਕੁੜੀਆਂ ਜਦੋਂ ਬਾਹਰ ਚਲ ਜਾਂਦੀਆਂ ਉੱਥੇ ਬਹੁਤ ਉਹਨਾਂ ਤੋਂ ਚਾਂਸ ਬਣ ਜਾਂਦੇ ਆ, ਉਹ ਵਕੀਲ ਕਰ ਲੈਂਦੀਆਂ। ਉਹ ਕਹਿੰਦੀਆਂ ਵੀ ਜਿੱਦਾਂ ਸਾਡੇ ਫੈਮਿਲੀ ਪ੍ਰੈਸ਼ਰ ਸੀ ਜਾਂ ਮੈਂ ਉਦੋਂ ਮੈਂਟਲੀ ਸੀਗੀ ਏਦਾਂ, ਬਿਕੋਜ਼ ਲੋਟਸ ਆਫ ਐਕਸਕਿਊਜ਼ ਉਹਨਾਂ ਤੋਂ ਹੋ ਜਾਂਦੇ ਆ। ਵੀ ਉਹ ਜਿੱਦਾਂ ਇੱਕ ਇਹਨਾਂ ਨੇ ਕਿਹਾ ਵੀ ਕੰਟਰੈਕਟ ਮੈਰਿਜ ਦੀ ਗੱਲ ਨਹੀਂ ਕਰਨੀ, ਦੂਜਾ ਉਹਦੇ ਨਾਲ ਕੰਟੈਕਟ ਰੱਖਣਾ ਤੁਸੀਂ। ਤੇ ਜੇ ਤੁਸੀਂ ਕੰਟੈਕਟ ਰੱਖਣਾ ਫਿਰ ਤੁਸੀਂ ਉਹਨਾਂ ਦੀ ਜਿੱਦਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਤੁਸੀਂ ਲੈਟਰ ਪਾ ਦਿਓ ਜਾਂ ਉਹਨਾਂ ਦੇ ਕਾਲਜ ਨੂੰ, ਜਿੱਦਾਂ ਉਹਨਾਂ ਨੇ ਸਾਰਾ ਕੁਛ ਦੱਸਿਆ। ਜਦੋਂ ਤੁਸੀਂ ਕੰਟਰੈਕਟ ਮੈਰਿਜ ਕਹਿੰਦੇ ਸਭ ਤੋਂ ਪਹਿਲਾਂ ਜਿੱਦਾਂ ਤੁਸੀਂ ਆਪ ਹੀ ਫਸ ਜਾਂਦੇ ਆ, ਆਪਣਾ ਕੇਸ ਖੁਦ ਕਮਜ਼ੋਰ ਕਰ ਲੈਂਦੇ ਨਾ ਮੂਰਖਮਤੀ ਦੇ ਵਿੱਚ। ਹਾਂਜੀ, ਆਪਣੇ ਗੱਲ ਫੰਦਾ ਪਾਉਣ ਵਾਲੀ ਗੱਲ ਹੁੰਦੀ। ਸੋ ਇਸ ਕਰਕੇ ਪਹਿਲੀ ਗੱਲ ਤੇ ਜੇ ਕੰਟਰੈਕਟ ਮੈਰਿਜ ਤੁਸੀਂ ਕਰਨੀ ਆ, ਉਹਦਾ ਤੁਸੀਂ ਇਹ ਮੈਂਸ਼ਨ ਹੀ ਨਹੀਂ ਕਰਨਾ, ਕਿਉਂਕਿ ਕਾਨੂੰਨੀ ਤੌਰ ਤੇ ਤੁਸੀਂ ਗਲਤ ਕਰ ਰਹੇ, ਇਹ ਕਰ ਨਹੀਂ ਸਕਦੇ। ਤੇ ਫਿਰ ਬਾਕੀ ਉਹਨੂੰ ਕੰਟਰੈਕਟ ਮੈਰਿਜ ਨਹੀਂ ਕਹਿਣਾ। ਇੱਕ ਜਿਹੜੀ ਸੁਸਾਈਡ ਹੋਈ ਮੁੰਡੇ ਨੇ ਕੀਤੀ, ਜਿੱਦਾਂ ਕਾਫੀ ਮਾੜਾ, ਉਹ ਮੈਂ ਦੇਖੀ ਸੀ ਨਿਊਜ਼, ਉਹਦਾ ਚਾਚਾ ਦਿਖਾ ਰਿਹਾ ਸੀ ਜੀ। ਤੇ ਹਾਂਜੀ, ਬਾਕੀ ਇਹੀ ਗੱਲ ਕਰਨੀ ਸੀਗੀ। ਸਰਿੰਦਰ ਸਾਹਿਬ ਆਉਣਗੇ ਜੀ।
ਮਿਹਰਬਾਨੀ, ਥੈਂਕ ਯੂ। ਲਓ ਆਪਾਂ ਬਸ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਵਧੀਏ। 2-3 ਸਵਾਲ ਨੇ। ਇੱਕ ਤਾਂ ਸੰਦੀਪ ਜੀ ਇਹ ਦੱਸੋ ਕਿ ਇਹ ਈਮੇਲ ਕਰਨਾ ਜਾਂ ਉਹ ਕਰਨਾ, ਇਹਦੇ ਲਈ ਕੁਝ NGO ਜਾਂ ਤੁਹਾਡੀਆਂ ਸੰਸਥਾਵਾਂ ਜਾਂ ਏਜੰਟ ਜਾਂ ਕਿਵੇਂ ਇਸ ਤਰ੍ਹਾਂ, ਕਿਉਂਕਿ ਉਹ ਵਿਚਾਰੇ ਈਮੇਲ ਨਹੀਂ ਕਰ ਪਾਉਂਦੇ ਮਾਪੇ, ਉਹਨਾਂ ਨੂੰ ਪ੍ਰੋਪਰ ਕੋਈ ਗਾਈਡ ਨਹੀਂ ਕਰਦਾ। ਬਹੁਤ ਸਾਰੀਆਂ NGO ਬਣੀਆਂ ਨੇ, ਉਹ ਵੀ ਇੰਨਾ ਪ੍ਰੋਪਰ ਕੰਮ ਨਹੀਂ ਕਰਦੀਆਂ ਇਸ ਤਰ੍ਹਾਂ ਦੇ ਇਸ਼ੂ ਤੇ। ਜਿਵੇਂ ਕੁਐਂਟਰੀ ਤੋਂ ਗੁਰਵੀਰ ਨੇ ਵੀ ਆਖਿਆ ਕਿ ਤੁਸੀਂ ਕੰਟਰੈਕਟ ਤਾਂ ਸ਼ੋਅ ਹੀ ਨਹੀਂ ਕਰਨਾ, ਅਗਲਾ ਕਹਿੰਦਾ ਤੁਸੀਂ ਵੀ ਤਾਂ ਠੱਗੀ ਖੁਦ ਮਰਵਾਈ ਹੈ। ਤੇ ਇੰਡੀਅਨ ਸਿਸਟਮ ਵੀ, ਪੁਲਿਸ ਵੀ ਜਾਂ ਲੋਕ ਵੀ ਫਿਰ ਝੇਡਾਂ ਕਰਦੇ ਨੇ, ਤੇ ਉੱਥੋਂ ਦਾ ਜਿਹੜਾ ਇਮੀਗ੍ਰੇਸ਼ਨ ਹੈ ਵਿਦੇਸ਼ ਦਾ, ਉਹ ਵੀ ਤੁਹਾਡੀ ਹੈਲਪ ਨਹੀਂ ਕਰਦਾ ਕਿ ਗਲਤ ਕੰਮ ਤੇ ਤੁਸੀਂ ਖੁਦ ਕੀਤਾ, ਹੁਣ ਪਛਤਾਉਂਦੇ ਹੋ। ਦੂਜੇ ਬੰਨੇ ਕਿ ਸ਼ਾਦੀ ਤੋਂ ਬਾਅਦ ਤੁਰੰਤ ਫਾਈਲਿੰਗ ਦੇ ਵਾਸਤੇ ਕੈਸ਼ ਪੈਸੇ ਦੇਣਾ ਤੇ ਸਿਕਿਉਰਿਟੀ ਦੇ ਤੌਰ ਤੇ ਚੈੱਕ ਲੈਣਾ। ਕੀ ਜਿਹੜਾ ਲੋਕੀ ਸੰਦੀਪ ਜੀ ਕੈਸ਼ ਪੈਸਾ ਦਿੰਦੇ ਨੇ ਲੜਕੀ ਨੂੰ, ਉਹਦਾ ਹੀ ਬਜਾਏ ਉਹਦਾ ਕੋਈ ਸਿਕਿਉਰਿਟੀ ਦਾ ਖਾਲੀ ਚੈੱਕ ਲੈਣਾ, ਇਹ ਕਿੰਨਾ ਕੁ ਵੈਲਿਡ ਹੈ? ਤੇ ਇਸ ਦੌਰਾਨ ਜਿਹੜਾ ਐਗਰੀਮੈਂਟ ਕਰਦੇ ਸਮੇਂ ਲੜਕਾ ਤੇ ਲੜਕੀ ਦੋਨਾਂ ਪੱਖਾਂ ਦੇ ਵਿੱਚ ਬਲੱਡ ਰਿਲੇਸ਼ਨ ਦੀ ਗਵਾਹੀ ਪਾਈ ਜਾਵੇ, ਉਹਨਾਂ ਦੇ ਖਾਸ ਬੰਦੇ ਦੀ, ਬਸ਼ਰਤੇ ਕਿਸੇ ਵਿਚੋਲੀਏ ਜਾਂ ਏਜੰਟ ਦੀ। ਸੋ ਸ਼ਾਦੀ ਦੇ ਦੌਰਾਨ ਮੈਰਿਜ ਸਰਟੀਫਿਕੇਟ ਦੇ ਨਾਲ ਨੌਨ ਗਵਰਨਮੈਂਟ ਐਗਰੀਮੈਂਟ ਕਰਨਾ, ਇਹ ਨੌਨ ਗਵਰਨਮੈਂਟ ਐਗਰੀਮੈਂਟ ਕੀ ਇਹਦੇ 'ਚ ਵੈਲਿਡ ਹੈ? ਚਲੋ ਨਹੀਂ ਤਾਂ ਆਪਣੇ ਵਕੀਲ ਸਾਹਿਬ ਆਂਦੇ ਸੁਰਿੰਦਰ, ਉਹਨਾਂ ਤੋਂ ਪੁੱਛ ਲੈਂਦੇ ਆ। ਜਿਹੜੇ ਵਿਚੋਲੇ ਨੇ ਉਹ ਹਮੇਸ਼ਾ ਆਇਲਟ ਕਲੀਅਰ ਜੋੜਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਰਹਿੰਦੇ ਨੇ, ਕਿਉਂਕਿ ਠੱਗੀਆਂ ਬਹੁਤ ਨੇ। ਆ ਕੱਲ ਪਰਸੋਂ ਦੀ ਠੱਗੀ ਬਟਾਲਾ ਦੇ ਕਲਾਨੌਰ ਦੀ ਹੈ ਕਿ ਇੱਕ ਵਿਚੋਲਾ 20,000 ਰੁਪਏ ਕਮਿਸ਼ਨ ਲੈ ਗਿਆ ਤੇ ਮੁੜ ਕੇ ਲਾੜੇ ਵਾਲੇ ਬਰਾਤ ਲੈ ਕੇ ਆ ਗਏ ਤੇ ਲਾੜੀ ਵਾਲਿਆਂ ਨੂੰ ਪਤਾ ਹੀ ਨਹੀਂ ਸੀ, ਸਾਹਾ ਚਿੱਠੀ ਵੀ ਭੇਜਤੀ, ਪਤਾ ਨਹੀਂ ਕੀ ਭੇਜਤਾ ਆਪਣੇ ਕੋਲੋਂ। ਸੋ ਇਸ ਕਰਕੇ ਉਹ ਵਿਚਾਰੇ ਲਾੜੇ ਵਾਲੇ ਸਾਹਾ ਚਿੱਠੀ ਲਈ ਫਿਰਦੇ ਆ। ਮਤਲਬ ਲੜਕੀ ਵਾਲਿਆਂ ਨੂੰ ਪਤਾ ਵੀ ਨਹੀਂ ਸੀ ਕਿ 27 ਜੂਨ ਨੂੰ ਸਾਡੇ ਘਰੇ ਬਰਾਤ ਢੁੱਕਣੀ ਹੈ। ਇੱਦਾਂ ਦੇ ਠੱਗ ਵੀ ਹੈਗੇ ਨੇ। ਹਾਲੈਂਡ ਤੋਂ ਭੁਪਿੰਦਰ ਸਿੰਘ ਭਾਰਤ ਜੁੜੇ ਨੇ, ਇਹਨਾਂ ਦੀ ਆਖਰੀ ਕਾਲ, ਉਸ ਤੋਂ ਬਾਅਦ ਸਮਾਪਤੀ। ਜੀ ਭਾਰਤ ਸਾਹਿਬ, ਤੁਸੀਂ ਔਨ 에ਅਰ ਹੋ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ ਤੇ ਤੁਹਾਡੇ ਗੈਸਟ ਨੇ ਜੀ ਜਿਹੜੇ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੰਦੀਪ ਜੀ ਜੀ ਟਵਾਣਾ ਸਾਹਿਬ, ਮੇਰਾ ਸਵਾਲ ਸੀਗਾ ਕਿ ਜੇ ਜਿੱਦਾਂ ਇਹ ਕਹਿ ਰਹੇ ਨੇ ਕਿ ਬਾਕੀ ਦੋਸਤ ਵੀ ਕਹਿ ਰਹੇ ਨੇ ਕਿ ਕੰਟਰੈਕਟ ਮੈਰਿਜ ਨਹੀਂ ਕਹਿਣਾ, ਪਰ ਜੇ ਇਹ ਕੇਸ ਫਾਈਲ ਕਰਦੇ ਨੇ ਵੀ ਅਸੀਂ ਮੈਰਿਜ ਦੇ ਤੌਰ ਤੇ ਕਰਦੇ ਹਾਂ, ਤਾਂ ਜੇ ਕੁੜੀ ਸਾਬਤ ਕਰ ਦੇਵੇ ਵੀ ਇਹਨਾਂ ਨੇ ਮੇਰੇ ਨਾਲ ਕੰਟਰੈਕਟ ਕੀਤਾ ਸੀ, ਉਹਦੇ ਅਕਾਊਂਟ 'ਚ ਪੈਸੇ ਗਏ ਨੇ, ਤਾਂ ਫਸ ਤਾਂ ਫੇਰ ਵੀ ਜਾਂਦੇ ਨੇ ਜੀ। ਜੀ ਕੋਈ ਨਹੀਂ, ਪੁੱਛ ਲੈਣੇ ਇਹਦਾ ਕੀ ਹੱਲ ਹੋਊਗਾ? ਇਹ ਪੁਆਇੰਟ ਪੁੱਛ ਲੈਣੇ ਆ, ਇਹ ਵੀ ਪੁਆਇੰਟ ਪੁੱਛ ਲੈਣੇ। ਥੈਂਕ ਯੂ। ਬਲਜਿੰਦਰ ਸਿੰਘ ਬਰਾੜ ਸੰਖੇਪ ਆ ਗਏ ਨੇ। ਬਰਾੜ ਸਾਹਿਬ, ਸਵਾਗਤ ਹੈ ਤੁਹਾਡਾ, ਵੈਲਕਮ ਸੰਖੇਪ ਚ ਜੀ। ਬਰਾੜ ਸਾਹਿਬ ਹੈਲੋ ਜੀ। ਸਾਹਿਬ ਜੀ, ਪਹਿਲੀ ਗੱਲ ਤਾਂ ਤੁਸੀਂ ਕੰਟਰੈਕਟ ਮੈਰਿਜ ਦੀ ਗੱਲ ਕੀਤੀ ਹੈ ਜੀ। ਤੁਸੀਂ ਕੈਨੇਡਾ ਦੇ ਲਾ ਪੜ੍ਹ ਕੇ ਦੇਖੋ, US ਦੇ ਲਾ ਪੜ੍ਹ ਕੇ ਦੇਖੋ, ਕੀ ਮੈਰਿਜ ਇਹ ਕੰਟਰੈਕਟ ਨਹੀਂ ਹੈ? ਮੈਰਿਜ ਇਹ ਕੰਟਰੈਕਟ ਦੇ ਹੈ ਬਿਟਵੀਨ ਟੂ ਕਪਲਸ। ਦੂਜੀ ਗੱਲ ਇਹ ਹੈਗੀ ਆ, ਜਦੋਂ ਲੋਕੀ 30 ਲੱਖ 40 ਲੱਖ ਰੁਪਇਆ ਲਾਉਂਦੇ ਆ, ਪਹਿਲੀ ਗੱਲ ਤਾਂ ਤੁਸੀਂ ਲੈਂਦੇ ਲੋਨ, ਵਿਆਜ ਤੇ ਪੈਸੇ ਲੈਂਦੇ 8-10% ਦੇ, ਜਿਹੜਾ ਕਿ 7-8 ਸਾਲ ਡਬਲ ਹੋ ਜਾਂਦਾ। ਚਲੋ ਬਸ ਸੰਖੇਪ ਚ ਆਪਾਂ ਗੱਲ ਕਰੀਏ ਬਰਾੜ ਸਾਹਿਬ, ਕਿਹਦਾ ਟੈਕਨੀਕਲ ਪੁਆਇੰਟ। ਹਾਂ ਪਲੀਜ਼। ਹਾਂ ਜੀ, ਜੇ ਮੁੰਡਾ ਜਾਂ ਕੁੜੀ ਵਿਆਹਣੀ ਆ, ਪਹਿਲੀ ਗੱਲ ਤੁਸੀਂ ਉਹਦੀ ਜ਼ਮੀਨ ਉਦੋਂ ਹੀ ਵੇਚ ਦਿਓ, ਵਿਆਜ ਤੇ ਪੈਸੇ ਨਾ ਫੜੋ। ਦੂਜੀ ਗੱਲ ਆ, ਜਿਹੜਾ ਤਹਿਸੀਲਦਾਰ ਜਦੋਂ ਮੈਰਿਜ ਰਜਿਸਟਰ ਕਰਦਾ, ਉੱਥੇ ਇਹ ਚੀਜ਼ਾਂ ਐਫੀਡੇਵਿਟ ਲਾਇਆ ਜਾ ਸਕਦਾ ਵੀ ਇਹ ਮੁੰਡੇ ਕੁੜੀ ਦਾ ਵਿਆਹ ਹੈ, ਉਹਨੇ ਮੁੰਡੇ ਨੇ ਇੰਨੇ ਪੈਸੇ ਲਏ, ਉੱਥੇ ਤੁਸੀਂ ਲੀਗਲੀ ਬਾਉਂਡ ਕਰ ਸਕਦੇ ਹੋ। ਦੂਜੀ ਗੱਲ ਹੈ ਕਿ ਕੈਨੇਡੀਅਨ ਗਵਰਨਮੈਂਟ ਜਦੋਂ GIC ਇਸ਼ੂ ਕਰਦੇ ਆ, ਉਦੋਂ ਉਹਨਾਂ ਤੋਂ ਡਿਟੇਲ ਲਈ ਜਾ ਸਕਦੀ ਵੀ ਇਹ ਤੁਸੀਂ ਪੈਸੇ ਕਿੱਥੋਂ ਪ੍ਰਾਪਤ ਕੀਤੇ ਆ, ਸੋਰਸ ਆਫ ਇਨਕਮ ਕੀਤੀ ਜਾ ਸਕਦੀ, ਕਿੱਥੋਂ ਤੁਸੀਂ ਲੈ ਕੇ ਆਏ ਹੋ ਪੈਸੇ। ਇਹ ਚੀਜ਼ਾਂ ਸਾਰੀਆਂ ਹੈਂਡਲ ਗਵਰਨਮੈਂਟ ਲੈਵਲ ਤੇ ਕੀਤੀਆਂ ਜਾਂਦੀਆਂ, ਲੋਕਾਂ ਨੂੰ ਆਪਣੇ ਲੈਵਲ ਤੇ ਕਰਨ ਦੀ ਲੋੜ ਨਹੀਂ। ਜੇ ਗਵਰਨਮੈਂਟਾਂ ਨੂੰ ਪ੍ਰੈਸ਼ਰਾਈਜ਼ ਕਰੋ, ਕੈਨੇਡੀਅਨ ਗਵਰਨਮੈਂਟ ਨੂੰ ਪ੍ਰੈਸ਼ਰ ਕਰੋ, ਤੁਹਾਡੇ ਕੰਟਰੀ ਦਾ 27,000 ਕਰੋੜ ਰੁਪਇਆ ਡਰੇਨ ਆਫ ਕਰ ਰਹੇ ਆ, ਪਿੱਛੇ ਤੋਂ ਰੌਲਾ ਪਾ ਰਹੇ ਆ, ਤੁਹਾਡੀ ਧਰਤੀ ਵਿਕਾ ਦੇਣੀ ਆ। ਜਿਹੜੇ ਤੁਹਾਡੇ ਫਾਰਮੂਲਾ ਆ ਗਏ, ਉਦੋਂ 30 ਲੱਖ ਦਾ ਤੁਸੀਂ ਕਰਜ਼ਾ ਲਈ ਜਾਂਦੇ ਹੋ, ਅਡਾਨੀਆਂ ਪਾਉਣੇ, ਤੁਹਾਡੀ ਜ਼ਮੀਨ ਲੈ ਕੇ ਆਓ ਜਾਣਾ, ਤੇ ਤੁਹਾਡੇ ਮੁੰਡੇ ਪੜ੍ਹਾਈ ਕਿੰਨੇ ਲੋਕਾਂ ਨੂੰ ਪੜ੍ਹਾ ਕੇ ਤੁਸੀਂ। ਥੈਂਕ ਯੂ। ਬਿਲਕੁਲ ਬਿਹਤਰ ਤਰੀਕਾ ਤਾਂ ਇਹੀ ਹੈ ਕਿ ਜਿਹੜਾ ਪੈਸਾ ਤੁਸੀਂ ਇਸ ਤਰ੍ਹਾਂ ਬਰਬਾਦ ਕਰਦੇ ਹੋ, ਆਪਣੇ ਬੱਚਿਆਂ ਨੂੰ ਅੱਛੀ ਤਾਲੀਮ ਦਿਓ, ਅੱਛੇ ਸਕੂਲਾਂ 'ਚ ਪੜ੍ਹਾਓ, ਅੱਛੇ ਸੰਸਕਾਰ ਦਿਓ। ਜੀ ਸੰਦੀਪ ਜੀ, 2-3 ਸਵਾਲ ਨੇ। ਇੱਕ ਤਾਂ ਇਹ ਸੀ ਕਿ ਜਿਹੜਾ ਕੈਸ਼ ਦਿੰਦੇ ਹੋ ਲੜਕੀ ਨੂੰ, ਕੋਈ ਇਸ ਤਰ੍ਹਾਂ ਮਦਦ ਦਿੰਦੇ ਹੋ, ਉਹਦਾ ਖਾਲੀ ਚੈੱਕ ਲੈਣਾ, ਇਹ ਨੁਕਤੇ ਸੁਖਬੀਰ ਬਾਜਵਾ ਹੋਰਾਂ ਨੇ ਵੀ ਸਾਂਝੇ ਕੀਤੇ ਨੇ। ਤੇ ਸ਼ਾਦੀ ਦਾ ਮੈਰਿਜ ਸਰਟੀਫਿਕੇਟ ਦੇ ਨਾਲ ਨੌਨ ਗਵਰਨਮੈਂਟ ਐਗਰੀਮੈਂਟ ਕਰਨਾ, ਤੇ ਐਗਰੀਮੈਂਟ ਕਰਦੇ ਸਮੇਂ ਲੜਕਾ ਤੇ ਲੜਕੀ ਦੋਨਾਂ ਪੱਖਾਂ ਦੇ ਵਿੱਚ ਜਿਹੜੀ ਗਵਾਹੀ ਹੈ ਉਹ ਬਲੱਡ ਰਿਲੇਸ਼ਨ ਦੀ ਪਾਉਣੀ। ਇਹ ਕੁਝ ਨੁਕਤੇ ਨੇ। ਦੂਸਰਾ ਭੁਪਿੰਦਰ ਭਾਰਤ ਹੋਰਾਂ ਦਾ ਸਵਾਲ ਸੀਗਾ, ਹਾਲੈਂਡ ਤੋਂ, ਨਾਰਵੇ ਤੋਂ, ਫਿਨਲੈਂਡ ਤੋਂ। ਕਹਿੰਦੇ ਜਦੋਂ ਤੁਸੀਂ ਜੇ ਸਪੋਜ਼ ਕਰੋ ਕੰਟਰੈਕਟ ਮੈਰਿਜ ਸ਼ੋਅ ਨਹੀਂ ਕਰਦੇ, ਜੇ ਉਹੀ ਕੰਟਰੈਕਟ ਲੜਕੀ ਸ਼ੋਅ ਕਰ ਦਿੰਦੀ ਹੈ ਤਾਂ ਤੁਹਾਡਾ ਕੇਸ ਕੀ ਪੁੱਠਾ ਪੈ ਸਕਦਾ ਜੀ?
ਜੀ ਹੋਰ ਕੋਈ ਨੁਕਤਾ ਹੋਵੇ ਉਹ ਵੀ ਸਾਂਝਾ ਕਰੋ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮਰਹੂਮ ਉਹਨਾਂ ਨੇ ਬਹੁਤ ਕੰਮ ਕੀਤਾ, ਉਹ ਵੀ ਕੁਝ ਅਮੈਂਡਮੈਂਟ ਕਰਨਾ ਚਾਹੁੰਦੇ ਸੀ ਪਰ ਉਹ ਮੁੜ ਕੇ ਸਭ ਠੰਡੇ ਬਸਤੇ ਪੈ ਗਿਆ। ਜੀ ਸਰ ਲਾਸਟ ਕੁਐਸਚਨ ਰਿਪੀਟ ਕਰੋਗੇ ਤੁਸੀਂ? ਨਾਰਵੇ ਵਾਲੇ ਪੁੱਛ ਰਹੇ ਸੀਗੇ ਭੁਪਿੰਦਰ ਸਿੰਘ ਭਾਰਜ, ਕਹਿੰਦੇ ਜੇ ਤੁਸੀਂ ਕੰਟਰੈਕਟ ਮੈਰਿਜ ਸਪੋਜ਼ ਕਰੋ ਆਪਾਂ ਸ਼ੋਅ ਨਹੀਂ ਕਰਦੇ, ਆਪਾਂ ਵਰੀ ਕਰਦੇ ਹਾਂ ਕਿ ਮੇਰੀ ਪਤਨੀ ਹੈ ਮੈਨੂੰ ਮਿਲ ਨਹੀਂ ਰਹੀ, ਉਹਦੇ ਬਾਰੇ ਲੱਭ ਕੇ ਦੱਸੋ। ਜੇ ਆਪਾਂ ਕੰਟਰੈਕਟ ਮੈਰਿਜ ਸ਼ੋਅ ਨਹੀਂ ਕਰਦੇ ਅਮਰੀਕਨ ਜਾਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੂੰ, ਉਹ ਕੁੜੀ ਸ਼ੋਅ ਕਰਦੇ ਕਿ ਕੰਟਰੈਕਟ ਮੈਰਿਜ ਹੈ ਜੀ ਮੇਰਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਤੇ ਫਿਰ ਇਹਦਾ ਮਤਲਬ ਕਹਿੰਦੇ ਫਿਰ ਤੁਹਾਡਾ ਇਹਦੇ 'ਚ ਨੁਕਸਾਨ ਨਹੀਂ ਹੋਏਗਾ ਜੇ ਕੁੜੀ ਸ਼ੋਅ ਕਰਦੇ ਜੇ ਤੁਸੀਂ ਨਹੀਂ ਸ਼ੋਅ ਕਰਦੇ? ਜੇ ਕੁੜੀ ਸ਼ੋਅ ਕਰਦੀ ਤਾਂ ਕੁੜੀ ਦੀ ਐਕਸ਼ਨ ਆਏਗੀ। ਸਭ ਤੋਂ ਪਹਿਲਾਂ ਸਰ ਇਹ ਕਿ ਜੇ ਕੁੜੀ ਸ਼ੋਅ ਕਰਦੇ ਤਾਂ ਸਭ ਤੋਂ ਵਧੀਆ ਕਿ ਕੁੜੀ ਸ਼ੋਅ ਕਰਦੇ ਕੰਟਰੈਕਟ ਮੈਰਿਜ ਆ, ਉਹ ਉਸੇ ਕੰਟਰੀ ਦੇ ਵਿੱਚ ਇਮੀਗ੍ਰੇਸ਼ਨ ਫਰਾਡ ਦੀ ਜਿਹੜੀ ਆ ਉਹ ਬਣ ਜਾਂਦੀ ਆ ਕਿ ਸ਼ੀ ਇਜ਼ ਕਨਵਿਕਟਡ ਆਫ ਇਮੀਗ੍ਰੇਸ਼ਨ ਫਰਾਡ। ਹਾਂਜੀ, ਉਹਦੇ ਵਿੱਚ ਉਹ ਕਦੀ ਨਹੀਂ ਕਰੇਗੀ, ਉਹ ਕਦੀ ਨਹੀਂ ਕਰੇਗੀ। ਤੇ ਜਿਹੜਾ ਤੁਹਾਡਾ ਪਹਿਲਾ ਕੁਐਸਚਨ ਸੀਗਾ ਕਿ ਸਿਕਿਉਰਿਟੀ ਲੈਣੀ ਹੈ ਜਿਹੜੀ ਚੈੱਕ ਦੀ ਸਿਕਿਉਰਿਟੀ ਤੁਹਾਨੂੰ, ਹਾਂਜੀ ਸਿਕਿਉਰਿਟੀ ਚੈੱਕ ਤੁਹਾਨੂੰ ਇੰਡੀਆ ਦੇ ਵਿੱਚ ਪਤਾ ਹੀ ਹੈ ਕਿ ਲਾਈਕ ਕਿੰਨਾ ਕੁ ਦੇ 2, 3, 4 ਸਾਲ ਚੱਲਦਾ ਹੀ ਰਹਿੰਦਾ ਹੈ ਕਿ ਕਿੰਨਾ ਸਿਕਿਉਰਿਟੀ ਚੈੱਕ ਤੁਸੀਂ ਉਹਦਾ ਵਿੱਚ ਲੈ ਲਓ। ਤੇ ਦੂਸਰੀ ਗੱਲ ਜਿਹੜੀ ਤੁਹਾਡੀ ਦੂਸਰਾ ਸੀਗਾ ਕਿ ਜਿਸ ਤਰ੍ਹਾਂ ਇਹ ਕਿਉਂਕਿ 22-44 ਹੁੰਦੇ ਨੇ ਜਿਹੜੇ 45 ਲੱਖ ਰੁਪਈਆ ਏਦਾਂ ਬਾਹਰ ਜਾਣ ਦਾ ਦਿੰਦੇ ਨੇ, ਜੇ ਉਹਦੇ ਤੇ 45,000 ਚੰਗੀ ਪੜ੍ਹਾਈ ਤੇ ਲਾ ਲੈਣ ਤਾਂ ਮੇਰੇ ਖਿਆਲ ਆਈਲੈਟ ਲਿਜਾ ਸਕਦੇ ਆ ਕੁਛ ਨਾ ਕੁਛ ਬੈਂਡ, ਪਰ ਉਹ ਕੰਮ ਨਹੀਂ ਕਰਨਾ। ਇਹਨਾਂ ਦਾ ਜਿਹੜਾ ਇਹ ਕੇਸ ਪ੍ਰੋਸੈਸ ਈਮੇਲ ਵਗੈਰਾ, ਕੀ ਕੋਈ NGO ਜਾਂ ਤੁਸੀਂ ਇਸ ਤਰ੍ਹਾਂ ਦੀ ਹੈਲਪ ਕਰ ਸਕਦੇ ਹੋ ਆਪਣਾ ਈਮੇਲ ਜਾਂ ਉੱਥੇ ਵਕੀਲ ਕਰਨ ਦੇ ਖਰਚੇ, ਕੀ ਪੰਜਾਬ ਪੁਲਿਸ ਥਾਣਿਆਂ ਦੇ ਵਿੱਚ ਪੈਸੇ ਲਟਾਉਣ ਨਾਲੋਂ ਇਹ ਬਿਹਤਰ ਤਰੀਕਾ ਹੈ? ਜਾਂ ਸੁਸ਼ਮਾ ਸਵਰਾਜ ਜੀ ਹੋਰਾਂ ਨਾਲ ਤੁਹਾਡੀਆਂ ਗੱਲਾਂ ਬਾਤਾਂ ਹੁੰਦੀਆਂ ਸੀ ਉਦੋਂ, ਅੱਛੇ ਮਿਨਿਸਟਰ ਰਹੇ ਨੇ ਉਸ ਮਾਮਲੇ 'ਚ, ਕਾਫੀ ਉਹਨਾਂ ਨੇ ਕੰਮ ਕੀਤਾ NRI ਦੇ ਮਾਮਲੇ 'ਚ, ਤੇ ਉਹਨਾਂ ਦੇ ਕੀ ਐਕਸਪੀਰੀਅੰਸ ਨੇ ਕਿ ਇਸ ਦੇ ਬਾਰੇ ਹੋਰ ਇੰਡੀਅਨ ਕਾਨੂੰਨ ਕਿਹੜਾ ਕਾਰਗਰ ਸਾਬਤ ਹੋਣਾ ਸੀਗਾ? ਕਿਉਂਕਿ ਬਹੁਤ ਵੱਡੀ ਸਮੱਸਿਆ ਪੰਜਾਬ ਲਈ ਆਉਣ ਵਾਲੇ ਸਮੇਂ 'ਚ। ਜੀ ਇਹਨਾਂ ਸਵਾਲਾਂ ਦਾ ਦਿਓ ਜਵਾਬ। ਸੰਦੀਪ ਜੀ ਆਪਣੀ ਈਮੇਲ ਵੀ ਦਿਓ ਜਾਂਦੇ ਜਾਂਦੇ। ਸਰ ਇਸ ਤਰ੍ਹਾਂ ਹੈ ਕਿ ਮੈਂ ਕਈ ਆਰਟੀਕਲਸ ਲਿਖ ਚੁੱਕਾ, ਹਜੇ ਪਬਲਿਸ਼ ਨਹੀਂ ਕੀਤੇ, ਕਿ ਆਉਣੇ ਵਾਲਾ ਪੈਂਡੈਮਿਕ ਜਿਹੜਾ ਪੰਜਾਬ ਲਈ ਹੋਏਗਾ ਉਹ ਹੋਏਗਾ ਇਸ ਤਰ੍ਹਾਂ ਦਾ ਫਰਾਡ, ਜਿਹੜਾ ਇਮੀਗ੍ਰੇਸ਼ਨ ਫਰਾਡ, ਆਈਲੈਟਸ ਹੋ ਗਿਆ, ਇਹ ਚੀਜ਼ਾਂ ਹੋ ਗਈਆਂ। ਤੇ ਉਸ ਦੇ ਵਿੱਚ ਕੀ ਆ ਕਿ ਮਤਲਬ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨਾਲ ਜਿਹੜਾ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਰਿਹਾ, ਉਹਦੇ ਵਿੱਚ ਉਸ ਟਾਈਮ ਤੇ ਕਾਫੀ ਉਹਨਾਂ ਨੇ ਹੈਲਪ ਕੀਤੀ, ਸਭ ਕੁਛ ਕੀਤਾ। ਤੇ ਜੇ ਆਪਾਂ ਕਹਿ ਰਹੇ ਕਿ ਥਾਣਿਆਂ ਦੇ ਵਿੱਚ ਇੱਥੇ ਉੱਥੇ ਆਪਾਂ ਪੈਸੇ ਬਰਬਾਦ ਕਰ ਲਈਏ, ਉਹ ਵੈਸੇ ਹੀ ਬਰਬਾਦੀ ਹੈ, ਉਹ ਤਾਂ ਦੇਣ ਦਾ ਕੋਈ ਫਾਇਦਾ ਨਹੀਂ। ਸੋਸ਼ਲ ਮੀਡੀਆ ਤੇ ਆ ਕੇ ਤੁਸੀਂ ਆਪਣਾ ਮਜ਼ਾਕ ਆਪ ਬਣਾ ਲੈਂਦੇ ਹੋ ਸਰ, ਠੀਕ ਹੈ ਜੀ। ਤੇ ਤੁਸੀਂ ਫਿਰ ਉਹ ਬਾਸੀ ਸ਼ੋਅ ਤੇ ਆ ਗਏ ਜਾਂ ਕਿਤੇ ਵੀ ਆ ਗਏ, ਅਗਲੇ ਨੇ ਤਾਂ ਪਰੋਸਣਾ ਹੀ ਹੈ, ਜੋ ਵੀ ਹੈਗਾ ਹੀ ਇਜ਼ ਐਂਕਰ, ਉਹਨੇ ਤਾਂ ਆਪਣੇ ਕੰਮ ਕਰਨਾ ਹੈਗਾ, ਠੀਕ ਹੈ ਜੀ। ਤੇ ਉਹਦੇ ਨਾਲੋਂ ਚੰਗਾ ਹੈ ਕਿ ਤੁਸੀਂ ਇੱਕ ਕਾਬਿਲ ਵਕੀਲ ਲੱਭੋ ਜਿਹੜਾ ਕਿ ਤੁਹਾਨੂੰ ਰੀਪ੍ਰੈਜ਼ੈਂਟ ਕਰ ਸਕੇ ਉਸ ਸਟੇਟ ਦੇ ਵਿੱਚ, ਉਸ ਗਵਰਨਮੈਂਟ ਦੇ ਵਿੱਚ, ਉਸ ਕੰਟਰੀ ਦੇ ਵਿੱਚ, ਜਿਹੜੀ ਤੁਹਾਡੀ ਪ੍ਰੈਜੈਂਟੇਸ਼ਨ ਦੇ ਸਕੇ ਉੱਥੇ, ਕਿ ਉਹ ਉਹਦੀ ਕੁੜੀ ਲਈ ਜਾਂ ਮੁੰਡੇ ਲਈ ਉਹ ਇੱਕ ਪ੍ਰੋਬਲਮ ਕ੍ਰੀਏਟ ਕਰ ਸਕਦਾ ਕਿ ਹਾਂ ਹੁਣ PR ਨਹੀਂ ਹੋ ਸਕਦੀ, ਜਾਂ ਇਹ ਹੁਣ ਆਪਣਾ ਜਿਹੜਾ ਕਿ ਅੱਗੇ ਦਾ ਵੀਜ਼ਾ ਐਕਸਟੈਂਡ ਨਹੀਂ ਕਰ ਸਕਦੀ, ਜਾਂ ਇੰਡੀਆ ਨਹੀਂ ਆ ਸਕਦੀ। ਮੇਰੇ ਐਕਸਪੀਰੀਅੰਸ ਨਾਲ ਇਹ ਰਿਹਾ ਕਿ ਜੇ ਤੁਸੀਂ MEA ਦੇ ਨਾਲ, ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਨਾਲ ਚੰਗੀ ਤਰ੍ਹਾਂ ਕਮਿਊਨੀਕੇਟ ਕਰਕੇ ਆਪਣੀ ਪ੍ਰੋਬਲਮ ਦੱਸਦੇ ਆ, ਬਟ ਜਿੱਥੋਂ ਤੱਕ ਮੇਰਾ ਵੀ ਐਕਸਪੀਰੀਅੰਸ ਹੈ ਕਿ ਜਿਹੜੇ ਬੱਚੇ ਆਈਲੈਟਸ ਨਹੀਂ ਕਰ ਸਕਦੇ ਮੁੰਡੇ, ਤੇ ਉਹ MEA ਦੇ ਨਾਲ ਵੀ ਕੀ ਕੰਟੈਕਟ ਕਰ ਪਾਓਗੇ ਤੇ ਕੀ ਉਹਨਾਂ ਨੂੰ ਸਮਝਾ ਪਾਓਗੇ, ਠੀਕ ਹੈ ਜੀ। ਜੇ ਤੁਸੀਂ MEA ਦੇ ਨਾਲ ਕੰਟੈਕਟ ਕਰ ਪਾਉਂਦੇ ਆ ਅੱਛੀ ਤਰ੍ਹਾਂ, ਉਹ ਤੁਹਾਡਾ ਰਿਵਰਟ ਬੈਕ ਕਰਦੇ ਆ ਤੇ ਤੁਹਾਡੀ ਪ੍ਰੋਬਲਮ ਨੂੰ ਲੈਂਦੇ ਆ ਐਜ਼ ਅ ਇਸ਼ੂ, ਉਹਨੂੰ ਸੋਲਵ ਕਰਦੇ ਆ, ਤੇ ਉਹ ਐਕਚੁਅਲੀ ਭੇਜਦੇ ਆ ਉੱਥੇ ਪਰਸਨ, ਇਨ ਪਰਸਨ ਕਾਉਂਸਲਰ ਦੇ ਥਰੂ, ਪੁਲਿਸ ਹੋ ਗਈ ਜਾਂ ਉਸ ਤਰ੍ਹਾਂ ਦੀ ਕੋਈ ਵੀ ਏਜੰਸੀ ਜਿਹੜੀ ਉੱਥੇ ਜਾਂਦੀ ਆ, ਉਹਦੇ ਕੋਲ ਜਿਹੜਾ ਵੀ ਐਡਰੈਸ ਤੁਸੀਂ ਮੈਂਸ਼ਨ ਕਰਦੇ ਆ, ਉਹਦਾ ਫੋਨ ਨੰਬਰ ਮੈਂਸ਼ਨ ਕਰਦੇ, ਉੱਥੇ ਜਾਂਦੇ ਆ, ਦੇ ਹੈਲਪ ਯੂ ਅਲੋਟ। ਇਹ ਨਹੀਂ ਹੈਗਾ ਕਿ ਇੰਡੀਅਨ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕੋਈ ਤੁਹਾਡੇ ਨਾਲ ਧੱਕਾ ਕਰਦੀ ਹੈ ਜਾਂ ਬਿਲਕੁਲ ਹੀ ਕੁਛ ਨਹੀਂ ਕਰਦੀ, ਨਹੀਂ, ਜੇ ਤੁਸੀਂ ਉਹਨਾਂ ਨਾਲ ਪ੍ਰੋਪਰ ਕਮਿਊਨੀਕੇਸ਼ਨ ਰੱਖੋਗੇ ਤੁਹਾਡੇ ਲਈ ਸਭ ਕੁਛ ਕਰਦੇ ਆ ਸਰ। ਤੇ ਰਹੀ ਗੱਲ ਕਿ ਕਿਸੇ ਨੂੰ ਹੈਲਪ ਦੀ ਲੋੜ ਆ, ਤਾਂ ਮੇਰਾ ਈਮੇਲ ਐਡਰੈਸ ਹੈਗਾ help.oss.fraud@gmail.com। ਇੱਥੇ ਤੁਸੀਂ ਆਪਣੀ ਸਾਰੀ ਕਿਊਰੀ ਭੇਜ ਸਕਦੇ ਆ, ਤੇ ਕਿਉਂਕਿ ਇਹ ਕਿਊਰੀ ਭੇਜੂਗੇ ਤੁਹਾਡੇ ਕੁਝ NGOs ਇੰਡੀਆ ਦੇ ਵਿੱਚ ਹੈਗੇ ਆ, ਕੁਝ NGOs ਜਿਹੜੇ ਅਬਰੋਡ ਹੈ, ਦੇ ਆਰ ਵਰਕਿੰਗ ਔਨ ਦੀਜ਼ ਇਸ਼ੂਜ਼, ਤੇ ਉਹ ਇਹਨਾਂ ਇਸ਼ੂਜ਼ ਤੇ ਵਰਕਆਊਟ ਕਰ ਰਹੇ ਆ। ਤੇ ਉਹਨਾਂ ਵਿੱਚ ਹਾਂ ਇਹ ਮੈਂ ਗਾਰੰਟੀ ਨਹੀਂ ਦਿੰਦਾ ਕਿ ਉਹ ਚਾਰਜ ਕਰਦੇ ਆ ਨਹੀਂ ਕਰਦੇ ਆ, ਪਾਵਰਲੀ ਕਰਦੇ ਆ ਜਾਂ ਨਹੀਂ ਕਰਦੇ, ਬਟ ਉਹਨਾਂ ਨਾਲ ਤੁਹਾਡਾ ਕੰਟੈਕਟ ਜਿਹੜਾ ਉਹ ਤੁਹਾਨੂੰ ਕਰਨਾ ਪਏਗਾ। ਤੁਹਾਡੀ ਰੀਪ੍ਰੈਜ਼ੈਂਟੇਸ਼ਨ ਇਜ਼ ਮਸਟ,
ਉੱਥੇ ਤੁਹਾਡੀ ਉਸ ਕੰਟਰੀ ਦੇ ਵਿੱਚ ਰਿਪਰੈਜ਼ੈਂਟੇਸ਼ਨ ਆ ਜਿਹੜੀ ਚਾਹੀਦੀ ਆ। ਅਦਰਵਾਈਜ਼ ਯੂ ਵਿਲ ਹੈਵ ਟੂ ਹੈਵ ਗੋ ਥਰੂ ਲੌਂਗ ਪ੍ਰੋਸੈਸ। ਜਿਹੜਾ ਲੌਂਗ ਪ੍ਰੋਸੈਸ ਹੈਗੀ ਇਹਦੀ ਜੇ ਤੁਸੀਂ ਲਾਇਰ ਵੀ ਹਾਇਰ ਕਰਦੇ ਆ ਤਾਂ ਵੀ ਇਹ ਤੁਹਾਡਾ 6 ਮਹੀਨੇ ਤੋਂ ਲੈ ਕੇ 2 ਜਾਂ 2.5 ਸਾਲ ਤੱਕ ਪ੍ਰੋਸੈਸ ਚੱਲਦਾ ਰਹੇਗਾ। ਬਟ ਆਊਟਕਮ ਹਾਂ ਜੀ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਹਿ ਲਓ ਕਿ ਹਾਂ ਮੈਂ ਥਾਣੇ ਦੇ ਦਿੰਦਾ, ਮੈਂ ਕਚਹਿਰੀ ਦੇ ਦਿੰਦਾ, ਮੈਂ WhatsApp Facebook ਤੇ ਹਰ ਚੀਜ਼ ਜਗ੍ਹਾ ਸਟੋਰੀ ਪਾ ਦਿੰਦਾ, ਉਹਦੇ ਨਾਲ ਕੁਛ ਨਹੀਂ ਹੁੰਦਾ। ਉਹਦਾ ਰਿਜ਼ਲਟ ਆਲਮੋਸਟ ਜ਼ੀਰੋ ਹੈ। ਇਹ ਆਪਣੇ ਪੰਜਾਬੀਆਂ ਦੀ ਟੈਂਡੈਂਸੀ ਵੀ ਹੈ ਕਿ ਤੁਸੀਂ ਜਸਟ ਯਕਦਮ ਚੱਕ-ਤਾਲ ਕਰ ਦਿਓ, ਮੈਂ ਮਾਰ ਦੂੰਗਾ, ਕਰ ਦੂੰਗਾ, ਐ ਕਰ ਦੂੰਗਾ, ਉਹ ਕਰ ਦੂੰਗਾ ਜੀ। ਉਹ ਚੀਜ਼ਾਂ ਜਿਹੜੀਆਂ ਉਹ ਸਰ ਨਹੀਂ ਚੱਲਦੀਆਂ ਉੱਥੇ, ਉਹਨਾਂ ਦੇ ਕਾਨੂੰਨ ਦੇ ਅੱਗੇ ਨਹੀਂ ਚੱਲਦੀਆਂ। ਦੇ ਆਰ ਇਨ ਬਾਉਂਡ ਇਨ ਸਿਸਟਮ, ਉਹਨਾਂ ਦੇ ਉੱਤੇ ਸਿਸਟਮ ਬਣਿਆ ਹੋਇਆ ਤੇ ਉਹ ਸਿਸਟਮ ਦੀ ਉਲੰਘਣਾ ਨਹੀਂ ਕਰੂਗੇ। ਉਹ ਕਦੀ ਵੀ ਤੁਸੀਂ ਜੇ ਕਹੋਗੇ ਉਹਨਾਂ ਨੂੰ ਕਿ ਹਾਂ ਇਹਨੂੰ ਚੱਕ ਲਿਆ, ਚੱਕ ਲਿਆ, ਏਦਾਂ ਕਰ ਲਾ, ਓਦਾਂ ਕਰ ਲਾ ਜੀ। ਸੰਦੀਪ ਜੀ ਇੱਕ ਕਾਲ ਲੈ ਲਈਏ। ਵਧੀਆ ਤੁਸੀਂ ਦੱਸਿਆ ਕਿ ਉਹ ਸਾਡੀ ਤਾਂ ਇਹ ਹੈ ਨਾ, ਅਸੀਂ ਦੇਖੋ ਠੀਕ ਹੈ ਉਹਦੇ ਨਾਲ ਸੰਬੰਧ ਸਾਡੇ ਵਿਗੜੇ ਹੈ, ਡੀਲ ਜਿਹਦੇ ਨਾਲ ਹੋਈ ਸੀ ਉਹਦੇ ਚ ਅਸੀਂ ਉਹਨੂੰ ਮਤਲਬ ਹਰ ਪੱਖੋਂ ਜਲੀਲ ਕਰਦੇ ਹਾਂ। ਗੁੱਸੇ 'ਚ ਦੋਹੇ ਤਰ੍ਹਾਂ ਜਲੀਲ ਹੋ ਕੇ ਇੱਕ ਦੂਸਰੇ ਤੇ ਜਾਨਲੇਵਾ ਉਤਾਰੂ ਹੋ ਜਾਂਦੀਆਂ ਨੇ, ਆਪਣਾ ਖਿਲਾਰਾ ਪਾ ਲੈਂਦੀਆਂ ਨੇ ਤੇ ਉਹ ਸਮਝੌਤਾ ਜਾਂ ਕਿਸੇ ਗੱਲ ਰਾਜੀਨਾਮਾ ਨਹੀਂ ਨਿਬੜਦਾ। ਸਿਰਫ ਹਰਾਸ਼ਮੈਂਟ ਤੋਂ, ਲੋਕਾਂ ਦੀ ਤੋਏ ਤੋਂ ਸਿਵਾ ਮੀਡੀਆ 'ਚ ਆ ਕੇ ਵੀ ਤੁਸੀਂ ਖੱਲ ਲਾਉਂਦੇ ਹੋ ਆਪਣੀ, ਉਸ ਤੋਂ ਸਿਵਾ ਕੁਛ ਨਹੀਂ ਹੈ। ਜਲੀਲ ਕਰ ਸਕਦੇ ਹੋ, ਹੋਰ ਕੀ ਕਰ ਸਕਦੇ ਹੋ? ਇਹਦਾ ਵਧੀਆ ਤਰੀਕਾ ਇਹੀ ਇੱਕ ਪ੍ਰੋਸੈਸ ਤੇ ਕੰਮ ਕੀਤਾ ਜਾਵੇ। ਜੀ ਬਾਈ ਜੀ ਸਵਾਗਤ, ਕੌਣ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ? ਹਾਂਜੀ ਬਲਵਿੰਦਰ ਭਾਈ ਜੀ, ਮੈਂ ਤਾਂ ਇਹ ਕਹਿਣਾ ਜਿਹੜੇ ਝੂਠ ਦੇ ਬੁਨਿਆਦ ਤੇ ਰਿਸ਼ਤੇ ਬਣਦੇ ਆ ਉਹ ਤਾਂ ਫਿਰ ਇਹੀ ਹਾਲ ਹੋਣਾ ਜੀ, ਚਾਹੇ ਨਾਮ ਚੜਾ ਲਓ ਚਾਹੇ ਕੁਛ ਕਰ ਲਓ। ਜਿਹੜਾ ਝੂਠ ਦੇ ਬੁਨਿਆਦ ਤੇ ਉਹ ਤਾਂ ਝੂਠ ਹੀ ਹੈ ਜੀ। ਜੀ ਤੇ ਦੂਜਾ ਮੈਂ ਪੁੱਛਣਾ ਚਾਹੁੰਦਾ ਵੀ ਅੱਜ ਸਿੱਧੂ ਦੀ ਤਾਂ ਪ੍ਰਿਅੰਕਾ ਗਾਂਧੀ ਨਾਲ ਮੀਟਿੰਗ ਹੋ ਗਈ, ਵੀ ਉਹਦਾ ਕੋਈ ਹੱਲ ਨਿਕਲੂ ਜਾਂ ਨਹੀਂ ਨਿਕਲੂਗਾ ਜੀ? ਕੋਈ ਨਹੀਂ, ਸੁਰਿੰਦਰ ਜੀ ਆ ਰਿਹਾ, ਉਹਦੇ ਤੇ ਪੋਲੀਟੀਕਲ ਇਸ਼ੂ ਤੇ ਗੱਲ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਭਾਈ ਜੀ। ਸਿੱਧੂ ਭਾਈ ਨੂੰ ਵੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ 4 ਸਾਲ ਤੋਂ ਪ੍ਰੋਗਰਾਮ ਸੁਣ ਰਿਹਾ ਪਰ ਕਾਲ ਪਹਿਲੀ ਵਾਰ ਕਰੀ ਆ ਜੀ। ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਜੀ ਤੁਸੀਂ? ਮਾਛਵਾੜਾ, ਸਾਜੋ ਮਾਜਰਾ ਪਵਾਤ, ਸਾਜੋ ਮਾਜਰਾ ਪਿੰਡ ਆ ਜੀ ਮੇਰਾ। ਸਾਜੋ ਮਾਜਰਾ ਪਵਾਤ, ਕੀ ਨਾਂ ਦੱਸਿਆ ਬਾਈ ਜੀ? ਪ੍ਰਹਲਾਦ ਸਿੰਘ ਸਿੱਧੂ। ਪ੍ਰਹਲਾਦ ਸਿੰਘ ਸਿੱਧੂ, ਥੈਂਕ ਯੂ ਸਿੱਧੂ ਸਾਹਿਬ, ਮਿਹਰਬਾਨੀ। ਗੱਲਬਾਤ ਦੇ ਅਖੀਰ ਵੱਲ ਨੂੰ ਆਪਾਂ ਵੱਧਦੇ ਹਾਂ ਸੰਦੀਪ ਜੀ ਦੇ ਨਾਲ। ਸੰਦੀਪ ਜੀ, ਕੀ ਸੁਸ਼ਮਾ ਸਵਰਾਜ ਨਾਲ ਜਾਂ ਐਕਸਟਰਨਲ ਮਿਨਿਸਟਰੀ ਨਾਲ ਕੰਮ ਕਰਦੇ ਹਾਂ ਹੁਣ ਵੀ, ਤੁਹਾਨੂੰ ਲੱਗਦਾ ਹੈ ਕਿ ਕੋਈ ਹੋਰ ਕਾਰਗਰ ਕਾਨੂੰਨ ਇਸ ਮਹਾਮਾਰੀ ਜਿਹੜੀ ਪੰਜਾਬੀਆਂ ਨੂੰ ਦਰਪੇਸ਼ ਹੈ, ਇਹ ਮੈਰਿਜ ਫਰਾਡ ਦੀ, ਇਹਦੇ ਤੋਂ ਬਚਣ ਦਾ ਕੋਈ ਹੋਰ ਤਰੀਕਾ, ਕੋਈ ਕਾਨੂੰਨ, ਕੋਈ ਕੰਮ ਕਰ ਸਕਦਾ ਹੈ? ਕੀ ਉਸ ਦੀ ਜ਼ਰੂਰਤ ਨਾਲ ਇਹ ਚੀਜ਼ਾਂ ਹੋਰ ਸੋਲਵ ਹੋ ਸਕਣਗੀਆਂ? ਉਹਦੇ ਬਾਰੇ ਵੀ ਜ਼ਰੂਰ ਦੱਸੋ ਤੇ ਜਾਂਦੇ ਜਾਂਦੇ ਆਪਣੀ ਈਮੇਲ ਜਾਂ ਹੋਰ ਕੋਈ ਤਜਰਬਾ ਉਹ ਵੀ ਸਾਂਝੇ ਕਰ ਦਿਓ ਜਾਂਦੇ ਜਾਂਦੇ। ਜੀ ਸੰਦੀਪ ਜੀ। ਹਾਲਾਂਕਿ ਇਹਦਾ ਕੀ ਤਰੀਕਾ ਵੀ ਬਚਣ ਦਾ ਕੀ ਹੋ ਸਕਦਾ? ਬਚਣ ਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਫਸਟ ਆਫ ਆਲ ਪੰਜਾਬੀ ਮੁੰਡਿਆਂ ਨੂੰ ਹੀ ਇਹ ਕਹਿ ਸਕਦਾ ਕਿ ਆਪਣਾ ਜੀ ਆਈਲੈਟਸ ਖੁਦ ਕਲੀਅਰ ਕਰ ਲਓ, ਥੋੜੀ ਬਹੁਤੀ ਮਿਹਨਤ ਕਰਕੇ, ਤੇ ਨਾ ਹੀ ਆਪਣੇ ਮਾਪੇ ਦਾ ਪੈਸਾ ਬਰਬਾਦ ਕਰੋ ਤੇ ਨਾ ਹੀ ਆਪਣੀ ਜ਼ਿੰਦਗੀ। ਹੁਣ ਕਈ ਬਹੁਤ ਸਾਰੇ ਰੋਜ਼ ਖਬਰ ਆਉਂਦੀ, ਇੱਕ ਥੋੜੇ ਦਿਨ ਹੋਏ ਇੱਕ ਬੜਾ ਜਵਾਨ ਜਿਹਾ ਮੁੰਡਾ ਲਾਈਕ ਬੜਾ ਹੀ ਜੰਗ ਲੱਗ ਰਿਹਾ ਸੀ, ਉਹਨੇ ਸੁਸਾਈਡ ਕਰ ਲਿਆ। ਤੇ ਆਪਣੇ ਸਾਈਕੋਲੋਜੀਕਲੀ ਆਪਣੇ ਬੱਚੇ ਦੇ ਆਰ ਨੋਟ ਸਟਰੋਂਗ, ਉਹ ਆਪਣਾ ਡਿਸੀਜ਼ਨ ਨਹੀਂ ਲੈ ਸਕਦੇ, ਕੁਛ ਨਹੀਂ ਕਰ ਸਕਦੇ। ਹਾਂਜੀ ਕੀ ਆ, ਮੈਂ +2 ਕੀਤੀ, ਮੈਂ ਆਈਲੈਟਸ ਕਰਨੀ, ਮੈਂ ਜਾਣਾ। ਜਿਹੜਾ ਨਹੀਂ ਕਰ ਸਕਦਾ ਉਹ ਕਹਿ ਰਿਹਾ ਕਿ ਹਾਂਜੀ ਮੈਂ ਕੁੜੀ ਲੱਭਣੀ ਆਈਲੈਟਸ ਵਾਲੀ ਤੇ ਮੈਂ ਜਾਣਾ। ਤੇ ਉਸ ਤੋਂ ਪਹਿਲਾਂ ਕਿ ਲਾਈਕ ਜੇ ਤੁਸੀਂ ਇਹ ਕਰ ਸਕੋ ਕਿ ਜੇ ਹੁਣ ਤੁਹਾਨੂੰ ਇਹ ਸਿਚੁਏਸ਼ਨ ਆ ਹੀ ਗਈ ਹੈ ਕਿ ਤੁਸੀਂ ਜਾਣਾ ਹੀ ਜਾਣਾ ਹੈ ਔਰ ਇਸੇ ਤਰੀਕੇ ਦੇ ਨਾਲ ਜਾਣਾ ਆ, ਤਾਂ ਫਸਟ ਆਫ ਆਲ ਜਿਹੜਾ ਮੈਂ ਸ਼ੁਰੂ 'ਚ ਦੁਹਰਾਇਆ ਸੀ ਕਿ ਮੈਰਿਜ ਸਰਟੀਫਿਕੇਟ, ਤੁਹਾਡਾ ਨੇਮ ਔਨ ਪਾਸਪੋਰਟ, ਦੈਨ ਆਲ ਦਾ ਡਾਕੂਮੈਂਟ, ਸਾਰੇ ਡਾਕੂਮੈਂਟਸ ਦੀ ਕਾਪੀ, ਕਿੱਥੇ ਉਹ ਰਹਿ ਰਹੀ ਆ, ਕਿੱਥੇ ਕਾਲਜ ਦੇ ਵਿੱਚ ਜਾ ਰਿਹਾ ਹੈ ਬੱਚਾ, ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਉਹ ਤੁਹਾਡੇ ਕੋਲ ਇੱਕ ਕਾਪੀ ਪੂਰੀ ਹੋਣੀ ਚਾਹੀਦੀ ਹੈ। ਤੇ ਇੱਕ ਵਾਰੀ ਜਦੋਂ ਆਫਰ ਲੈਟਰ ਆਉਂਦੀ ਹੈ ਤੁਹਾਨੂੰ, ਜਦੋਂ ਆਫਰ ਲੈਟਰ ਆਉਂਦੀ ਆ ਉਹਦੇ ਵਿੱਚ ਇੱਕ ਵਾਰੀ ਜਦੋਂ ਤੁਸੀਂ ਉਹਨੂੰ ਸਾਈਨ ਕਰਕੇ ਭੇਜਦੇ ਆ ਤਾਂ ਉਹਦੇ ਵਿੱਚ ਇੱਕ ਮੈਂਸ਼ਨ ਕਰ ਦਿਓ ਕਿ ਗਰਲ ਔਰ ਬॉय ਇਜ਼ ਮੈਰਿਡ, ਤੁਹਾਡਾ ਮੈਰਿਟਲ ਸਟੇਟਸ ਕੀ ਹੈਗਾ ਆ। ਠੀਕ ਹੈ ਜੀ, ਉਹਦੇ ਵਿੱਚ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਏਗਾ ਕਿ ਮੈਰਿਟਲ ਸਟੇਟਸ ਤੁਹਾਨੂੰ ਦੇ ਰਹੇ ਜਾਂ ਨਹੀਂ ਦੇ ਰਹੇ, ਉੱਥੇ ਤੁਸੀਂ ਬਚ ਸਕਦੇ ਆ ਜੀ। ਦੂਸਰੀ ਗੱਲ ਹੈ ਕਿ ਇੱਕ ਸਭ ਤੋਂ ਇੰਪੋਰਟੈਂਟ ਗੱਲ ਕਰਨੀ ਜਿਹੜੀ ਮੈਂ ਕਰਨੀ ਚਾਹੁੰਦਾ ਸੀ, ਭੁੱਲ ਗਿਆ, ਕਿ ਕਦੀ ਵੀ ਤੁਹਾਨੂੰ ਕੋਈ ਰਜਿਸਟਰਡ ਪੋਸਟ ਕੈਨੇਡਾ ਤੋਂ ਆਉਂਦੀ ਆ, ਚਾਹੇ ਉਹ ਤੋਂ ਡਰੋ ਨਾ, ਕਿਉਂਕਿ ਬੇਸਿਕਲੀ ਕੀ ਕਰਦੇ ਆ ਕਿ ਆਪਣੇ
पोस्ट मास्टर ਨੂੰ ਜਾਂ ਪੋਸਟਮੈਨ ਨੂੰ ਕਰਦੇ ਕਿ ਹਾਂ ਜੀ ਮੇਰੇ ਨਾਮ ਦੀ ਕੋਈ ਰਜਿਸਟਰ ਮੇਰੇ ਕੈਨੇਡਾ ਤੋਂ ਆਵੇ, ਉਹ ਜਾਂ ਕੁੜੀ ਵਾਲੇ ਜਾਂ ਮੁੰਡੇ ਵਾਲੇ ਕੋਈ ਵੀ ਕਹਿਣ ਕਿ ਹਾਂ ਜੀ ਉਹਨੂੰ ਅਸੈਪਟ ਨਹੀਂ ਕਰਨਾ। ਉਹਨੂੰ ਤੁਸੀਂ ਅਸੈਪਟ ਕਰ ਲਈ ਆ ਔਰ ਨਹੀਂ ਕਰ ਲਈ ਆ, ਉਹਦੀ ਦੋਨਾਂ ਦੀ ਇੱਕ ਤਰ੍ਹਾਂ ਦੀ ਅਸੈਪਟੈਂਸ ਹੀ ਹੁੰਦੀ ਆ। ਉਹਦੇ ਆਧਾਰ ਤੇ ਤੁਹਾਡਾ ਜਿਹੜਾ ਉੱਥੇ ਹੈਗਾ ਕਿ ਉਹ ਵਾਪਸ ਜਾਂਦੀ ਹੈ ਕਿ ਹਾਂਜੀ ਉਹਨੇ ਅਸੈਪਟ ਨਹੀਂ ਕੀਤੀ, ਮੁੰਡੇ ਨੇ ਅਸੈਪਟ ਨਹੀਂ ਕੀਤੀ ਜਾਂ ਕੁੜੀ ਨੇ ਅਸੈਪਟ ਨਹੀਂ ਕੀਤੀ ਜਾਂ ਮਾਪੇ ਨੇ ਅਸੈਪਟ ਨਹੀਂ ਕੀਤੀ। ਉਹਨੂੰ ਅਸੈਪਟ ਕਰ ਲਓ, ਖੋਲ ਕੇ ਦੇਖੋ, ਫਿਰ ਸਾਨੂੰ ਉਹਦਾ ਐਡਰੈਸ, ਈਚ ਐਂਡ ਐਵਰੀਥਿੰਗ, ਕਾਲਜ ਜਿੱਥੋਂ ਵੀ ਆਈ ਆ, ਉਹਦੇ ਕਿਹੜੇ ਲਾਇਰ ਤੋਂ ਆਈ ਆ, ਕਿਉਂਕਿ ਇੱਕ ਵਾਰੀ ਤੁਹਾਨੂੰ ਉਹ ਆਏਗੀ ਜਦੋਂ ਉਹ ਕੁੜੀ ਲੌਜ ਕਰੇਗੀ, ਤੇ ਉਹ ਲੌਜ ਕਰੇਗੀ ਤੁਹਾਨੂੰ ਆਏਗੀ ਅਸੈਪਟੈਂਸ ਦੀ ਜਿਹੜੀ ਲੈਟਰ ਆਏਗੀ ਵਕੀਲ ਵੱਲੋਂ ਆਏਗੀ, ਉਹਨੂੰ ਅਸੈਪਟ ਕਰਕੇ ਦੇਖ ਲਓ, ਖੋਲ ਲਓ, ਤੇ ਉਸ ਤੋਂ ਬਾਅਦ ਜਿਹੜੇ ਉਹ ਡਿਟੇਲਸ ਤੁਹਾਡੇ ਕੋਲ ਆ ਜਾਣਗੀਆਂ ਕਿ ਕੀ ਚੱਲ ਕੀ ਰਿਹਾ ਹੈ ਐਟ ਦਾ ਮੋਮੈਂਟ। ਆਪਾਂ ਕੀ ਕਰਦੇ ਹਾਂ, ਆਪਾਂ ਪਿੱਛੋਂ ਕਹਿ ਦਿੰਦੇ ਡਾਕੀਏ ਨੂੰ ਕਿ ਲਾਈਕ ਮੇਰੀ ਕੋਈ ਬਾਹਰੋਂ ਆਏ ਰਜਿਸਟਰੀ ਆਏ ਜਾਂ ਸਮਥਿੰਗ, ਜਸਟ ਟੇਕ ਇਟ ਬੈਕ, ਉਹਨੂੰ ਵਾਪਸ ਲੈ ਜਾਓ। ਤੇ ਠੀਕ ਹੈ ਜੀ, ਉਹਨੂੰ ਅਸੈਪਟ ਕਰ ਲਓ ਜੀ। ਸੋ ਬਹੁਤ ਬਹੁਤ ਧੰਨਵਾਦ ਸੰਦੀਪ ਜੀ, ਤੁਸੀਂ ਬਾਕਮਾਲ ਜਾਣਕਾਰੀਆਂ ਦਿੱਤੀਆਂ ਕਿ ਫਾਲਤੂ ਦੇ ਲਫੜਿਆਂ ਦੇ ਨਾਲੋਂ ਜੇ ਕੋਈ ਨਿੱਘਰ ਠੋਸ ਕੰਮ ਕੀਤਾ ਜਾਵੇ, ਕੰਟਰੈਕਟ ਤੁਸੀਂ ਪਹਿਲਾਂ ਕੀਤਾ ਸੀ, ਕੰਪਰੋਮਾਈਜ਼ ਪਹਿਲਾਂ ਕੀਤਾ ਸੀ, ਕੰਪਰੋਮਾਈਜ਼ ਨਾਲ ਹੀ, ਸਮਝੌਤਿਆਂ ਨਾਲ ਹੀ ਵੱਡੀਆਂ ਵੱਡੀਆਂ ਸਮੱਸਿਆਵਾਂ ਹੱਲ ਹੁੰਦੀਆਂ ਨੇ। ਸੋ ਮੀਡੀਆ ਦੇ ਵਿੱਚ ਆ ਕੇ ਥਾਣਿਆਂ ਕਚਹਿਰੀਆਂ 'ਚ ਇੱਜ਼ਤ ਰਲਾ ਕੇ ਵੀ ਬਾਹਲਾ ਕੁਛ ਨਹੀਂ ਸੌਰਨਾ ਇਸ ਕੇਸ ਦੇ ਵਿੱਚ, ਇਹ ਗੱਲ ਸਪਸ਼ਟ ਹੈ। ਸਕਸੈਸ ਰੇਟ ਬਹੁਤ ਘੱਟ ਹੈ ਇਸ ਦੇ ਵਿੱਚ। ਬਹੁਤ ਕੇਸਾਂ 'ਚ ਹੁੰਦਾ ਕਿ ਚਲੋ ਜੇ ਮਾਪੇ ਸ਼ਰਮ ਮੰਨ ਲੈਂਦੇ ਨੇ, ਉਹ ਮੋੜ ਦਿੰਦੇ ਨੇ ਪੈਸਾ, ਪਰ ਮੁਸ਼ਕਿਲ ਬਹੁਤ ਇਹਦੇ ਵਿੱਚ ਆਉਂਦੀ ਹੈ। ਸੋ ਇਸ ਕਰਕੇ ਵਧੀਆ ਤਰੀਕਾ ਕਿ ਉਸ ਨੂੰ, ਕੁੜੀ ਨੂੰ ਉਸਦੇ ਸਟੇਟਸ ਤੇ, ਜਿਸ ਤਰ੍ਹਾਂ ਤੁਸੀਂ ਇਹ ਨੁਕਤਾ ਦਿੱਤਾ, ਉਹ ਬਿਹਤਰ ਤਰੀਕਾ। ਸਮਾਂ ਉਨਾ ਕੀ ਲੱਗ ਜਾਂਦਾ, ਕੋਰਟ ਕਚਹਿਰੀ ਤੁਹਾਨੂੰ ਲੱਗਦਾ ਕਿ ਅੱਜ ਨਿਬੜ ਜੂ ਕੱਲ੍ਹ ਨਿਬੜ ਜੂ, ਕੋਰਟ ਕਚਹਿਰੀਆਂ ਤੇ ਵੀ ਚਾਰਜ ਫਾਈਲ ਹੁੰਦਿਆਂ ਬਹੁਤ ਸਮਾਂ ਲੱਗਦਾ, ਲੰਮੀਆਂ ਵਕੀਲਾਂ ਦੀਆਂ ਜਰਾ, ਇਸ ਤੋਂ ਬਾਅਦ ਨਿਆਣੇ ਵੀ ਜੰਮ ਪੈਂਦੇ ਆ ਤੇ ਤੁਹਾਡਾ ਕੇਸ ਫਿਰ ਵੀ ਕਿਸੇ ਤੁਹਾਨੂੰ ਪਤਾ ਨਹੀਂ ਲੱਗਦਾ, ਕਿਉਂਕਿ 3600 ਸ਼ਿਕਾਇਤਾਂ ਚੋਂ 5 ਸਾਲਾਂ ਦੇ ਦੌਰਾਨ 150 ਕਰੋੜ ਦੀ ਠੱਗੀ ਹੋਈ ਹੈ ਤੇ ਸਿਰਫ 120 FIR ਦਰਜ ਹੋਈਆਂ ਨੇ, ਤੇ ਇਹਦੇ 40-40 ਲੱਖ ਤੱਕ ਲੋਕਾਂ ਨੇ ਖਰਚਾ ਕੀਤਾ। ਸੋ ਇਸ ਕਰਕੇ ਇਸ ਖਲਜਗਣ ਤੋਂ ਬਚਣ ਦਾ ਇਹ ਵਧੀਆ ਤਰੀਕਾ ਇਹੀ ਹੈ। ਇੱਕ ਆਖਰੀ ਕਾਲ, ਸ਼ਾਇਦ ਕੋਈ ਸਵਾਲ ਨਾ ਹੋਵੇ ਸੰਦੀਪ ਜੀ, ਉਸ ਤੋਂ ਬਾਅਦ ਫਿਰ ਬੁਲਾਉਣੇ ਆ ਫਤਿਹ। ਤੁਸੀਂ ਆਨ 에ਅਰ ਹੋ ਸਰ, ਵੈਲਕਮ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਜਗਤਾਰ ਸਿੰਘ ਬੋਲ ਜੀ, ਚਮਕੌਰ ਸਾਹਿਬ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜਗਤਾਰ ਸਿੰਘ ਜੀ? ਪਿੱਛੇ ਰੇਡੀਓ ਬੰਦ ਕਰ ਦਿਓ ਜੀ। ਹਾਂਜੀ ਟਵਾਣਾ ਸਾਹਿਬ ਜੀ, ਤੇ ਅੱਜ ਵਿਸ਼ਾ ਵਧੀਆ, ਬਹੁਤ ਵਧੀਆ ਚੁਣਿਆ ਜੀ ਇਹ, ਤੇ ਸਾਡੇ ਵੀ 2-3 ਰਿਸ਼ਤੇਦਾਰੀਆਂ ਦੇ ਵਿੱਚ ਇਹੀ ਫਰਾਡ ਹੋਇਆ ਜੀ। ਕੁੜੀਆਂ ਆ ਕੇ ਢਵਾਈ ਤੋਂ ਮੁੰਡਿਆਂ ਨੂੰ ਲੈ ਗਈਆਂ ਜੀ ਵਿਆਹ ਕਰਾ ਕੇ। ਓਕੇ, ਕੋਈ ਨਹੀਂ, ਤੁਹਾਨੂੰ ਕਿਸੇ ਹੈਲਪ ਦੀ ਜ਼ਰੂਰਤ ਹੋਵੇ ਸਾਡੇ ਨਾਲ ਸੰਪਰਕ 'ਚ ਰਹਿਣਾ। ਅਸੀਂ ਆਪਣੇ ਤੌਰ ਤੇ ਜਿਹੜੀ NGO ਆ ਜਾਂ ਇਹਨਾਂ ਦੇ ਅੱਗੇ ਕੰਟੈਕਟ ਨੇ, ਇਹ ਤੁਹਾਨੂੰ ਦੇ ਦਾਂਗੇ। ਬਹੁਤ ਬਹੁਤ ਧੰਨਵਾਦ ਜਗਤਾਰ ਸਿੰਘ ਜੀ, ਮਿਹਰਬਾਨੀ। ਆਪ ਸਭ ਸੱਜਣਾਂ ਨੂੰ ਬੇਨਤੀ ਹੈ ਕਿ ਸੰਦੀਪ ਜੀ ਦੀ ਈਮੇਲ ਇਹਨਾਂ ਨੇ ਅਨਾਉਂਸ ਕੀਤੀ ਹੈ। ਕਿਸੇ ਨੂੰ ਇਸ ਮਾਮਲੇ ਦੇ ਵਿੱਚ ਹੈਲਪ ਦੀ ਲੋੜ ਹੋਵੇ, ਥਾਣਿਆਂ ਕਚਹਿਰੀਆਂ 'ਚ ਇੱਜ਼ਤਾਂ ਰਲਾਉਣ ਨਾਲੋਂ ਬਿਹਤਰ ਤਰੀਕਾ ਹੈ ਕਿ ਇਸ ਨੂੰ, ਜਿਸ ਤਰ੍ਹਾਂ ਤੁਸੀਂ ਪਹਿਲਾਂ ਚੋਰੋ ਚੋਰੀ ਕੰਮ ਕੀਤਾ, ਉਸੇ ਤਰ੍ਹਾਂ ਹੁਣ ਸੰਜੀਦਗੀ ਨਾਲ ਇਸ ਕੇਸ ਨੂੰ, ਸਮੱਸਿਆ ਨੂੰ ਸੁਲਝਾਇਆ ਜਾ ਸਕਦਾ ਹੈ। ਸੰਦੀਪ ਜੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਤੁਹਾਡੀ, ਥੈਂਕ ਯੂ। ਈਮੇਲ ਐਡਰੈਸ ਪਲੀਜ਼ ਤੁਹਾਡਾ ਰਿਪੀਟ ਕਰ ਦਿਓ ਜੇ ਕਿਸੇ ਨੂੰ ਵੀ ਤੁਸੀਂ ਬੋਲਦੇ ਹੋ ਸਰ, ਪਲੀਜ਼ ਬੋਲ ਦਿਓ ਜੀ। ਈਮੇਲ ਐਡਰੈਸ ਹੈਗਾ help@fraud@gmail.com। ਵੈਸੇ ਮੈਂ ਤੁਹਾਨੂੰ ਈਮੇਲ ਵੀ, ਮੈਨੂੰ ਤੁਸੀਂ ਉਹ ਕਰ ਦਿਓ, ਮੈਂ ਸ਼ੇਅਰ ਕਰ ਦਿਆਂਗਾ, ਤੁਸੀਂ ਮੈਨੂੰ WhatsApp ਕਰ ਦਿਓ ਪਲੀਜ਼, ਜਾਂ ਮੈਸੇਂਜਰ ਤੇ ਕਰ ਦਿਓ। ਠੀਕ ਹੈ ਜੀ, ਥੈਂਕ ਯੂ। ਠੀਕ। ਇਹ ਸਨ ਸੰਦੀਪ ਸਿੰਘ, ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਕਾਫੀ ਤਜਰਬਾ ਹੈਗਾ ਕੰਮ ਕਰਨ ਦਾ, ਕੁਝ ਸੰਸਥਾਵਾਂ ਨਾਲ ਇਹ ਕੰਮ ਕਰਦੇ ਨੇ, ਤੇ ਇਸ ਦੌਰਾਨ ਤੁਸੀਂ ਕੋਈ ਇਹਨਾਂ ਦੀ, ਵੈਸੇ ਤਾਂ ਇਹਨਾਂ ਦਾ ਹੋਰ ਬਿਜ਼ਨਸ ਹੈ, ਪਰ ਪ੍ਰੋਗਰਾਮਾਂ ਨੂੰ ਸੁਣਦੇ ਨੇ, ਤੇ ਉਸ ਦੌਰਾਨ ਇਹਨਾਂ ਨੇ ਜੋ ਇਹਨਾਂ ਦੇ ਤਜਰਬੇ ਨੇ, ਜਾਤੀ ਤੌਰ ਤੇ ਇਹਨਾਂ ਨੇ ਵੇਖੇ ਨੇ, ਹੰਢਾਏ ਨੇ, ਲੋਕਾਂ ਦਾ ਦੁੱਖ ਸੁੱਖ ਵੇਖਿਆ, ਤੇ ਉਸ ਦੌਰਾਨ ਇਹਨਾਂ ਨੇ ਇਹੀ ਹੱਲ ਕੱਢਿਆ ਕਿ ਇਹਦਾ ਇਹ ਤਰੀਕਾ, ਇੱਦਾਂ ਇਹਨਾਂ ਨੇ ਕਈ ਕੇਸ ਸੋਲਵ ਵੀ ਕੀਤੇ ਨੇ। ਸੋ ਗੱਲ ਮਨ ਲੱਗਦੀ ਹੈ। ਸੋ ਇਸ ਕਰਕੇ ਆਪਣੀ ਇੱਕ ਤਾਂ ਲੁੱਟ ਹੋਈ ਹੈ ਤੇ ਦੂਸਰੀ ਵਾਰ-ਵਾਰ ਲੁੱਟ ਕਰਾਉਣ। ਦੋਸਤੋ, ਕਿਸੇ ਨੂੰ ਸੰਦੀਪ ਸਿੰਘ ਹੋਰਾਂ ਦਾ ਸੰਪਰਕ ਚਾਹੀਦਾ ਹੋਵੇ ਤਾਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ। ਮੇਰਾ ਨੰਬਰ ਹੈ 9876309655 9876309655, ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ tiwanaradio.com ਵੈਬਸਾਈਟ ਤੇ ਵੀ ਸੁਣ ਸਕਦੇ ਹੋ। ਉੱਥੇ ਤੁਹਾਨੂੰ ਸਾਡੇ ਆਈਫੋਨ ਤੇ ਐਂਡਰਾਇਡ ਫੋਨ ਦੇ ਲਿੰਕਸ ਮਿਲਣਗੇ, ਜ਼ਰੂਰ ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਅਮਰੀਕਾ ਦੇ ਵਿੱਚ ਕਾਲ ਟੂ ਲਿਸਨ ਨੰਬਰ ਹੈ 6679309260 667-930-9260 ਨੰਬਰ ਤੇ ਕਾਲ ਕਰਕੇ ਪੂਰਾ ਅਮਰੀਕਾ ਦੇ ਵਿੱਚ ਪ੍ਰੋਗਰਾਮ ਸੁਣ ਸਕਦੇ ਹੋ।
ਤੇ ਸਾਡੇ ਇਹ ਜਿਹੜੇ ਪ੍ਰੋਗਰਾਮ ਨੇ ਟਿਵਾਣਾ ਰੇਡੀਓ ਦੇ ਫੇਸਬੁੱਕ ਪੇਜ, ਟਿਵਾਣਾ ਰੇਡੀਓ ਦੇ YouTube ਪੇਜ ਤੇ ਵੀ ਹੁੰਦੇ ਨੇ। ਸੋ ਇਹ YouTube ਪੇਜ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਅੱਗੇ ਲਿੰਕ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ। ਮੇਰਾ ਸੰਪਰਕ ਨੰਬਰ ਹੈ 9876369655। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 6 ਵਜੇ ਤੋਂ ਲੈ ਕੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਤੇ ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਪ੍ਰੋਗਰਾਮ ਲਾਈਵ ਹੁੰਦਾ ਹੈ। ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਵੀ ਆਪਣੇ ਨਾਲ ਜੁੜਦੇ ਨੇ। ਧੰਨਵਾਦ, ਸਤਿ ਸ਼੍ਰੀ ਅਕਾਲ।